ਹਾਂਜੀ ਸਟੂਡੈਂਟਸ, ਅੱਜ ਅਸੀਂ ਮਾਰਕੀਟਿੰਗ ਅਤੇ ਮਾਰਕੀਟਿੰਗ ਮਿਕਸ ਬਾਰੇ ਜਿਹੜਾ ਚੈਪਟਰ ਤੁਹਾਡਾ ਬੁੱਕ ਦਾ 18ਵਾਂ ਆ ਉਹਦੇ ਬਾਰੇ ਸਟਾਰਟ ਕਰਨ ਜਾ ਰਹੇ ਹਾਂ। ਜਿਵੇਂ ਕਿ ਤੁਹਾਨੂੰ ਪਤਾ ਹੈ, ਮਾਰਕੀਟਿੰਗ ਦੇ 4 ਪਾਰਟ ਹੈਗੇ ਆ ਸਾਡੇ ਸਿਲੇਬਸ ਦੇ ਵਿੱਚ। ਉਹਨਾਂ ਵਿੱਚੋਂ ਜਿਹੜਾ ਇਹ ਪਹਿਲਾ ਪਾਰਟ ਹੈ 18ਵਾਂ, ਜਿਹਦਾ ਨਾਮ ਆ ਬਜ਼ਾਰੀਕਰਨ ਅਤੇ ਬਜ਼ਾਰੀਕਰਨ ਮਿਸ਼ਰਨ ਦੇ ਮੂਲ ਤੱਤ, ਇੰਗਲਿਸ਼ 'ਚ ਬੇਸਿਕਸ ਆਫ ਮਾਰਕੀਟਿੰਗ ਐਂਡ ਮਾਰਕੀਟਿੰਗ ਮਿਕਸ। ਜਦ ਤੁਸੀਂ ਇਸ ਪਾਰਟ ਨੂੰ ਸ਼ੁਰੂ ਕਰਦੇ ਹੋ ਪੜ੍ਹਨਾ, ਪਹਿਲੋਂ ਜਿਹੜਾ ਇੰਟਰੋਡਕਸ਼ਨ ਪਾਰਟ ਆ ਉਹਦੇ ਵਿੱਚ ਜਿਹੜਾ ਤੁਸੀਂ ਦੇਖਦੇ ਹੋ ਪਹਿਲੇ ਦੇ ਵਿੱਚ ਇੰਟਰੋਡਕਸ਼ਨ ਲਿਖਿਆ ਹੈ ਕਿ ਮਨੁੱਖ ਜਿਹੜਾ ਇਨਸਾਨ ਹੈ ਉਹਦੀਆਂ ਲੋੜਾਂ ਜਿਹੜੀਆਂ ਨੇ ਉਹਦੇ ਵਾਸਤੇ ਉਹਨੂੰ ਬਹੁਤ ਸਾਰੇ ਉਤਪਾਦਾਂ ਦੀ ਲੋੜ ਹੁੰਦੀ ਹੈ, ਪ੍ਰੋਡਕਟਸ ਦੀ ਲੋੜ ਹੁੰਦੀ ਹੈ ਆਪਣੀ ਨੀਡਸ ਨੂੰ ਪੂਰਾ ਕਰਨ ਵਾਸਤੇ। ਇਹ ਜਿਹੜੇ ਪ੍ਰੋਡਕਟਸ ਨੇ ਉਹ ਬਾਜ਼ਾਰੋਂ ਖਰੀਦਦਾ ਆ। ਬਾਜ਼ਾਰ ਵਿੱਚ ਇਹਨਾਂ ਪ੍ਰੋਡਕਟਸ ਦੀ ਸਪਲਾਈ ਫਰਮਸ ਜਿਹੜੀਆਂ ਕਿ ਪ੍ਰੋਡਿਊਸ ਕਰਦੀਆਂ ਨੇ ਉਹਨਾਂ ਦੁਆਰਾ ਕੀਤੀ ਜਾਂਦੀ ਹੈ। ਇਹਨਾਂ ਫਰਮਸ ਦੁਆਰਾ ਇਹ ਵੀ ਅਜਿਹੇ ਕੰਮ ਵੀ ਕੀਤੇ ਜਾਂਦੇ ਨੇ ਜਿਨ੍ਹਾਂ ਨਾਲ ਇਹ ਜਿਹੜੇ ਪ੍ਰੋਡਕਟਸ ਇਹਨਾਂ ਦੀ ਡਿਮਾਂਡ ਅਤੇ ਸੇਲ ਵਿੱਚ ਵਾਧਾ ਹੋ ਸਕੇ। ਅਤੇ ਜੋ ਵੀ ਇਹ ਫਰਮਸ ਇਸ ਕੰਮ ਵਾਸਤੇ ਜੋ ਵੀ ਗਤੀਵਿਧੀਆਂ ਕਰਦੀਆਂ ਨੇ, ਮਤਲਬ ਮੰਗ ਨੂੰ ਅਤੇ ਵਿਕਰੀ ਨੂੰ ਵਧਾਉਣ ਵਾਸਤੇ, ਉਹਨਾਂ ਸਾਰੀਆਂ ਗਤੀਵਿਧੀਆਂ ਨੂੰ ਜਿਹੜਾ ਹੈ ਬਜ਼ਾਰੀਕਰਨ ਗਤੀਵਿਧੀਆਂ ਜਾਂ ਮਾਰਕੀਟਿੰਗ ਐਕਟੀਵਿਟੀਜ਼ ਕਿਹਾ ਜਾਂਦਾ ਹੈ। ਠੀਕ ਹੈ, ਬਜ਼ਾਰੀਕਰਨ ਦੀ ਧਾਰਨਾ ਜਿਹੜੀ ਆ, ਉਹਨਾਂ ਦਾ ਜੋ ਕੌਨਸੈਪਟ ਹੈ ਬਜ਼ਾਰੀਕਰਨ ਦਾ ਜਾਂ ਮਾਰਕੀਟਿੰਗ ਦਾ, ਉਹਦਾ ਸੰਬੰਧ ਇਹਨਾਂ ਗਤੀਵਿਧੀਆਂ, ਇਹਨਾਂ ਐਕਟੀਵਿਟੀਜ਼ ਦੇ ਨਾਲ ਹੀ ਆ। ਅਤੇ ਕਿਸੇ ਵੀ ਬਿਜ਼ਨਸ ਵਾਸਤੇ ਉਹਨਾਂ ਦੀ ਮੈਨੇਜਮੈਂਟ ਦਾ ਇੱਕ ਇੰਪੋਰਟੈਂਟ ਕੰਮ ਆ ਇਹ ਮਾਰਕੀਟਿੰਗ। ਹੁਣ ਮਾਰਕੀਟਿੰਗ ਨੂੰ ਲੈ ਕੇ ਜਿਹੜੇ ਕੁਛ ਕੌਨਸੈਪਟਸ ਨੇ ਉਹਨਾਂ ਦੇ ਬਾਰੇ ਆਪਾਂ ਪੜ੍ਹਾਂਗੇ। ਸਭ ਤੋਂ ਪਹਿਲਾਂ ਬਾਜ਼ਾਰ ਜਾਂ ਮਾਰਕੀਟ ਕੀ ਹੁੰਦਾ ਹੈ। ਅਤੇ ਅਗਰ ਆਪਾਂ ਪੁਰਾਣੇ ਟਾਈਮ 'ਤੇ ਚਲੇ ਜਾਈਏ ਜਾਂ ਇਹਦਾ ਪੁਰਾਣਾ ਜਿਹੜਾ ਦ੍ਰਿਸ਼ਟੀਕੋਣ ਜਾਂ ਪੁਰਾਣੀ ਇਹਦੀ ਧਾਰਨਾ ਹੈ, ਉਹਦੇ ਅਨੁਸਾਰ ਬਾਜ਼ਾਰ ਕੋਈ ਥਾਂ ਹੋ ਸਕਦੀ ਹੈ ਜਿੱਥੇ ਵਸਤੂਆਂ ਐਂਡ ਸੇਵਾਵਾਂ ਮਤਲਬ ਗੁੱਡਸ ਐਂਡ ਸਰਵਿਸਿਸ ਦੇ ਸੈਲਰਸ ਐਂਡ ਬਾਇਰਸ ਜਿਹੜੇ ਨੇ ਉੱਥੇ ਉਹ ਲੈਣ ਦੇਣ ਕਰਦੇ ਨੇ। ਆਮ ਬੋਲਚਾਲ ਦੀ ਭਾਸ਼ਾ ਵਿੱਚ ਬਾਜ਼ਾਰ ਸ਼ਬਦ ਦਾ ਪ੍ਰਯੋਗ ਜਿਹੜਾ ਆ ਉਹ ਇਸੇ ਹੀ ਦ੍ਰਿਸ਼ਟੀਕੋਣ ਤੋਂ ਕੀਤਾ ਜਾਂਦਾ ਹੈ। ਅਤੇ ਪੁਰਾਣੇ ਟਾਈਮ ਜਾਂ ਪੁਰਾਣੀ ਧਾਰਨਾ ਦੇ ਅਨੁਸਾਰ ਬਾਜ਼ਾਰ ਦੀ ਜਿਹੜੀ ਧਾਰਨਾ ਆ ਉਹਦਾ ਇੱਕ ਭੂਗੋਲਿਕ ਜਾਂ ਜਿਗਰਾਫੀਕਲ ਇੰਪੋਰਟੈਂਸ ਆ। ਪਰੰਤੂ ਜਿਹੜੀ ਹੁਣ ਮਾਡਰਨ ਇਹਦਾ ਇੱਕ ਆਊਟਲੁੱਕ ਹੈਗਾ ਆ ਜਾਂ ਮਾਡਰਨ ਇੱਕ ਸੋਚ ਜਿਹੜੀ ਇਹਦੇ ਨਾਲ ਸੰਬੰਧਿਤ ਆ, ਉਹ ਇਹ ਕਾਫੀ ਜ਼ਿਆਦਾ ਵਾਈਡ ਆ, ਕਾਫੀ ਵਿਸਤ੍ਰਿਤ ਆ। ਜਿਹੜਾ ਮਾਡਰਨ ਦ੍ਰਿਸ਼ਟੀਕੋਣ ਆ, ਪੁਆਇੰਟ ਆਫ ਵਿਊ ਹੈਗਾ ਮਾਰਕੀਟ ਨੂੰ ਲੈ ਕੇ, ਉਹਦੇ ਵਿੱਚ ਇਹ ਕਿਹਾ ਜਾਂਦਾ ਹੈ ਕਿ ਬਾਜ਼ਾਰ ਉਹ ਜਗ੍ਹਾ ਆ, ਉਹ ਬਾਜ਼ਾਰ ਤੋਂ ਭਾਵ ਆ ਕਿ ਮਤਲਬ ਜਿੱਥੇ ਕੋਈ ਵੀ ਵਸਤੂ ਜਾਂ ਸੇਵਾ ਮਤਲਬ ਗੁੱਡਸ ਐਂਡ ਸਰਵਿਸ ਦੇ ਜਿਹੜੇ ਰੀਅਲ ਅਤੇ ਪ੍ਰੋਸਪੈਕਟਿਵ, ਵਾਸਤਵਿਕ ਅਤੇ ਸੰਭਾਵਿਤ ਸਾਰੇ ਹੀ ਖਰੀਦਦਾਰ ਜਿੱਥੇ ਵੀ ਹੋਣ, ਮਤਲਬ ਜਿਨ੍ਹਾਂ ਨੇ ਉਹ ਵਸਤੂ ਖਰੀਦੀ ਹੋਈ ਹੈ ਅਤੇ ਜਿਨ੍ਹਾਂ ਨੇ ਹਜੇ ਖਰੀਦਣੀ ਆ, ਉਹ ਜਿੱਥੇ ਵੀ ਹੋਣਗੇ ਜਾਂ ਜਿੱਥੇ ਵੀ ਉਹ ਵਸਤੂਆਂ ਨੂੰ ਖਰੀਦ ਰਹੇ ਹੋਣਗੇ ਜਾਂ ਖਰੀਦਣ ਬਾਰੇ ਸੋਚ ਰਹੇ ਹੋਵਾਂਗੇ, ਉਹੀ ਬਾਜ਼ਾਰ ਆ। ਜਿਵੇਂ ਕਿ ਅਗਰ ਕੰਪਿਊਟਰ ਦੇ ਬਾਜ਼ਾਰ ਦੀ ਗੱਲ ਕਰੀਏ ਤਾਂ ਉਹਨਾਂ ਸਾਰੇ ਵਿਅਕਤੀਆਂ ਦਾ ਜਿਹੜਾ ਗਰੁੱਪ ਜੋ ਕਿ ਕੰਪਿਊਟਰ ਨੂੰ ਖਰੀਦਣਾ ਚਾਹੁੰਦੇ ਨੇ, ਉਹ ਉਹਨਾਂ ਦਾ ਕੰਪਿਊਟਰ ਦੀ ਮਾਰਕੀਟ ਹੋਊਗੀ। ਫਿਲਿਪ ਕੋਟਲਰ, ਜਿਨ੍ਹਾਂ ਨੂੰ ਫਾਦਰ ਆਫ ਮਾਰਕੀਟਿੰਗ ਵੀ ਕਿਹਾ ਜਾਂਦਾ ਹੈ, ਅਤੇ ਉਹਨਾਂ ਨੇ ਵੀ ਇਹਦੇ ਬਾਰੇ ਆਪਣਾ ਜਿਹੜਾ ਆ ਵਿਊ ਦਿੱਤਾ ਹੈ। ਉਹ ਕਹਿੰਦੇ ਕਿ ਬਾਜ਼ਾਰ ਦੀ ਧਾਰਨਾ ਦਾ ਸੰਬੰਧ ਸੰਭਾਵਿਤ ਵਟਾਂਦਰੇ ਨਾਲ ਸੰਬੰਧਿਤ ਖੇਤਰ ਜਾਂ ਵਾਤਾਵਰਨ ਨਾਲ ਹੁੰਦਾ ਹੈ। ਟਰਮ ਮਾਰਕੀਟ ਇਜ਼ ਐਨੀ ਏਰੀਆ ਔਰ ਐਟਮੋਸਫੇਅਰ ਫॉर ਦਾ ਪੋਟੈਂਸ਼ੀਅਲ ਐਕਸਚੇਂਜ, ਮਤਲਬ ਜਿੱਥੇ ਵੀ ਕੁਛ ਲੈਣ ਦੇਣ ਹੋ ਸਕਦਾ ਹੋਵੇ ਜਾਂ ਹੋ ਰਿਹਾ ਹੋਵੇ ਜਾਂ ਹੋਣ ਦੀ ਸੰਭਾਵਨਾ ਹੋਵੇ, ਉਸ ਖੇਤਰ ਜਾਂ ਉਸ ਵਾਤਾਵਰਨ ਨੂੰ ਬਾਜ਼ਾਰ ਕਹਿ ਸਕਦੇ ਆ। ਇਹ ਫਿਲਿਪ ਕੋਟਲਰ ਕਹਿੰਦੇ ਨੇ, ਜੋ ਕਿ ਫਾਦਰ ਆਫ ਮਾਰਕੀਟਿੰਗ ਨੇ। ਅਤੇ ਇਹ ਬਾਜ਼ਾਰ ਦਾ ਜਾਂ ਮਾਰਕੀਟ ਦਾ ਵਿਊ ਪੁਆਇੰਟ ਹੋ ਗਿਆ। ਸੈਕਿੰਡ ਨੰਬਰ 'ਤੇ ਆਉਂਦੇ ਨੇ ਗ੍ਰਾਹਕ ਜਾਂ ਗਾਹਕ ਜਾਂ ਕਸਟਮਰ। ਉਹ ਕੌਣ ਹੋਗਾ? ਕੋਈ ਵੀ ਅਜਿਹਾ ਵਿਅਕਤੀ ਜੋ ਜਾਂ ਵਿਅਕਤੀਆਂ ਦਾ ਸਮੂਹ ਜਾਂ ਸੰਗਠਨ ਹੋ ਸਕਦਾ ਜੋ ਆਪਣੀਆਂ ਲੋੜਾਂ ਨੂੰ ਪੂਰਾ ਕਰਨ ਵਾਸਤੇ ਵਸਤੂਆਂ ਨੂੰ ਖਰੀਦਦਾ ਹੈ, ਉਸਨੂੰ ਗਾਹਕ ਜਾਂ ਕਸਟਮਰ ਕਿਹਾ ਜਾਂਦਾ ਹੈ। ਗਾਹਕ ਤੋਂ ਬਿਨਾਂ ਜਾਂ ਕਸਟਮਰ ਤੋਂ ਬਿਨਾਂ ਬਜ਼ਾਰੀਕਰਨ ਸੰਭਵ ਹੋ ਹੀ ਨਹੀਂ ਸਕਦਾ। ਗਾਹਕ ਆਪਣੀ ਲੋੜਾਂ ਦੀ ਪੂਰਤੀ ਵਾਸਤੇ ਜਾਂ ਸੰਤੁਸ਼ਟੀ ਵਾਸਤੇ ਬਜ਼ਾਰੀਕਰਨ ਦੀਆਂ
ਮਤਲਬ ਅਗਰ ਗ੍ਰਾਹਕ ਦੀਆਂ ਲੋੜਾਂ ਪੂਰੀਆਂ ਹੋ ਰਹੀਆਂ ਨੇ ਅਤੇ ਉਹਨੂੰ ਸੰਤੁਸ਼ਟੀ ਮਿਲ ਰਹੀ ਹੈ ਅਤੇ ਇਹਦਾ ਮਤਲਬ ਬਜ਼ਾਰੀਕਰਨ ਸਫਲ ਆ। ਕਿਸੇ ਵੀ ਗਾਹਕ ਦੁਆਰਾ ਆਪਣੀਆਂ ਲੋੜਾਂ, ਰੁਚੀਆਂ, ਖਰੀਦ ਸ਼ਕਤੀ ਆਦਿ ਦੇ ਆਧਾਰ 'ਤੇ ਵਸਤੂਆਂ ਅਤੇ ਸੇਵਾਵਾਂ ਨੂੰ ਖਰੀਦਿਆ ਜਾਂਦਾ ਹੈ। ਬਜ਼ਾਰੀਕਰਨ ਦੇ ਅੰਤਰਗਤ ਮਤਲਬ ਜੋ ਬਜ਼ਾਰੀਕਰਨ ਜਾਂ ਮਾਰਕੀਟਿੰਗ ਆ ਉਹਦੇ ਵਿੱਚ ਗ੍ਰਾਹਕ ਦੀ ਉਮਰ ਕੀ ਆ, ਉਹਦੇ ਲਿੰਗ, ਉਹਦਾ ਧਰਮ, ਉਹਦੀ ਰੁਚੀਆਂ, ਉਹਦੀਆਂ ਕਿੱਥੇ ਰਹਿੰਦਾ ਹੈ, ਉਹ ਸਾਰੇ ਦੇ ਆਧਾਰ 'ਤੇ ਉਹਨੂੰ ਅਲੱਗ-ਅਲੱਗ ਭਾਗਾਂ 'ਚ ਵੰਡਿਆ ਜਾ ਸਕਦਾ ਹੈ। ਫਿਰ ਤੀਸਰੇ ਨੰਬਰ 'ਤੇ ਆਉਂਦੇ ਆ ਵਿਕਰੇਤਾ ਜਾਂ ਸੈਲਰ। ਸੈਲਰ ਜਾਂ ਵਿਕਰੇਤਾ ਉਹ ਪਰਸਨ ਜਾਂ ਸੰਗਠਨ ਹੋ ਸਕਦਾ ਹੈ ਜੋ ਵਸਤੂਆਂ, ਸੇਵਾਵਾਂ ਦੀ ਵਿਕਰੀ ਕਰਦਾ ਹੈ ਅਤੇ ਉਹ ਆਪਣੇ ਗ੍ਰਾਹਕ ਨੂੰ ਸੇਵਾਵਾਂ ਅਤੇ ਵਸਤੂਆਂ ਉਪਲਬਧ ਕਰਵਾਉਂਦਾ ਹੈ ਜਿੱਥੇ ਵੀ ਉਹਨੂੰ ਚਾਹੀਦੀਆਂ ਨੇ ਅਤੇ ਉਹਨਾਂ ਦੀਆਂ ਲੋੜਾਂ ਦੀ ਪੂਰਤੀ ਕਰਦਾ, ਉਹਨਾਂ ਨੂੰ ਸੰਤੁਸ਼ਟੀ ਪ੍ਰਦਾਨ ਕਰਦਾ ਅਤੇ ਹਰੇਕ ਵਿਕਰੇਤਾ ਕੁਛ ਨਾ ਕੁਛ ਖਾਸ ਵਸਤੂਆਂ ਨੂੰ ਵੇਚਦਾ। ਜਿਵੇਂ ਕਿ ਅਗਰ ਆਪਾਂ ਸੋਨੀ ਕੰਪਨੀ ਦੀ ਗੱਲ ਕਰੀਏ, ਉਹ ਟੈਲੀਵਿਜ਼ਨਾਂ ਦੀ ਜਾਂ ਇਲੈਕਟ੍ਰੋਨਿਕ ਆਈਟਮਸ ਦੀ ਵਿਕਰੀ ਕਰਦੇ ਨੇ। ਦੂਜੇ ਕੁਛ ਜਿਹੜੇ ਸੈਲਰਸ ਹੈਗੇ ਆ ਉਹ ਸੇਵਾਵਾਂ ਵੀ ਦਿੰਦੇ ਨੇ, ਜਿਵੇਂ ਬੈਂਕ ਦੀਆਂ ਸੇਵਾਵਾਂ ਸਾਨੂੰ ਬੈਂਕ ਤੋਂ ਪ੍ਰਾਪਤ ਹੁੰਦੀਆਂ ਨੇ। ਅਤੇ ਲਾਸਟ ਜਿਹੜੀ ਮਾਰਕੀਟਿੰਗ ਦੀ ਧਾਰਨਾ ਦੇ ਵਿੱਚ ਜਿਹੜੀ ਲਾਸਟ ਚੀਜ਼ ਹੈ ਦੈਟ ਇਜ਼ ਪ੍ਰੋਡਕਟ ਜਾਂ ਉਤਪਾਦ। ਉਤਪਾਦ ਜਾਂ ਪ੍ਰੋਡਕਟ ਤੋਂ ਭਾਵ ਕੋਈ ਵੀ ਅਜਿਹੀ ਚੀਜ਼ ਜਿਹਨੂੰ ਖਰੀਦਦਾਰ ਵਾਸਤੇ ਜਿਹਦਾ ਕੋਈ ਨਾ ਕੋਈ ਮੁੱਲ ਆ ਅਤੇ ਜਿਹਦਾ ਬਜ਼ਾਰੀਕਰਨ ਕੀਤਾ ਜਾ ਸਕਦਾ, ਜਿਹਦੀ ਮਾਰਕੀਟਿੰਗ ਕੀਤੀ ਜਾ ਸਕਦੀ ਆ। ਉਤਪਾਦ ਕੋਈ ਵਸਤੂ ਵੀ ਹੋ ਸਕਦੀ ਜਿਵੇਂ ਕੰਪਿਊਟਰ, ਟੀਵੀ, ਏਸੀ, ਫਰਿੱਜ ਵਗੈਰਾ, ਕੱਪੜੇ, ਫੋਨ ਵਗੈਰਾ। ਅਤੇ ਸੇਵਾ ਵੀ ਹੋ ਸਕਦੀ ਹੈ, ਮਤਲਬ ਕਿ ਕੋਈ ਸਰਵਿਸ ਜਿਵੇਂ ਡਾਕਟਰ ਦੀ ਸਰਵਿਸ, ਵਕੀਲ, ਬੈਂਕ ਦੀਆਂ ਸੇਵਾਵਾਂ, ਇਸ ਤਰ੍ਹਾਂ ਦੀਆਂ ਸੇਵਾਵਾਂ ਵੀ ਉਹਦੇ ਵਿੱਚ ਸ਼ਾਮਲ ਆ। ਉਤਪਾਦ ਦੇ ਵਿੱਚ ਤੁਸ਼ਟੀ ਗੁਣ ਅਰਥਾਤ ਮਨੁੱਖੀ ਲੋੜਾਂ ਦੀ ਪੂਰਤੀ ਕਰਨ ਦਾ ਗੁਣ ਹੁੰਦਾ, ਮਤਲਬ ਯੂਟੀਲਿਟੀ ਹੁੰਦੀ ਹੈ। ਅਗਰ ਕੋਈ ਉਤਪਾਦ ਯੂਟੀਲਿਟੀ ਤੋਂ ਰਹਿਤ ਆ, ਜਿਹਦੇ ਵਿੱਚ ਯੂਟੀਲਿਟੀ ਨਾ ਹੋਵੇ ਜਾਂ ਇਨਸਾਨਾਂ ਦੀ ਲੋੜਾਂ ਦੀ ਪੂਰਤੀ ਕਰਨ ਦੀ ਜਿਹੜੀ ਸ਼ਕਤੀ ਨਾ ਹੋਵੇ ਤਾਂ ਉਹ ਉਤਪਾਦ ਜਿਹੜਾ ਹੈ ਉਹਦੀ ਵਿਕਰੀ ਨਹੀਂ ਹੋ ਸਕਦੀ, ਉਹਦੀ ਕੋਈ ਡਿਮਾਂਡ ਨਹੀਂ ਹੁੰਦੀ। ਉਤਪਾਦ ਦੇ ਨਾਲ ਇਨਸਾਨ ਨੂੰ ਸੰਤੁਸ਼ਟੀ ਮਿਲਦੀ ਹੈ, ਸੰਤੁਸ਼ਟੀ ਦਾ ਸਰੋਤ ਆ। ਵਿਕਰੇਤਾ ਕੀ ਕਰਦਾ, ਆਪਣੇ ਉਤਪਾਦ ਦੀ ਵਿਕਰੀ ਕਰਦਾ ਹੈ ਅਤੇ ਜਿਹੜਾ ਗ੍ਰਾਹਕ ਆ ਉਤਪਾਦ ਦੀ ਖਰੀਦ ਕਰਦਾ ਹੈ। ਇੱਥੇ ਕੁਛ ਉਦਾਹਰਨ ਦਿੱਤੇ ਹੋਏ ਆ ਵੱਖ-ਵੱਖ ਉਤਪਾਦਾਂ ਦੇ, ਜਿਵੇਂ ਕਿ ਭੌਤਿਕ ਉਤਪਾਦ ਜਿਨ੍ਹਾਂ ਨੂੰ ਫਿਜ਼ੀਕਲ ਗੁਡਸ ਦੇ ਨਾਮ ਤੋਂ ਆਪਾਂ ਕਹਿ ਸਕਦੇ, ਜਿਵੇਂ ਪੈਨ, ਸੈੱਲਫੋਨ, ਕੱਪੜੇ। ਇਸ ਤਰ੍ਹਾਂ ਸੇਵਾਵਾਂ ਦੇ ਵਿੱਚ ਟਰਾਂਸਪੋਰਟ ਸਰਵਿਸਿਸ, ਬੈਂਕ ਸਰਵਿਸਿਸ, ਇੰਸ਼ੋਰੈਂਸ ਸਰਵਿਸਿਸ। ਅਗਰ ਆਪਾਂ ਥੋਟ ਦੀ ਗੱਲ ਕਰੀਏ, ਥੋਟ ਦੇ ਪੁਆਇੰਟ ਆਫ ਵਿਊ ਜਾਂ ਵਿਚਾਰ ਦੇ ਪੁਆਇੰਟ ਆਫ ਵਿਊ ਤੋਂ ਵੀ ਕੁਛ ਪ੍ਰੋਡਕਟਸ ਹੋ ਸਕਦੇ, ਜਿੱਦਾਂ ਗਰੀਬੀ ਹਟਾਓ ਦਾ ਥੋਟ ਆ, ਬਲੱਡ ਡੋਨੇਸ਼ਨ, ਇਨਵਾਇਰਮੈਂਟ ਨੂੰ ਸੇਵ ਕਰਨਾ, ਇਸ ਤਰ੍ਹਾਂ ਦੇ ਵੀ ਪ੍ਰੋਡਕਟਸ ਹੋ ਸਕਦੇ ਆ। ਸਥਾਨ ਦੀ ਗੱਲ ਕਰੀਏ ਤਾਂ ਕੁਛ ਸਥਾਨ ਜਿਹੜੇ ਖਾਸ ਤੌਰ 'ਤੇ ਉਹਨਾਂ ਨੂੰ ਪ੍ਰੋਡਕਟ ਦੇ ਤੌਰ 'ਤੇ ਪੇਸ਼ ਕੀਤਾ ਜਾਂਦਾ, ਜਿੱਦਾਂ ਅੰਮ੍ਰਿਤਸਰ ਸਿਫਤੀ ਦਾ ਘਰ, ਗੁਲਾਬੀ ਨਗਰੀ ਜੈਪੁਰ, ਧਰਤੀ ਦਾ ਸਵਰਗ ਜੰਮੂ ਕਸ਼ਮੀਰ। ਇਸ ਤਰ੍ਹਾਂ ਉਹਨਾਂ ਨੂੰ ਪ੍ਰੋਡਕਟ ਦੇ ਤੌਰ 'ਤੇ ਵੀ ਉਹਨਾਂ ਨੂੰ ਸ਼ੋਕੇਸ ਜਾਂ ਫੀਚਰ ਕੀਤਾ ਜਾਂਦਾ। ਇਸੇ ਤਰੀਕੇ ਨਾਲ ਅਨੁਭਵ ਜਾਂ ਜਿੱਥੋਂ ਸਾਨੂੰ ਕੁਛ ਨਇਆ ਚੀਜ਼ ਸਿੱਖਣ ਨੂੰ ਮਿਲਦੀ ਹੈ ਜਾਂ ਅਨੁਭਵ ਹੁੰਦਾ ਹੈ, ਜਿੱਦਾਂ ਪਰਬਤ ਆਰੋਹਣ, ਮਾਊਂਟੇਨਰਿੰਗ, ਸਟੇਡੀਅਮ ਵਿੱਚ ਹਾਕੀ ਦਾ ਮੈਚ ਦੇਖਣਾ ਜਾਂ ਕਿਸੇ ਮਸ਼ਹੂਰ ਵਿਅਕਤੀ ਨੂੰ ਮਿਲਣਾ। ਇਸ ਤਰ੍ਹਾਂ ਦੇ ਵੀ ਜਿਹੜੇ ਆ ਉਹਨਾਂ ਨੂੰ ਵੀ ਪ੍ਰੋਡਕਟ ਦੀ ਕੈਟੇਗਰੀ 'ਚ ਆਪਾਂ ਐਕਸਪੀਰੀਅੰਸ ਦੇ ਤੌਰ 'ਤੇ ਲੈ ਸਕਦੇ ਹਾਂ। ਵਿਸ਼ੇਸ਼ ਮੌਕੇ ਜਾਂ ਸਪੈਸ਼ਲ ਓਕੇਜ਼ਨਸ ਜਿਵੇਂ ਫੈਸ਼ਨ ਸ਼ੋਅ, ਸੁੰਦਰਤਾ ਮੁਕਾਬਲਾ, ਫਿਲਮ ਫੈਸਟੀਵਲ, ਇਹ ਵੀ ਇਸ ਤਰ੍ਹਾਂ ਦੇ ਵੀ ਹੋ ਸਕਦੇ ਆ ਪ੍ਰੋਡਕਟਸ। ਅਤੇ ਜਾਣਕਾਰੀ ਦੇ ਪੁਆਇੰਟ ਆਫ ਵਿਊ ਤੋਂ ਵੀ ਪ੍ਰੋਡਕਟਸ ਨੂੰ ਆਪਾਂ ਜਿੱਦਾਂ ਮਾਡਰਨ ਟੈਕਨੋਲੋਜੀ ਦੇ ਵਿੱਚ ਵਿਕਾਸ ਜਾਂ ਉਹਦੇ ਯੂਜ਼ ਦੇ ਸੰਬੰਧੀ ਜਾਣਕਾਰੀ ਪ੍ਰਦਾਨ ਕਰਨਾ, ਇਸ ਤਰੀਕੇ ਨਾਲ ਖੋਜ ਰਾਹੀਂ ਜਿਹੜੀ ਜਾਣਕਾਰੀ ਇਕੱਠੀ ਕੀਤੀ ਜਾਂਦੀ ਹੈ, ਅਨੁਭਵ ਦੇ ਆਧਾਰ 'ਤੇ ਜਿਹੜੀ ਜਾਣਕਾਰੀ ਇਕੱਠੀ ਕੀਤੀ ਜਾਂਦੀ ਹੈ, ਅਤੇ ਇਸ ਤਰੀਕੇ ਨਾਲ ਪ੍ਰੋਡਕਟਸ ਨੂੰ ਅਲੱਗ-ਅਲੱਗ ਕੈਟਾਗਰੀਜ਼ ਦੇ ਵਿੱਚ ਡਿਵਾਈਡ ਕੀਤਾ ਜਾ ਸਕਦਾ। ਹੁਣ ਆਪਾਂ ਗੱਲ ਕਰਾਂਗੇ ਮਾਰਕੀਟਿੰਗ ਕੀ ਹੁੰਦੀ ਹੈ। ਆਮ ਲੋਕ ਬੋਲਚਾਲ ਦੇ ਵਿੱਚ ਜਿਹੜੇ ਮਾਰਕੀਟਿੰਗ ਦਾ ਅਰਥ ਕੀ ਲੈ ਲੈਂਦੇ। ਮਾਰਕੀਟਿੰਗ ਦਾ ਅਰਥ ਬਹੁਤੇ ਲੋਕਾਂ ਨੂੰ ਲੱਗਦਾ ਹੈ ਕਿ ਸ਼ੋਪਿੰਗ ਕਰਨਾ ਜਾਂ ਵਿਕਰੀ ਕਰਨਾ ਜਾਂ ਡਿਜ਼ਾਈਨ ਕਰਨਾ ਮਾਰਕੀਟਿੰਗ ਹੋਊਗੀ, ਲੇਕਿਨ ਅਸਲ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਮਾਰਕੀਟਿੰਗ ਦਾ ਜਾਂ ਬਜ਼ਾਰੀਕਰਨ ਦਾ ਸਿਰਫ ਇੱਕ ਹਿੱਸਾ ਆ। ਮਾਰਕੀਟਿੰਗ ਤਾਂ ਇਹਨਾਂ ਤੋਂ ਕਿਤੇ ਜ਼ਿਆਦਾ ਵੱਡੀ ਚੀਜ਼ ਹੈਗੀ। ਅਗਰ ਇਹਦੇ ਦੋ ਅਪਰੋਚ ਆ, ਮਾਡਰਨ ਅਪਰੋਚ ਐਂਡ ਟਰੈਡੀਸ਼ਨਲ ਅਪਰੋਚ। ਪਰੰਪਰਾਗਤ ਦ੍ਰਿਸ਼ਟੀਕੋਣ ਤੋਂ ਅਗਰ ਆਪਾਂ ਦੇਖੀਏ ਤਾਂ ਬਜ਼ਾਰੀਕਰਨ ਦਾ ਮਤਲਬ ਇਸ ਦੇ ਕਾਰਜਾਂ ਦੇ ਰੂਪ ਦੇ ਵਿੱਚ ਆਪਾਂ ਇਹਦੀ ਬਾਰੇ ਜਾਣਦੇ ਹਾਂ ਕਿ ਇਹਦੇ ਵਿੱਚ ਬਜ਼ਾਰੀਕਰਨ ਤੋਂ ਭਾਵ ਹੈ ਉਹਨਾਂ ਸਾਰੀਆਂ ਗਤੀਵਿਧੀਆਂ ਦੇ ਨਾਲ ਜਿਨ੍ਹਾਂ ਦੇ ਕਰਕੇ ਵਸਤੂਆਂ ਅਤੇ ਸੇਵਾਵਾਂ ਜਿਹੜੀਆਂ ਨੇ ਉਹ ਪ੍ਰੋਡਿਊਸਰਸ ਤੋਂ ਕੰਜ਼ਿਊਮਰ ਵੱਲ ਨੂੰ ਟਰਾਂਸਫਰ ਹੁੰਦੀਆਂ ਨੇ। ਇਸ ਤਰ੍ਹਾਂ ਬਜ਼ਾਰੀਕਰਨ ਦੇ ਵਿੱਚ ਉਤਪਾਦ ਨੂੰ ਡਿਜ਼ਾਈਨ ਕਰਨਾ, ਉਹਦੀ ਪੈਕਿੰਗ, ਉਹਦੀ ਸਟੋਰ ਕਰਨਾ, ਉਹਨੂੰ ਟਰਾਂਸਫਰ ਕਰਨਾ, ਉਹਦੇ ਬਾਰੇ ਪ੍ਰਚਾਰ ਕਰਨਾ, ਉਹਦੀ ਵਿਕਰੀ ਕਰਨਾ, ਇਹ ਸਾਰੀਆਂ ਗਤੀਵਿਧੀਆਂ ਸ਼ਾਮਲ ਹੁੰਦੀਆਂ ਨੇ। ਇਹਦਾ ਪੁਰਾਣਾ ਥੋਟ ਆ, ਇਹਦਾ ਪੁਰਾਣਾ ਅਪਰੋਚ ਆ। ਅੱਜ ਕੱਲ੍ਹ ਦੀ ਅਗਰ ਗੱਲ ਕਰੀਏ ਅਤੇ ਮਾਰਕੀਟਿੰਗ ਦੀ ਧਾਰਨਾ ਕਿਤੇ ਵੱਡੀ ਅਤੇ ਕਾਫੀ ਜ਼ਿਆਦਾ ਡਿਫਰੈਂਟ ਹੋ ਗਈ ਆ, ਸਪੈਸ਼ਲ ਹੋ ਗਈ ਆ। ਅੱਜ ਕੱਲ੍ਹ ਮਾਰਕੀਟਿੰਗ ਇੱਕ ਸੋਸ਼ਲ ਪ੍ਰੋਸੈਸ ਆ, ਸਮਾਜਿਕ ਪ੍ਰਕਿਰਿਆ ਹੈਗੀ ਹੈ, ਜਿਹਦੇ ਅੰਤਰਗਤ ਕੁਛ ਲੋਕ
ਦੂਸਰਿਆਂ ਨੂੰ ਪ੍ਰਭਾਵਿਤ ਕਰਦੇ ਆ ਅਤੇ ਉਹਨਾਂ ਨੂੰ ਕੁਛ ਵਿਸ਼ੇਸ਼ ਵਸਤੂ ਜਾਂ ਸੇਵਾ ਦੀ ਖਰੀਦ ਲਈ ਮੋਟੀਵੇਟ ਜਾਂ ਉਤਸ਼ਾਹਿਤ ਜਾਂ ਪ੍ਰੇਰਿਤ ਕਰਦੇ ਆ। ਇਹਦੇ ਵਿੱਚ ਬਜ਼ਾਰੀਕਰਨ ਦੀ ਪ੍ਰਕਿਰਿਆ ਜਿਹੜੀ ਆ ਉਤਪਾਦ ਦੇ ਉਤਪਾਦਨ ਤੋਂ ਕਿਤੇ ਪਹਿਲਾਂ ਸ਼ੁਰੂ ਹੋ ਜਾਂਦੀ ਆ ਅਤੇ ਜਦੋਂ ਗਾਹਕਾਂ ਦੀਆਂ ਲੋੜਾਂ ਅਤੇ ਉਹਨਾਂ ਦੀਆਂ ਰੁਚੀਆਂ ਦੀ ਪਛਾਣ ਜਾਂ ਵਿਸ਼ਲੇਸ਼ਣ ਕੀਤਾ ਜਾਂਦਾ ਹੈ ਅਤੇ ਉਤਪਾਦ ਕਿਸ ਤਰ੍ਹਾਂ ਦਾ ਬਣਾਉਣਾ ਚਾਹੀਦਾ ਇਹਦੇ ਸੰਬੰਧਿਤ ਫੈਸਲੇ ਲਏ ਜਾਂਦੇ ਨੇ। ਮਤਲਬ ਬਜ਼ਾਰੀਕਰਨ ਦੀ ਪ੍ਰਕਿਰਿਆ ਬਹੁਤ ਪਹਿਲਾਂ ਸ਼ੁਰੂ ਹੋ ਜਾਂਦੀ ਹੈ, ਹਜੇ ਉਤਪਾਦ ਆਪਾਂ ਬਣਾਇਆ ਵੀ ਨਹੀਂ ਹੁੰਦਾ। ਕਸਟਮਰਸ ਦੀਆਂ ਨੀਡਸ ਕੀ ਹੈਗੀਆਂ ਨੇ, ਉਹਨਾਂ ਦੀਆਂ ਲਾਈਕਸ ਡਿਸਲਾਈਕਸ ਟੇਸਟ ਪ੍ਰੈਫਰੈਂਸਿਸ ਨੂੰ ਧਿਆਨ ਵਿੱਚ ਰੱਖਦੇ ਹੋਏ ਪ੍ਰੋਡਕਟ ਜਿਹੜਾ ਡਿਜ਼ਾਈਨ ਕੀਤਾ ਜਾਂਦਾ ਆ। ਅਤੇ ਜਿਹੜੀ ਇਹ ਬਜ਼ਾਰੀਕਰਨ ਦੀ ਪ੍ਰਕਿਰਿਆ ਹੈਗੀ ਆ ਇਹ ਵਿਕਰੀ ਤੋਂ ਬਾਅਦ ਵੀ ਚੱਲਦੀ ਰਹਿੰਦੀ ਹੈ। ਪੁਰਾਣੀ ਜਿਹੜੀ ਪ੍ਰਕਿਰਿਆ ਆਪਾਂ ਬਜ਼ਾਰੀਕਰਨ ਦੀ ਸਮਝਦੇ ਹਾਂ ਉਹਦੇ ਵਿੱਚ ਇਹ ਦੇਖਦੇ ਹਾਂ ਕਿ ਬਜ਼ਾਰੀਕਰਨ ਦਾ ਮਤਲਬ ਆ ਪ੍ਰੋਡਿਊਸਰ ਤੋਂ ਸਮਾਨ ਜਿਹੜਾ ਹੈਗਾ ਆ ਕਸਟਮਰ ਤੱਕ ਪਹੁੰਚਾਉਣਾ ਹੈਗਾ ਆ, ਉਹਦੇ ਵਿੱਚ ਜੋ ਵੀ ਆਪਾਂ ਚੀਜ਼ਾਂ ਕਰਦੇ। ਲੇਕਿਨ ਅੱਜ ਕੱਲ੍ਹ ਦੀਆਂ ਜਿਹੜੀਆਂ ਬਜ਼ਾਰੀਕਰਨ ਜੋ ਮਾਰਕੀਟਿੰਗ ਦਾ ਥੋਟ ਚੱਲ ਰਿਹਾ ਉਹ ਇਹ ਹੈ ਕਿ ਪ੍ਰੋਡਕਟ ਬਣਾਉਣ ਤੋਂ ਪਹਿਲਾਂ ਮਾਰਕੀਟਿੰਗ ਸ਼ੁਰੂ ਹੋ ਜਾਂਦੀ ਹੈ, ਉਹਦੇ ਬਾਰੇ ਸੋਚਣਾ, ਉਹਦੇ ਬਾਰੇ ਰਿਸਰਚ ਕਰਨਾ, ਉਹਦੇ ਬਾਰੇ ਵਿਸ਼ਲੇਸ਼ਣ ਕਰਨਾ ਅਤੇ ਪ੍ਰੋਡਕਟ ਵੇਚਣ ਤੋਂ ਬਾਅਦ ਵੀ ਆਫਟਰ ਸੇਲ ਸਰਵਿਸਿਸ ਵੀ ਇਹਦੇ ਵਿੱਚ ਆ ਜਾਂਦੀਆਂ ਨੇ ਮਾਰਕੀਟਿੰਗ ਦੇ ਵਿੱਚ। ਅਤੇ ਇਹਦੇ ਨਾਲ ਮੇਨ ਮਕਸਦ ਇਹ ਹੀ ਅੱਜ ਦੀ ਡੇਟ ਦੇ ਵਿੱਚ ਕਿ ਅਧਿਕਤਮ ਮੈਕਸੀਮਮ ਸੈਟਿਸਫੈਕਸ਼ਨ ਜਿਹੜੀ ਆ ਕਸਟਮਰਸ ਨੂੰ ਪ੍ਰੋਵਾਈਡ ਕਰਨੀ ਹੈ ਅਤੇ ਮਾਰਕੀਟਿੰਗ ਦਾ ਮੇਨ ਏਮ ਇਹੀ ਲੈ ਕੇ ਚੱਲਿਆ ਜਾਂਦਾ ਹੈ। ਇਹਦੇ ਰਿਗਾਰਡਿੰਗ ਮਾਰਕੀਟਿੰਗ ਦੀਆਂ ਵੱਖੋ ਵੱਖ ਡੈਫੀਨੇਸ਼ਨਸ ਸਾਡੇ ਸਾਹਮਣੇ ਆਉਂਦੀਆਂ ਨੇ, ਜਿਵੇਂ ਕਿ ਅਮੈਰੀਕਨ ਮਾਰਕੀਟਿੰਗ ਐਸੋਸੀਏਸ਼ਨ ਦੀ ਡੈਫੀਨੇਸ਼ਨ ਕਹਿੰਦੀ ਆ ਬਜ਼ਾਰੀਕਰਨ ਤੋਂ ਭਾਵ ਉਹਨਾਂ ਵਪਾਰਕ ਗਤੀਵਿਧੀਆਂ ਦੇ ਸੰਚਾਲਨ ਤੋਂ ਹੈ ਜਿਹੜੀਆਂ ਉਤਪਾਦਕ ਤੋਂ ਗਾਹਕ ਵੱਲ ਵਸਤੂਆਂ ਅਤੇ ਸੇਵਾਵਾਂ ਦੇ ਪ੍ਰਵਾਹ ਨੂੰ ਨਿਰਦੇਸ਼ਿਤ ਕਰਦੀਆਂ ਨੇ। ਮਤਲਬ ਮਾਰਕੀਟਿੰਗ ਦੇ ਵਿੱਚ ਉਹ ਸਾਰੀਆਂ ਬਿਜ਼ਨਸ ਗਤੀਵਿਧੀਆਂ ਆ ਜਾਣਗੀਆਂ ਜਿਹਦੇ ਨਾਲ ਗੁੱਡਸ ਐਂਡ ਸਰਵਿਸਿਸ ਜਿਹੜੀਆਂ ਨੇ ਉਹ ਪ੍ਰੋਡਿਊਸਰ ਤੋਂ ਕੰਜ਼ਿਊਮਰ ਵੱਲ ਨੂੰ ਫਲੋ ਕਰਦੀਆਂ ਨੇ, ਚਲੇ ਜਾਂਦੀਆਂ ਨੇ। ਪ੍ਰੋਡਿਊਸਰ ਉਹਨਾਂ ਨੂੰ ਤਿਆਰ ਕਰਦਾ ਹੈ ਅਤੇ ਕੰਜ਼ਿਊਮਰ ਜਿਹੜੇ ਆ ਉਹਨਾਂ ਗੁੱਡਸ ਐਂਡ ਸਰਵਿਸਿਸ ਦੀ ਵਰਤੋਂ ਕਰਦੇ ਨੇ। ਉਹ ਸਾਰੀਆਂ ਗਤੀਵਿਧੀਆਂ ਬਿਜ਼ਨਸ ਦੀਆਂ ਜਿਹਦੇ ਰਾਹੀਂ ਇਹ ਸਾਰਾ ਕੁਛ ਸੰਭਵ ਹੁੰਦਾ, ਦੈਟ ਇਜ਼ ਬਜ਼ਾਰੀਕਰਨ ਜਾਂ ਮਾਰਕੀਟਿੰਗ। ਇਹ ਅਮੈਰੀਕਨ ਮਾਰਕੀਟਿੰਗ ਐਸੋਸੀਏਸ਼ਨ ਦੀ ਪਰਿਭਾਸ਼ਾ ਦੇ ਅਨੁਸਾਰ ਹੈ। ਫਿਰ ਵੀਲਰ ਨੇ ਡੈਫੀਨੇਸ਼ਨ ਦਿੱਤੀ ਹੈ ਬਜ਼ਾਰੀਕਰਨ ਦਾ ਸੰਬੰਧ ਉਹਨਾਂ ਸਾਰੇ ਸਾਧਨਾਂ ਗਤੀਵਿਧੀਆਂ ਨਾਲ ਹੁੰਦਾ ਹੈ ਜੋ ਉਤਪਾਦਕ ਤੋਂ ਗਾਹਕ ਵੱਲ ਵਸਤੂਆਂ ਅਤੇ ਸੇਵਾਵਾਂ ਦੇ ਪ੍ਰਵਾਹ ਵਿੱਚ ਸ਼ਾਮਲ ਹੁੰਦੀਆਂ ਨੇ। ਵੀਲਰ ਨੇ ਵੀ ਆਲਮੋਸਟ ਉਹੀ ਡੈਫੀਨੇਸ਼ਨ ਜਿਹੜੀ ਆ ਇਨ ਡਿਫਰੈਂਟ ਵਰਡਸ ਸੇਮ ਡੈਫੀਨੇਸ਼ਨ ਜਿਹੜੀ ਆ ਅਮੈਰੀਕਨ ਮਾਰਕੀਟਿੰਗ ਐਸੋਸੀਏਸ਼ਨ AMA ਦੀ ਉਹਨੂੰ ਹੀ ਲਿਆ ਆ। ਉਹ ਕਹਿੰਦਾ ਮਾਰਕੀਟਿੰਗ ਦਾ ਮਤਲਬ ਉਹਨਾਂ ਸਾਰੀਆਂ ਚੀਜ਼ਾਂ, ਉਹਨਾਂ ਗਤੀਵਿਧੀਆਂ, ਉਹਨਾਂ ਰਿਸੋਰਸਿਸ ਦੇ ਨਾਲ ਆ ਜਿਹਦੇ ਰਾਹੀਂ ਪ੍ਰੋਡਿਊਸਰ ਤੋਂ ਜਿਹੜੀਆਂ ਗੁੱਡਸ ਐਂਡ ਸਰਵਿਸਿਸ ਆ ਉਹ ਫਲੋ ਹੁੰਦੀਆਂ ਨੇ, ਕਿਹਦੇ ਵੱਲ ਨੂੰ ਉਹਨਾਂ ਦਾ ਬਹਾਵ ਹੁੰਦਾ ਆ, ਕੰਜ਼ਿਊਮਰ ਵੱਲ ਨੂੰ। ਹੁਣ ਫਿਲਿਪ ਕੋਟਲਰ ਦੀ ਡੈਫੀਨੇਸ਼ਨ ਦੇਖ ਲੈਂਦੇ ਹਾਂ ਜਿਨ੍ਹਾਂ ਨੂੰ ਮਾਰਕੀਟਿੰਗ ਦੇ ਫਾਦਰ ਦੇ ਨਾਮ ਤੋਂ ਵੀ ਜਾਣਿਆ ਜਾਂਦਾ। ਉਹ ਕਹਿੰਦੇ ਆ ਬਜ਼ਾਰੀਕਰਨ ਇੱਕ ਸਮਾਜਿਕ ਪ੍ਰਕਿਰਿਆ, ਇੱਕ ਸੋਸ਼ਲ ਪ੍ਰੋਸੈਸ ਆ ਜਿਹਦੇ ਰਾਹੀਂ ਵਿਅਕਤੀਆਂ ਦੇ ਸਮੂਹ ਕੁਝ ਭੁਗਤਾਨ ਕਰਕੇ, ਮਤਲਬ ਇਹਦੇ ਵਿੱਚ ਲੋਕਾਂ ਦਾ ਸਮੂਹ ਹੁੰਦਾ ਆ ਜਿਨ੍ਹਾਂ ਨੂੰ ਆਪਾਂ ਕਸਟਮਰਸ ਕਹਿ ਸਕਦੇ ਹਾਂ, ਉਹ ਕੁਛ ਪੈਸਾ ਦਿੰਦੇ ਆ ਜਾਂ ਕੁਛ ਪੇਮੈਂਟਸ ਕਰਦੇ ਆ ਅਤੇ ਆਪਣੀਆਂ ਲੋੜਾਂ ਅਤੇ ਇੱਛਾਵਾਂ ਅਨੁਸਾਰ ਕੁਝ ਪ੍ਰਾਪਤ ਕਰਦੇ ਨੇ ਅਤੇ ਇਸੇ ਤਰ੍ਹਾਂ ਦੂਸਰੇ ਨਾਲ ਅਜਿਹੇ ਉਤਪਾਦਾਂ ਅਤੇ ਸੇਵਾਵਾਂ ਦਾ ਵਟਾਂਦਰਾ ਕਰਦੇ ਹਨ ਜਿਨ੍ਹਾਂ ਦਾ ਉਹਨਾਂ ਲਈ ਮੁੱਲ ਹੁੰਦਾ ਹੈ। ਠੀਕ ਹੈ ਜੀ। ਅਤੇ ਮਤਲਬ ਇਹਦੇ ਵਿੱਚ ਲੈਣ ਦੇਣ ਦੀ ਗੱਲ ਕੀਤੀ ਗਈ ਹੈ ਅਤੇ ਇਹਨੂੰ ਇੱਕ ਸਮਾਜਿਕ ਪ੍ਰਕਿਰਿਆ ਦੇ ਤੌਰ 'ਤੇ ਦੇਖਣ ਦੀ ਫਿਲਿਪ ਕੋਟਲਰ ਵੱਲੋਂ ਕੋਸ਼ਿਸ਼ ਕੀਤੀ ਗਈ ਹੈ ਮਾਰਕੀਟਿੰਗ ਨੂੰ, ਅਤੇ ਇਹ ਡੈਫੀਨੇਸ਼ਨ ਵੀ ਤੁਸੀਂ ਚੇਤੇ ਕਰ ਸਕਦੇ ਹੋ। ਫਿਰ ਲਾਸਟ ਵਿੱਚ ਵਿਲੀਅਮ ਜੇ ਸਟੈਂਥਨ ਦੀ ਇੱਕ ਡੈਫੀਨੇਸ਼ਨ ਹੈ। ਵਿਲੀਅਮ ਜੇ ਸਟੈਂਟਨ ਜਿਹੜੇ ਆ ਉਹ ਕਹਿੰਦੇ ਆ ਬਜ਼ਾਰੀਕਰਨ ਵਪਾਰਕ ਗਤੀਵਿਧੀਆਂ ਦੀ ਇੱਕ ਪ੍ਰਣਾਲੀ ਆ ਜਿਸ ਨੂੰ ਲੋੜਾਂ ਦੀ ਪੂਰਤੀ ਕਰਨ ਵਾਲੀਆਂ ਵਸਤੂਆਂ ਸੇਵਾਵਾਂ ਨੂੰ ਵਰਤਮਾਨ ਅਤੇ ਸੰਭਾਵਿਤ ਗਾਹਕ ਲਈ ਨਿਯੋਜਿਤ ਕਰਨ, ਕੀਮਤ ਨਿਰਧਾਰਨ ਕਰਨ, ਪ੍ਰੋਤਸਾਹਿਤ ਕਰਨ ਅਤੇ ਵੰਡ ਕਰਨ ਲਈ ਡਿਜ਼ਾਈਨ ਕੀਤਾ ਗਿਆ ਹੈ। ਉਹਨਾਂ ਨੇ ਮਤਲਬ ਇਹਦੇ ਵਿੱਚ ਮਾਰਕੀਟਿੰਗ ਦੇ ਕੁਛ ਕੰਮ ਗਿਣਾ ਦਿੱਤੇ ਹੈਗੇ ਆ ਕਿ ਮਾਰਕੀਟਿੰਗ ਦੇ ਵਿੱਚ ਟੋਟਲੀ ਹੁੰਦਾ ਕੀ ਆ। ਕਹਿੰਦੇ ਇਹਦੇ ਵਿੱਚ ਇੱਕ ਪੂਰਾ ਸਿਸਟਮ ਤਿਆਰ ਕੀਤਾ ਜਾਂਦਾ ਬਿਜ਼ਨਸ ਐਕਟੀਵਿਟੀਜ਼ ਦਾ, ਜਿਹਦੇ ਰਾਹੀਂ ਗੁੱਡਸ ਦੀ ਪਲੈਨਿੰਗ ਕੀਤੀ ਜਾਂਦੀ ਹੈ, ਕਿਹੜੇ ਗੁੱਡਸ ਬਣਾਉਣੇ ਆ, ਉਹਨਾਂ ਨੂੰ ਕਿਸ ਤਰ੍ਹਾਂ ਡਿਜ਼ਾਈਨ ਕਰਨਾ, ਫਿਰ ਉਹਦਾ ਪ੍ਰਾਈਸ ਕੀ ਰੱਖਣਾ ਹੈ, ਉਹਨਾਂ ਨੂੰ ਪ੍ਰਮੋਟ ਕਿੱਦਾਂ ਕਰਨਾ ਅਤੇ ਵੰਡਣਾ ਕਿੱਦਾਂ ਆ, ਅਤੇ ਕਿਹਨਾਂ ਨੂੰ ਜਿਹੜੇ ਮੌਜੂਦਾ ਕਸਟਮਰਸ ਆ ਅਤੇ ਜਿਹੜੇ ਪੋਟੈਂਸ਼ੀਅਲ ਮਤਲਬ ਜਿਹੜੇ ਭਵਿੱਖ ਦੇ ਸਾਡੇ ਕਸਟਮਰਸ ਹੋ ਸਕਦੇ ਉਹਨਾਂ ਵਾਸਤੇ ਇਹ ਸਾਰਾ ਕੁਛ ਜਿਹੜਾ ਆ ਕੀਤਾ ਜਾਂਦਾ ਆ ਮਾਰਕੀਟਿੰਗ ਦੇ ਵਿੱਚ। ਅਤੇ ਇੱਕ ਸਮੁੱਚੀ ਪ੍ਰਣਾਲੀ, ਇੱਕ ਪ੍ਰੋਪਰ ਸਿਸਟਮ ਆ ਜਿਹਦੇ ਵਿੱਚ ਸਾਰੀਆਂ ਬਿਜ਼ਨਸ ਐਕਟੀਵਿਟੀਜ਼ ਜਿਹੜੀਆਂ ਨੇ ਇਸ ਤਰੀਕੇ ਨਾਲ ਡਿਜ਼ਾਈਨ ਕੀਤੀਆਂ ਜਾਂਦੀਆਂ ਨੇ ਤਾਂ ਜੋ ਜਿਹੜੇ ਗੁੱਡਸ ਨੇ ਜਾਂ ਸਰਵਿਸਿਸ ਨੇ ਉਹਨਾਂ ਨੂੰ ਪਲੈਨ ਕੀਤਾ ਜਾ ਸਕੇ, ਉਹਨਾਂ ਦੀ ਪ੍ਰਾਈਜ਼ਿੰਗ ਕੀਤੀ ਜਾ ਸਕੇ, ਉਹਨਾਂ ਦੀ ਮਸ਼ਹੂਰੀ ਕੀਤੀ ਜਾ ਸਕੇ, ਉਹਨਾਂ ਨੂੰ ਵੰਡਿਆ ਜਾ ਸਕੇ
ਅਤੇ ਉਹਦੇ ਰਾਹੀਂ ਲੋਕਾਂ ਦੇ ਜਿਹੜੇ ਪ੍ਰੈਜ਼ੈਂਟ ਸਾਡੇ ਕਸਟਮਰਸ ਹੈਗੇ ਆ ਅਤੇ ਜਿਹੜੇ ਫਿਊਚਰ ਦੇ ਕਸਟਮਰਸ ਹੋਣ ਵਾਲੇ ਆ ਉਹਨਾਂ ਦੀ ਜਿਹੜੀ ਲੋੜਾਂ ਹੈ ਉਹਨਾਂ ਦੀ ਪੂਰਤੀ ਜਾਂ ਉਹਨਾਂ ਨੂੰ ਸੰਤੁਸ਼ਟੀ ਪ੍ਰਦਾਨ ਕੀਤੀ ਜਾ ਸਕੇ। ਅਤੇ ਇਹਨਾਂ ਸਾਰੀਆਂ ਹੀ ਪਰਿਭਾਸ਼ਾਵਾਂ ਨੂੰ ਆਪਾਂ ਦੇਖ ਸਕਦੇ ਹਾਂ ਕਿ ਮਾਰਕੀਟਿੰਗ ਇੱਕ ਬਹੁਤ ਹੀ ਵਿਲੱਖਣ ਅਤੇ ਬਹੁਪੱਖੀ ਮਤਲਬ ਮਲਟੀ ਡਾਈਮੈਂਸ਼ਨਲ ਅਤੇ ਵਿਲੱਖਣ ਮਤਲਬ ਇੱਕ ਬਹੁਤ ਹੀ ਡਿਫਰੈਂਟ ਜਾਂ ਸਪੈਸ਼ਲ ਤਰ੍ਹਾਂ ਦੀ ਇੱਕ ਐਕਟੀਵਿਟੀ ਜਾਂ ਪ੍ਰੋਸੈਸ ਆ। ਇਹ ਵਸਤੂਆਂ ਅਤੇ ਸੇਵਾਵਾਂ ਦੇ ਉਤਪਾਦਕ ਆ, ਮਤਲਬ ਜਿਹੜੇ ਲੋਕ ਵਸਤੂਆਂ ਸੇਵਾਵਾਂ ਨੂੰ ਬਣਾ ਰਹੇ ਨੇ ਉਹਨਾਂ ਤੋਂ ਲੈ ਕੇ ਜਿਨ੍ਹਾਂ ਨੂੰ ਇਹ ਵਸਤੂਆਂ ਸੇਵਾਵਾਂ ਨੂੰ ਵਰਤਣਾ ਹੈਗਾ ਆ ਉਹਨਾਂ ਤੱਕ ਇਹ ਜਿਹੜੀਆਂ ਵਸਤੂਆਂ ਸੇਵਾਵਾਂ ਨੂੰ ਪਹੁੰਚਾਉਂਦੀ ਆ। ਮਾਰਕੀਟਿੰਗ ਦੇ ਰਾਹੀਂ ਇਹ ਸਾਰਾ ਕੁਛ ਹੁੰਦਾ ਆ ਅਤੇ ਉਹਦੇ ਰਾਹੀਂ ਜਿਹੜਾ ਉਤਪਾਦਕ ਹੈ ਉਹਨਾਂ ਨੂੰ ਲਾਭ ਪ੍ਰਾਪਤ ਹੁੰਦਾ ਹੈ ਅਤੇ ਜਿਹੜੇ ਕਸਟਮਰਸ ਹੈ ਉਹਨਾਂ ਨੂੰ ਸੰਤੁਸ਼ਟੀ ਜਾਂ ਸੈਟਿਸਫੈਕਸ਼ਨ ਮਿਲਦੀ ਹੈਗੀ ਹੈ ਇਸ ਸਾਰੀ ਪ੍ਰਕਿਰਿਆ ਤੋਂ। ਅਤੇ ਇਸ ਤਰੀਕਾ ਮਾਰਕੀਟਿੰਗ ਦਾ ਮੀਨਿੰਗ ਡੈਫੀਨੇਸ਼ਨ ਅਤੇ ਇਹਨੂੰ ਚੰਗੀ ਤਰ੍ਹਾਂ ਤੁਸੀਂ ਸਾਰਿਆਂ ਨੇ ਪੜ੍ਹ ਲੈਣਾ। ਉਸ ਤੋਂ ਬਾਅਦ ਨੈਕਸਟ ਆਉਂਦਾ ਹੈ ਮਾਰਕੀਟਿੰਗ ਦਾ ਜਿਹੜਾ ਸਿਸਟਮ ਆ ਉਹ ਇੱਥੇ ਦੱਸਿਆ ਗਿਆ, ਫਿਲਿਪ ਕੋਟਲਰ ਦੇ ਦੁਆਰਾ ਹੀ ਦੱਸਿਆ ਗਿਆ। ਉਹ ਕਹਿੰਦੇ ਮਾਰਕੀਟਿੰਗ ਦੇ ਵਿੱਚ 10 ਅਜਿਹੀਆਂ ਇਕਾਈਆਂ ਹਨ ਜਿਨ੍ਹਾਂ ਦਾ ਬਜ਼ਾਰੀਕਰਨ ਕੀਤਾ ਜਾ ਸਕਦਾ। ਉਹ ਕਹਿੰਦੇ 10 ਇੱਦਾਂ ਦੀਆਂ ਚੀਜ਼ਾਂ ਜਿਨ੍ਹਾਂ ਦਾ ਬਜ਼ਾਰੀਕਰਨ ਕੀਤਾ ਜਾ ਸਕਦਾ। ਉਹ ਆਲਰੇਡੀ ਆਪਾਂ ਦੇਖ ਵੀ ਚੁੱਕੇ ਹਾਂ ਟਾਈਪ ਆਫ ਪ੍ਰੋਡਕਟਸ ਦੇ ਵਿੱਚ ਉਤਪਾਦ, ਸੇਵਾਵਾਂ, ਸਪੈਸ਼ਲ ਓਕੇਜ਼ਨਸ, ਐਕਸਪੀਰੀਅੰਸ, ਵਿਅਕਤੀ, ਸਥਾਨ ਮਤਲਬ ਲੋਕੇਸ਼ਨ ਜਾਂ ਪਲੇਸ, ਸੰਪਤੀ, ਐਸੈਟਸ ਜਾਂ ਆਪਣੇ ਪ੍ਰੋਪਰਟੀ, ਸੰਗਠਨ, ਆਰਗੇਨਾਈਜੇਸ਼ਨ, ਵਿਚਾਰ ਮਤਲਬ ਥੋਟ ਅਤੇ ਜਾਣਕਾਰੀ ਮਤਲਬ ਇਨਫੋਰਮੇਸ਼ਨ। ਇਹਨਾਂ ਸਾਰੀਆਂ ਚੀਜ਼ਾਂ ਦਾ ਬਜ਼ਾਰੀਕਰਨ ਅੱਜ ਕੱਲ੍ਹ ਹੁੰਦਾ ਵੀ ਹੈ ਅਤੇ ਕੀਤਾ ਵੀ ਜਾਂਦਾ ਹੈ। ਤੁਸੀਂ ਦੇਖਦੇ ਹੋ ਅੱਜ ਕੱਲ੍ਹ ਕਿਸੇ ਵੀ ਚੀਜ਼ ਦੀ ਮਾਰਕੀਟਿੰਗ ਜਿਹੜੀ ਹੈ ਉਹ ਕੀਤੀ ਜਾ ਸਕਦੀ ਹੈ। ਉਹਦੇ ਵਿੱਚ ਸਿਰਫ ਗੁੱਡਸ ਐਂਡ ਸਰਵਿਸਿਜ਼ ਹੀ ਨਹੀਂ ਆ, ਹਰ ਇੱਕ ਚੀਜ਼ ਜਿਹਨੂੰ ਵੀ ਆਪਾਂ ਚਾਹੁੰਦੇ ਹਾਂ ਕਿ ਬਹੁਤ ਦੁਨੀਆ ਦੇ ਲੋਕਾਂ ਤੱਕ ਪਹੁੰਚੇ ਤਾਂ ਉਹਦੀ ਇੱਕ ਮੰਗ ਕ੍ਰੀਏਟ ਹੋਵੇ ਅਤੇ ਉਹਦੀ ਮਾਰਕੀਟਿੰਗ ਆਪਾਂ ਕਰ ਸਕਦੇ ਹਾਂ। ਚਾਹੇ ਉਹ ਕੋਈ ਵਿਅਕਤੀ ਹੀ ਕਿਉਂ ਨਾ ਹੋਵੇ, ਚਾਹੇ ਉਹ ਕੋਈ ਤੁਹਾਡਾ ਤਜਰਬਾ ਹੀ ਕਿਉਂ ਨਾ ਹੋਵੇ। ਅੱਜ ਕੱਲ੍ਹ ਤੁਸੀਂ ਦੇਖਦੇ ਹੋ ਕਿੰਨੇ ਯੂਟਿਊਬ ਚੈਨਲਸ ਜਿਹੜੇ ਆ ਯੂਟਿਊਬ ਦੇ ਉੱਤੇ ਅਲੱਗ-ਅਲੱਗ ਲੋਕਾਂ ਨੇ ਆਪਣੇ ਬਣਾਏ ਹੋਏ ਨੇ ਜਿਹਦੇ ਵਿੱਚ ਆਪਣੇ ਅਨੁਭਵ ਸ਼ੇਅਰ ਕਰਦੇ ਆ। ਕੋਈ ਵਿਅਕਤੀ ਨੂੰ ਪ੍ਰਮੋਟ ਕੀਤਾ ਜਾਂਦਾ ਕਿਸੇ ਸਥਾਨ ਵਾਸਤੇ, ਉਹਦੀ ਪ੍ਰਮੋਸ਼ਨ ਵਾਸਤੇ ਜਾਂ ਉਹਦੀ ਮਾਰਕੀਟਿੰਗ ਵਾਸਤੇ। ਕੋਈ ਚੀਜ਼ ਦੀ ਮਾਰਕੀਟਿੰਗ ਕੀਤੀ ਜਾਂਦੀ, ਕੋਈ ਸੰਸਥਾ ਦੀ ਕੋਈ ਵਿਚਾਰ ਜਾਂ ਕੋਈ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ ਅਤੇ ਉਹਦੇ ਨਾਲ ਉਹਦੀ ਮਾਰਕੀਟਿੰਗ ਦੇ ਰਾਹੀਂ ਬਹੁਤੇ ਲੋਕਾਂ ਤੱਕ ਉਹ ਜਾਣਕਾਰੀ ਜਿਹੜੀ ਹੈ ਪਹੁੰਚਾਈ ਜਾ ਸਕਦੀ ਹੈ। ਅਤੇ ਚਾਰਟ ਰਾਹੀਂ ਵੀ ਉਹਨਾਂ ਨੇ ਇਹਨਾਂ ਵਪਾਰ ਦੀਆਂ ਇਕਾਈਆਂ ਦਾ ਬਜ਼ਾਰੀਕਰਨ ਦੀ ਜਿਹੜੀ ਪੂਰੀ ਸਿਸਟਮ ਆ, ਮਾਰਕੀਟਿੰਗ ਦੀ ਪੂਰੀ ਪ੍ਰਣਾਲੀ ਆ, ਉਹਨੂੰ ਇਸ ਚਾਰਟ ਰਾਹੀਂ ਉਹਨਾਂ ਨੇ ਦਰਸਾਉਣ ਦੀ ਵੀ ਕੋਸ਼ਿਸ਼ ਕੀਤੀ ਹੈ। ਅਗਰ ਤੁਸੀਂ ਇਸ ਚਾਰਟ ਨੂੰ ਦੇਖੋਗੇ ਇਹਦੇ ਵਿੱਚ 2 ਧਿਰਾਂ ਹੈਗੀਆਂ, ਇੱਕ ਤਾਂ ਉਦਯੋਗ ਹੈ, ਇੰਡਸਟਰੀਜ਼ ਹੈਗੀਆਂ ਨੇ ਜੋ ਕਿ ਵਿਕਰੇਤਾਵਾਂ ਦਾ ਸਮੂਹ ਆ, ਸੈਲਰਸ ਦਾ ਗਰੁੱਪ ਆ, ਅਤੇ ਦੂਜੇ ਬੰਨੇ ਬਾਜ਼ਾਰ ਆ ਜਿੱਥੇ ਕਿ ਸਾਰੇ ਖਰੀਦਦਾਰ ਇਕੱਠੇ ਹੋਏ ਨੇ ਸਮਾਨ ਖਰੀਦਣ ਵਾਸਤੇ। ਇਹਨਾਂ ਦੇ ਵਿਚਕਾਰ ਸੰਚਾਰ ਹੁੰਦਾ ਆ। ਪਹਿਲੋਂ ਤਾਂ ਸੰਚਾਰ ਦੇ ਰਾਹੀਂ ਜਾਣਕਾਰੀ ਪ੍ਰਾਪਤ ਹੁੰਦੀ ਹੈ। ਸੰਚਾਰ ਇਸ ਤਰੀਕੇ ਨਾਲ ਮਤਲਬ ਇਹਨਾਂ ਨਾਲ ਗੱਲਬਾਤ ਕੀਤੀ ਜਾਂਦੀ ਹੈ। ਇੰਡਸਟਰੀਜ਼, ਕੰਪਨੀਜ਼ ਵਗੈਰਾ ਇਹਨਾਂ ਨਾਲ ਗੱਲ ਕਰਦੀਆਂ ਨੇ ਖਰੀਦਦਾਰਾਂ ਦਾ ਨਾਲ, ਜਾਂ ਉਹਨਾਂ ਦੀ ਇੰਟਰਵਿਊਜ਼ ਵਗੈਰਾ ਲੈਂਦੀਆਂ ਨੇ, ਜਾਂ ਕਿਸੇ ਤਰੀਕੇ ਨਾਲ ਵੀ ਰਿਸਰਚ ਕਰਕੇ ਉਹਨਾਂ ਤੋਂ ਜਾਣਕਾਰੀ ਹਾਸਿਲ ਕਰਦੀਆਂ ਨੇ ਕਿ ਉਹਨਾਂ ਨੂੰ ਕੀ ਚਾਹੀਦਾ ਹੈਗਾ, ਮਤਲਬ ਕਿਸ ਤਰ੍ਹਾਂ ਦੀਆਂ ਉਹ ਵਸਤੂਆਂ ਸੇਵਾਵਾਂ ਜਿਹੜੀਆਂ ਨੇ ਉਹ ਚਾਹੁੰਦੇ ਹੈਗੇ ਨੇ। ਅਤੇ ਉਸ ਤਰ੍ਹਾਂ ਦੀਆਂ ਵਸਤੂਆਂ ਸੇਵਾਵਾਂ ਜਿਹੜੀਆਂ ਬਣਾਈਆਂ ਜਾਂਦੀਆਂ ਨੇ ਫਿਰ ਇਹਨਾਂ ਨੂੰ ਦਿੱਤੀਆਂ ਜਾਂਦੀਆਂ ਨੇ। ਉਹਦੇ ਬਦਲੇ ਮੁਦਰਾ ਜਾਂ ਮਨੀ ਜਿਹੜੀ ਆ ਲਾਭ ਦੀ ਸ਼ਕਲ 'ਚ ਪ੍ਰਾਪਤ ਕੀਤੀ ਜਾਂਦੀ ਹੈ ਇਹਨਾਂ ਉਦਯੋਗਾਂ ਦੇ ਦੁਆਰਾ। ਅਤੇ ਇਹ ਇੱਕ ਚਾਰਟ ਹੈ ਜਿਹੜਾ ਕਿ ਤੁਸੀਂ ਇੱਥੇ ਪੇਸ਼ ਕਰ ਸਕਦੇ ਹੋ ਮਾਰਕੀਟਿੰਗ ਦੇ ਸਿਸਟਮ ਨੂੰ ਡਿਸਕ੍ਰਾਈਬ ਕਰਨ ਵਾਸਤੇ। ਫਿਰ ਇਸ ਤੋਂ ਬਾਅਦ ਸ਼ੁਰੂ ਹੋ ਜਾਂਦੇ ਆ ਉਹੀ ਜਿਹੜੀਆਂ ਆਪਣਾ ਕਾਮਨ ਚੀਜ਼ਾਂ ਜਿਹੜੀਆਂ ਹਰ ਆਪਾਂ ਬਿਜ਼ਨਸ ਸਟੱਡੀਜ਼ ਦੇ ਲੈਕਚਰ ਦੇ ਵਿੱਚ ਪੜ੍ਹਦੇ ਹਾਂ, ਟੌਪਿਕ ਦੇ ਵਿੱਚ ਪੜ੍ਹਦੇ ਹਾਂ। ਬਜ਼ਾਰੀਕਰਨ ਦੀਆਂ ਮਾਰਕੀਟਿੰਗ ਦੀਆਂ ਖਾਸ ਗੱਲਾਂ ਕੀ ਆ, ਇਹਦੇ ਨਾਲ ਮੇਜਰਲੀ ਤਾਂ ਆਪਾਂ ਗੱਲਾਂ ਡਿਸਕਸ ਕਰ ਹੀ ਲਈਆਂ। ਅਗਰ ਆਪਾਂ ਕੁਛ ਗੱਲਾਂ ਕਰੀਏ ਕਿ ਇਹਦੇ ਰਾਹੀਂ ਜਿਹੜੀਆਂ ਗੁੱਡਸ ਐਂਡ ਸਰਵਿਸਿਸ ਹੈ ਉਹਨਾਂ ਦਾ ਮੂਵਮੈਂਟ ਹੁੰਦਾ ਆ, ਵਸਤੂਆਂ ਦਾ ਹਸਤਾਂਤਰਨ ਹੁੰਦਾ ਆ ਉਤਪਾਦਕਾਂ ਤੋਂ ਗ੍ਰਾਹਕਾਂ ਵੱਲ ਨੂੰ। ਇਹਦੇ ਨਾਲ ਗ੍ਰਾਹਕਾਂ ਦੀਆਂ ਜਿਹੜੀਆਂ ਨੀਡਸ ਅਤੇ ਵਾਂਟਸ ਮਤਲਬ ਜ਼ਰੂਰਤਾਂ ਅਤੇ ਇੱਛਾਵਾਂ ਜਿਹੜੀਆਂ ਨੇ ਪੂਰੀਆਂ ਹੁੰਦੀਆਂ ਨੇ। ਇਹਦੇ ਵਿੱਚ ਜਿਹੜੀਆਂ ਚੀਜ਼ਾਂ ਜਿਹੜੀਆਂ ਨੇ ਉਹ ਪੇਸ਼ ਕੀਤੀਆਂ ਜਾਂਦੀਆਂ ਨੇ, ਬਾਜ਼ਾਰ ਪੇਸ਼ਕਸ਼ ਮਤਲਬ ਮਾਰਕੀਟ ਆਫਰਿੰਗ ਕੀਤੀਆਂ ਜਾਂਦੀਆਂ ਨੇ। ਮਤਲਬ ਕੋਈ ਵੀ ਗਾਹਕ ਜਿਹੜਾ ਉਹਦੀਆਂ ਲੋੜਾਂ ਅਨੁਸਾਰ ਉਹਨੂੰ ਉਤਪਾਦ ਜਿਹੜੀਆਂ ਆ ਪ੍ਰੋਡਕਟਸ ਜਿਹੜੀਆਂ ਉਹਦੀਆਂ ਅਲੱਗ-ਅਲੱਗ ਜੋ ਉਹਦੇ ਵਿੱਚ ਕੁਆਲਿਟੀਜ਼ ਹੈਗੀਆਂ ਨੇ ਉਹਦੇ ਬਾਰੇ ਉਹਨਾਂ ਨੂੰ ਜਾਣਕਾਰੀ ਪ੍ਰਦਾਨ ਕੀਤੀ ਜਾਂਦੀ ਹੈ। ਜਿਵੇਂ ਕਿਸੇ ਨੇ ਲੈਪਟਾਪ ਖਰੀਦਣਾ ਹੈ ਅਤੇ ਉਹਦੇ ਸੰਬੰਧੀ ਉਹਨੂੰ ਜਾਣਕਾਰੀ ਕੀ ਦਿੱਤੀ ਜਾਂਦੀ ਹੈ ਕਿ ਇਹਦੇ ਵਿੱਚ ਕਿੰਨੀ ਰੈਮ ਆ, ਮੈਮਰੀ ਕਿੰਨੀ ਆ, ਹਾਰਡ ਡਿਸਕ ਕਿੰਨੀ ਹੈ, ਐਕਸੈਸਰੀਜ਼ ਜਾਂ ਮੋਨੀਟਰ ਦਾ ਆਕਾਰ, ਕਿੰਨੀ ਕੀਮਤ ਹੈ ਉਹਦੀ, ਕਿੱਥੋਂ ਕਿੱਥੋਂ ਇਹ ਮਿਲੂਗਾ, ਇਹ ਸਾਰੀ ਜਾਣਕਾਰੀ ਇਹਦੇ ਰਾਹੀਂ ਪ੍ਰਦਾਨ ਕੀਤੀ ਜਾਂਦੀ ਹੈ। ਫਿਰ ਜੋ ਵੀ ਮਾਰਕੀਟਿੰਗ ਦੇ ਵਿੱਚ ਵਸਤੂਆਂ ਖਰੀਦੀਆਂ ਵੇਚੀਆਂ ਜਾਂਦੀਆਂ ਉਹਨਾਂ ਦਾ ਕੋਈ ਮੁੱਲ ਹੁੰਦਾ ਕਸਟਮਰ ਵਾਸਤੇ, ਤਾਂ ਹੀ ਉਹਨਾਂ ਦੀ ਖਰੀਦ ਜਾਂ ਵਿਕਰੀ ਹੁੰਦੀ ਆ। ਇਹ ਮਾਰਕੀਟਿੰਗ ਇੱਕ
ਵਟਾਂਦਰਾ ਪ੍ਰਣਾਲੀ ਹੈ, ਐਕਸਚੇਂਜ ਸਿਸਟਮ ਆ। ਵਸਤੂਆਂ ਅਤੇ ਸੇਵਾਵਾਂ ਦਾ ਜਿਹੜਾ ਆ ਵਟਾਂਦਰਾ ਹੁੰਦਾ ਹੈ ਮੁਦਰਾ ਦੇ ਸ਼ਕਲ ਦੇ ਵਿੱਚ, ਮਤਲਬ ਉਹਦੇ ਬਦਲੇ ਲੈਣ ਦੇਣ ਹੁੰਦਾ ਆ, ਪੈਸੇ ਦਾ ਲੈਣ ਦੇਣ ਹੁੰਦਾ ਆ, ਸਮਾਨ ਦਾ ਲੈਣ ਦੇਣ ਹੁੰਦਾ ਆ। ਇਹਦੇ ਵਿੱਚ ਉਤਪਾਦਕ ਅਤੇ ਗ੍ਰਾਹਕ ਜਿਹੜੇ ਆ ਉਹ ਪ੍ਰਤੱਖ ਰੂਪ ਦੇ ਵਿੱਚ ਇੱਕ ਦੂਜੇ ਦੇ ਆਉਂਦੇ ਆ, ਨੇੜੇ ਆਉਂਦੇ ਆ, ਜਾਂ ਕਿਸੇ ਵਿਚੋਲੀਆਂ ਦੇ ਰਾਹੀਂ ਵੀ ਇਹ ਸਾਰਾ ਕੁਛ, ਏਜੰਟਸ ਦੇ ਰਾਹੀਂ ਵੀ ਇਹ ਸਾਰਾ ਕੁਛ ਹੋ ਸਕਦਾ ਹੈ। ਵਟਾਂਦਰਾ ਪ੍ਰਣਾਲੀ ਜਿਹੜੀ ਐਕਸਚੇਂਜ ਸਿਸਟਮ ਆ ਉਹ ਬਾਜ਼ਾਰੀਕਰਨ ਦੀ ਉਹਨੂੰ ਸੋਲ ਜਾਂ ਰੂਹ ਆਖਿਆ ਜਾਂਦਾ ਹੈ। ਅਤੇ ਜੋ ਵੀ ਇਹ ਮਾਰਕੀਟਿੰਗ ਦੀ ਪੂਰੀ ਪ੍ਰੋਸੈਸ ਆ ਇੱਕ ਬਹੁ ਪੱਖੀ ਜਾਂ ਮਲਟੀ ਡਾਈਮੈਂਸ਼ਨਲ ਆ। ਇਹਦੇ ਵਿੱਚ ਬਹੁਤ ਸਾਰੀਆਂ ਗਤੀਵਿਧੀਆਂ ਸ਼ਾਮਲ ਹੈ, ਮਤਲਬ ਮਾਰਕੀਟ ਰਿਸਰਚ ਤੋਂ ਲੈ ਕੇ ਪ੍ਰੋਡਕਟ ਨੂੰ ਕਿੱਦਾਂ ਪਲਾਨ ਕਰਨਾ ਹੈ, ਉਹਦੀ ਗ੍ਰੇਡਿੰਗ ਕਿੱਦਾਂ ਕਰਨੀ ਹੈ, ਉਹਦੀ ਬ੍ਰਾਂਡਿੰਗ ਕਿੱਦਾਂ ਕਰਨੀ ਹੈ, ਉਹਦੀ ਪੈਕੇਜਿੰਗ, ਲੇਬਲਿੰਗ, ਕੀਮਤ, ਪ੍ਰਾਈਸ ਡਿਟਰਮੀਨੇਸ਼ਨ, ਬਹੁਤ ਸਾਰੀਆਂ ਇਹਦੀਆਂ ਗਤੀਵਿਧੀਆਂ ਮਾਰਕੀਟਿੰਗ ਦੇ ਵਿੱਚ ਸ਼ਾਮਲ ਆ। ਹੁਣ ਅੱਗੇ ਟੌਪਿਕ ਆਉਂਦਾ ਆ, ਇਹ ਮਾਰਕੀਟਿੰਗ ਦੇ ਫੀਚਰਸ ਸਨ। ਨੈਕਸਟ ਆਉਂਦਾ ਆ ਕਿ ਮਾਰਕੀਟਿੰਗ ਐਂਡ ਸੈਲਿੰਗ ਦੇ ਵਿੱਚ ਕੀ ਡਿਫਰੈਂਸ ਆ। ਇਹ ਸੁਣਨ ਨੂੰ ਦੋਨੋਂ ਸ਼ਬਦ ਇੱਕ ਜਿਹੇ ਹੀ ਲੱਗਦੇ ਆ। ਮਾਰਕੀਟਿੰਗ ਮਤਲਬ ਚੀਜ਼ਾਂ ਨੂੰ ਮਾਰਕੀਟ 'ਚ ਲੈ ਕੇ ਜਾਣਾ, ਉਹਨੂੰ ਵੇਚਣਾ, ਅਤੇ ਸੈਲਿੰਗ ਤਾਂ ਹੁੰਦਾ ਹੀ ਵੇਚਣਾ ਹੈ। ਅਤੇ ਇਹਨਾਂ ਧਾਰਨਾਵਾਂ ਨੂੰ ਕਈ ਵਾਰ ਇੱਕ ਸਮਾਨ ਹੀ ਮੰਨ ਲਿਆ ਜਾਂਦਾ, ਜਦਕਿ ਇਹ ਦੋਨੋਂ ਅੱਡ ਅੱਡ ਆ। ਮਾਰਕੀਟਿੰਗ ਤਾਂ ਬਹੁਤ ਵੱਡੀ ਚੀਜ਼ ਹੈ, ਸੈਲਿੰਗ ਉਹਦਾ ਪਾਰਟ ਆ। ਠੀਕ ਹੈ, ਸੈਲਿੰਗ ਇਜ਼ ਜਸਟ ਅ ਪਾਰਟ ਆਫ ਮਾਰਕੀਟਿੰਗ। ਅਤੇ ਮਾਰਕੀਟਿੰਗ ਦੇ ਵਿੱਚ ਅਸੀਂ ਸਿਰਫ ਚੀਜ਼ਾਂ ਨੂੰ ਵੇਚਦੇ ਨਹੀਂ ਹਾਂ, ਸਗੋਂ ਸਾਡਾ ਮੇਨ ਇਸ਼ੂ ਹੁੰਦਾ ਆ ਕਿ ਅਸੀਂ ਕਸਟਮਰ ਨੂੰ ਬਿਹਤਰ ਚੀਜ਼ ਦੇਣੀ ਆ, ਅੱਛੇ ਤਰੀਕੇ ਨਾਲ ਉਹਨੂੰ ਸੇਲ ਕਰਨਾ ਹੈ, ਅਤੇ ਬਾਅਦ ਵਿੱਚ ਵੀ ਉਹਨੂੰ ਸਰਵਿਸ ਪ੍ਰੋਵਾਈਡ ਕਰਨੀ ਹੈ, ਈਵਨ ਆਫਟਰ ਸੈਲਿੰਗ। ਆਫਟਰ ਸੇਲ ਸਰਵਿਸ ਬੜਾ ਇੰਪੋਰਟੈਂਟ ਰੋਲ ਪਲੇ ਕਰਦੀ ਹੈ ਇਨ ਮਾਰਕੀਟਿੰਗ। ਅਗਰ ਤੁਸੀਂ ਆਪਣੇ ਕਸਟਮਰ ਨੂੰ ਸੈਟਿਸਫਾਈ ਕਰ ਪਾ ਰਹੇ ਹੋ, ਉਹਨਾਂ ਨੂੰ ਜੋ ਉਹਨਾਂ ਦੀ ਡਿਮਾਂਡ ਹੈ ਉਹਦੇ ਅਕੋਰਡਿੰਗ ਤੁਸੀਂ ਉਹਨਾਂ ਨੂੰ ਪ੍ਰੋਡਕਟਸ ਮੁਹੱਈਆ ਕਰਵਾ ਪਾ ਰਹੇ ਹੋ ਅਤੇ ਫੈਸਿਲੀਟੇਟ ਕਰ ਰਹੇ ਹੋ, ਅਤੇ ਉਹਦੇ ਨਾਲ ਉਹਨਾਂ ਨੂੰ ਜਿਹੜਾ ਆ ਸੈਟਿਸਫੈਕਸ਼ਨ ਮਿਲਦੀ ਆ, ਅਤੇ ਉਹ ਰਿਪੀਟ ਸੇਲ ਜਿਹੜੀ ਆ, ਬਾਰ-ਬਾਰ ਤੁਹਾਡੇ ਪ੍ਰੋਡਕਟਸ ਦੀ ਰਿਪੀਟ ਸੇਲਸ ਜਿਹੜੀ ਆ ਉਹ ਵੱਧਦੀ ਆ। ਅਤੇ ਹਰੇਕ ਔਰਗਨਾਈਜੇਸ਼ਨ, ਹਰੇਕ ਕੰਪਨੀ ਜਾਂ ਬਿਜ਼ਨਸ ਦਾ ਇਹੀ ਮੋਟਿਵ ਹੈ ਕਿ ਉਹਨਾਂ ਦੀ ਸੇਲਸ ਜ਼ਿਆਦਾ ਤੋਂ ਜ਼ਿਆਦਾ ਹੋਵੇ, ਜਿਹਦੇ ਕਰਕੇ ਉਹਨਾਂ ਦੇ ਪ੍ਰੋਫਿਟਸ ਜਿਹੜੇ ਨੇ ਉਹ ਇੰਪਰੂਵ ਹੋਣ। ਅਤੇ ਮਾਰਕੀਟਿੰਗ ਇਜ਼ ਵੈਰੀ ਇੰਪੋਰਟੈਂਟ ਫॉर ਆਲ ਦਿਸ ਥਿੰਗ। ਹੁਣ ਮਾਰਕੀਟਿੰਗ ਅਤੇ ਸੈਲਿੰਗ ਦਾ ਜਿਹੜਾ ਕੰਮ ਡਿਫਰੈਂਸ ਆ ਉਹ ਕੀ ਆ, ਮੈਂ ਤੁਹਾਨੂੰ ਆਲਰੇਡੀ ਦੱਸਤਾ ਕਿ ਮਾਰਕੀਟਿੰਗ ਸੈਲਿੰਗ ਤੋਂ ਕਿਤੇ ਵੱਡੀ ਧਾਰਨਾ ਆ। ਸੈਲਿੰਗ ਇਜ਼ ਜਸਟ ਅ ਪਾਰਟ ਆਫ ਮਾਰਕੀਟਿੰਗ। ਸੈਲਿੰਗ ਦੇ ਵਿੱਚ ਮੇਨ ਮੋਟਿਵ ਇਹੀ ਹੈ ਕਿ ਅਸੀਂ ਸਮਾਨ ਬਣਾ ਲਿਆ ਅਤੇ ਉਹਨੂੰ ਵੇਚਣਾ ਆ, ਲੇਕਿਨ ਮਾਰਕੀਟਿੰਗ ਦੇ ਵਿੱਚ ਅਸੀਂ ਜਦ ਸਮਾਨ ਬਣਾਉਣਾ ਹੈ ਉਸ ਤੋਂ ਪਹਿਲਾਂ ਅਸੀਂ ਕਸਟਮਰ, ਜਿਹੜੇ ਸਾਡੇ ਟਾਰਗੇਟ ਆਡੀਅੰਸ ਆ, ਜਿਨ੍ਹਾਂ ਨੂੰ ਅਸੀਂ ਸਮਾਨ ਸੇਲ ਕਰਨਾ, ਉਹਨਾਂ ਦੇ ਬਾਰੇ ਚੰਗੀ ਤਰ੍ਹਾਂ ਜਾਣ ਪਛਾਣ ਕੀਤੀ ਜਾਂਦੀ ਹੈ, ਖੋਜਬੀਨ ਕੀਤੀ ਜਾਂਦੀ ਹੈ। ਉਹ ਕੀ ਚਾਹੁੰਦੇ ਆ, ਉਹਨਾਂ ਦੀ ਡਿਮਾਂਡਸ ਕੀ ਨੇ, ਉਹ ਕਿਸ ਤਰ੍ਹਾਂ ਦੇ ਪ੍ਰੋਡਕਟ ਨੂੰ ਯੂਜ਼ ਕਰਕੇ ਖੁਸ਼ ਨੇ, ਜਾਂ ਉਹਨਾਂ ਨੂੰ ਕੀ ਪਸੰਦ ਆ, ਕੀ ਨਾ ਪਸੰਦ ਹੈ, ਸਾਰੀ ਚੀਜ਼ਾਂ ਕੀਤੀਆਂ ਜਾਂਦੀਆਂ ਨੇ। ਉਸ ਤੋਂ ਬਾਅਦ ਫਿਰ ਪ੍ਰੋਡਕਟ ਦੀ ਡਿਜ਼ਾਇਨਿੰਗ ਦਾ ਕੰਮ ਸ਼ੁਰੂ ਹੁੰਦਾ ਆ। ਫਿਰ ਉਹਦੀ ਸਾਰੀ ਚੀਜ਼ਾਂ, ਲੇਬਲਿੰਗ, ਪੈਕੇਜਿੰਗ, ਸਭ ਕੁਛ ਕੀਤਾ ਜਾਂਦਾ, ਪ੍ਰਾਈਸ ਡਿਟਰਮੀਨੇਸ਼ਨ ਕੀਤਾ ਜਾਂਦਾ ਹੈ, ਪ੍ਰੋਡਕਟ ਨੂੰ ਕਸਟਮਰ ਦੇ ਡੋਰ ਸਟੈਪ ਤੱਕ ਪਹੁੰਚਾਉਣ ਲਈ ਕੋਸ਼ਿਸ਼ ਕੀਤੀ ਜਾਂਦੀ ਹੈ। ਹਰ ਤਰ੍ਹਾਂ ਦੀ ਫੈਸਿਲਿਟੀ ਕਸਟਮਰ ਵਾਸਤੇ ਜਿਹੜੀ ਹੈ ਪ੍ਰੋਵਾਈਡ ਕੀਤੀ ਜਾਂਦੀ ਹੈ। ਉਸ ਤੋਂ ਬਾਅਦ ਵੀ ਜਦ ਸੇਲ ਹੋ ਵੀ ਜਾਂਦੀ, ਉਸ ਤੋਂ ਬਾਅਦ ਵੀ ਜਿਹੜਾ ਉਸਨੂੰ ਆਫਟਰ ਸੇਲ ਸਰਵਿਸਿਜ਼ ਪ੍ਰੋਵਾਈਡ ਕੀਤੀਆਂ ਜਾਂਦੀਆਂ ਨੇ, ਗਰੰਟੀ, ਵਾਰੰਟੀ, ਈਵਨ ਉਹਦੀਆਂ ਕਸਟਮਰ ਦੀਆਂ ਕੋਈ ਕੰਪਲੇਂਟਸ ਹੈਗੀਆਂ ਨੇ ਅਤੇ ਕਸਟਮਰ ਕੇਅਰ ਸੈਂਟਰ ਓਪਨ ਕੀਤੇ ਜਾਂਦੇ ਨੇ। ਕਸਟਮਰ ਦੀਆਂ ਜਿਹੜੀਆਂ ਗਰੀਵਾਂਸਿਸ ਹੈਗੀਆਂ ਨੇ, ਮੁਸ਼ਕਿਲਾਂ ਹੈਗੀਆਂ ਨੇ, ਉਹਨੂੰ ਹੱਲ ਕਰਨ ਦਾ ਹਰ ਜਿਹੜਾ ਸੰਭਵ ਜਿਹੜਾ ਆ ਕੋਸ਼ਿਸ਼ ਕੀਤੀ ਜਾਂਦੀ ਹੈ। ਅਤੇ ਮਾਰਕੀਟਿੰਗ ਇਜ਼ ਵੈਰੀ ਵਾਈਡ, ਇਟਸ ਨਾਟ ਆਲ ਅਬਾਊਟ ਸੈਲਿੰਗ, ਇਟ ਇਜ਼ ਮਚ ਮੋਰ ਦੈਨ ਸੈਲਿੰਗ। ਬਟ ਸੈਲਿੰਗ ਦੇ ਵਿੱਚ ਆਪਾਂ ਸਿਰਫ ਪ੍ਰੋਡਕਟ ਜੋ ਬਣਾਇਆ ਆ ਉਹਨੂੰ ਸੇਲ ਕਰਨ ਲਈ ਐਫਰਟਸ ਕਰਦੇ ਹਾਂ। ਬਟ ਇਨ ਮਾਰਕੀਟਿੰਗ ਆਵਰ ਮੇਨ ਫੋਕਸ ਇਜ਼ ਟੂ ਸੈਲ ਦਾ ਪ੍ਰੋਡਕਟ ਆਲਸੋ, ਬਟ ਟੂ ਪ੍ਰੋਵਾਈਡ ਮੈਕਸੀਮਮ ਕਸਟਮਰ ਸੈਟਿਸਫੈਕਸ਼ਨ। ਵੱਧ ਤੋਂ ਵੱਧ ਕਸਟਮਰ ਨੂੰ ਸੰਤੁਸ਼ਟੀ ਮਿਲੇ, ਸਾਡਾ ਇਹ ਮੋਟਿਵ ਹੁੰਦਾ ਆ। ਇਹ ਹੀ ਅੰਤਰ ਤੁਸੀਂ ਮਾਰਕੀਟਿੰਗ ਅਤੇ ਸੈਲਿੰਗ ਦੇ ਵਿਚਕਾਰ ਇੱਥੇ ਪੁਆਇੰਟਸ ਦੇ ਸ਼ਕਲ 'ਚ ਦੇਖ ਪਾ ਰਹੇ ਹੋ। ਅਗਰ ਆਪਾਂ ਦੇਖੀਏ ਇਹਨਾਂ ਦੇ ਵਿੱਚ ਕੀ ਅੰਤਰ ਹੈ, ਮਾਰਕੀਟਿੰਗ ਦੇ ਵਿੱਚ ਜੋ ਸਾਡਾ ਕੇਂਦਰ ਬਿੰਦੂ ਆ, ਸਾਰੇ ਕੰਮ ਕਰਨ ਦਾ ਕੇਂਦਰ ਬਿੰਦੂ ਆ, ਉਹ ਹੈਗਾ ਕਸਟਮਰ ਦੀਆਂ ਲੋੜਾਂ ਅਤੇ ਉਹਦਾ ਹਿੱਤ। ਜਦਕਿ ਵਿਕਰੀ ਦੇ ਵਿੱਚ ਸਾਡਾ ਕੇਂਦਰ ਬਿੰਦੂ ਆ ਕਿ ਵੱਧ ਤੋਂ ਵੱਧ ਸਾਡਾ ਸੇਲ ਹੋਵੇ। ਮਹੱਤਵ ਮਾਰਕੀਟਿੰਗ ਦੇ ਵਿੱਚ ਕਸਟਮਰ ਦੀਆਂ ਲੋੜਾਂ ਨੂੰ ਮਹੱਤਵ ਦਿੱਤਾ ਜਾਂਦਾ ਹੈ, ਜਦਕਿ ਵਿਕਰੀ ਦੇ ਵਿੱਚ ਉਤਪਾਦ ਦੀ ਵੱਧ ਤੋਂ ਵੱਧ ਵਿਕਰੀ ਕਿੱਦਾਂ ਕੀਤੀ ਜਾਵੇ ਉਹਦੇ ਉੱਤੇ ਜ਼ੋਰ ਦਿੱਤਾ ਜਾਂਦਾ ਹੈ। ਸਰੂਪ ਕਿੱਦਾਂ ਦਾ ਆ, ਮਾਰਕੀਟਿੰਗ ਦਾ ਨੇਚਰ ਕਿਹੋ ਜਿਹਾ ਆ, ਇਹਦੇ ਵਿੱਚ ਕਸਟਮਰ ਦੀਆਂ ਲੋੜਾਂ ਦੀ ਪੂਰਤੀ ਸੰਬੰਧੀ ਸਾਰੀ ਗਤੀਵਿਧੀਆਂ ਕੀਤੀਆਂ ਜਾਂਦੀਆਂ ਨੇ, ਜਦਕਿ ਵਿਕਰੀ ਦੇ ਵਿੱਚ ਵਿਕਰੇਤਾਵਾਂ ਤੋਂ ਗਾਹਕ ਵੱਲ ਵਸਤੂਆਂ ਅਤੇ ਸੇਵਾਵਾਂ ਦਾ ਹਸਤਾਂਤਰਨ ਕੀਤਾ ਜਾਂਦਾ ਹੈ।
ਮਤਲਬ ਚੀਜ਼ਾਂ ਨੂੰ ਵੇਚਿਆ ਜਾਂਦਾ ਹੈ। ਬਸ ਗਾਹਕ ਨੂੰ ਵਿਕਰੇਤਾ ਮਤਲਬ ਸੈਲਰ ਵੱਲੋਂ ਕਸਟਮਰਸ ਨੂੰ ਚੀਜ਼ਾਂ ਵੇਚੀਆਂ ਜਾਂਦੀਆਂ ਨੇ, ਇੰਨਾ ਕੀ ਕੰਮ ਹੁੰਦਾ ਹੈ। ਜਦਕਿ ਬਜ਼ਾਰੀਕਰਨ ਦੇ ਵਿੱਚ ਤੁਸੀਂ ਅੱਗੇ ਚੱਲ ਕੇ ਵੀ ਦੇਖੋਗੇ ਬਹੁਤ ਸਾਰੀਆਂ ਗਤੀਵਿਧੀਆਂ ਨੇ ਜਿਨ੍ਹਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ। ਕੀਮਤ ਅਤੇ ਲਾਗਤ ਮਤਲਬ ਕੋਸਟ ਐਂਡ ਪ੍ਰਾਈਸ। ਅਤੇ ਮਾਰਕੀਟਿੰਗ ਦੇ ਵਿੱਚ ਗਾਹਕ ਨੂੰ ਜਿਹੜਾ ਆ ਉਹ ਕੀਮਤ ਡਿਸਾਈਡ ਕਰਦਾ ਹੈ ਅਤੇ ਉਸ ਕੀਮਤ 'ਤੇ ਜਾਂ ਉਸ ਲਾਗਤ 'ਤੇ ਫਿਰ ਚੀਜ਼ਾਂ ਤਿਆਰ ਕੀਤੀਆਂ ਜਾਂਦੀਆਂ ਨੇ। ਜਦਕਿ ਵਿਕਰੀ ਦੇ ਵਿੱਚ ਕੀਮਤ ਜਾਂ ਲਾਗਤ ਜਿਹੜੀ ਆ ਉਹ ਲਾਗਤ ਦੇ ਰਾਹੀਂ ਕੀਮਤ ਡਿਸਾਈਡ ਕੀਤੀ ਜਾਂਦੀ ਹੈ। ਜਦਕਿ ਮਾਰਕੀਟਿੰਗ ਦੇ ਵਿੱਚ ਗਾਹਕ ਦੇ ਦੁਆਰਾ ਕੀਮਤ ਨਿਰਧਾਰਿਤ ਕੀਤੀ ਜਾਂਦੀ ਹੈ ਅਤੇ ਫਿਰ ਉਸ ਕੀਮਤ ਦੇ ਵਿੱਚ ਹੀ ਲਾਗਤ ਨੂੰ ਡਿਸਾਈਡ ਕੀਤਾ ਜਾਂਦਾ ਹੈ ਕਿ ਉਸ ਕੀਮਤ ਦੇ ਅਕੋਰਡਿੰਗ ਅਸੀਂ ਕਿੰਨੀ ਕੁ ਲਾਗਤ ਦੇ ਵਿੱਚ ਸਮਾਨ ਤਿਆਰ ਕਰਨਾ ਹੈ। ਵਿਕਰੀ ਦੇ ਵਿੱਚ ਜਿੰਨੀ ਸਾਡੀ ਲਾਗਤ ਆਈ ਆ ਉਹਦੇ ਵਿੱਚ ਆਪਾਂ ਪ੍ਰੋਫਿਟ ਜੋੜ ਕੇ ਫਿਰ ਕੀਮਤ ਸੈੱਟ ਕਰਦੇ ਹਾਂ। ਸਮਾਂ ਕਾਲ ਅਗਰ ਆਪਾਂ ਗੱਲ ਕਰੀਏ ਕਿ ਟੈਨਿਓਰ ਜਾਂ ਪੀਰੀਅਡ ਕਿਹਦਾ ਜ਼ਿਆਦਾ ਹੈ ਕਿਹਦਾ ਘੱਟ ਆ, ਮਾਰਕੀਟਿੰਗ ਇੱਕ ਲੰਬੇ ਸਮੇਂ ਦੀ ਗੱਲ ਆ, ਜਦਕਿ ਵਿਕਰੀ ਜਾਂ ਸੈਲਿੰਗ ਜਿਹੜਾ ਹੈ ਸ਼ਾਰਟ ਟਰਮ ਐਕਟੀਵਿਟੀ ਹੈਗੀ ਆ। ਉਦੇਸ਼ ਕੀ ਆ? ਮਾਰਕੀਟਿੰਗ ਦਾ ਉਦੇਸ਼ ਆ ਕਿ ਕਸਟਮਰ ਨੂੰ ਸੰਤੁਸ਼ਟੀ ਦਿੱਤੀ ਜਾਵੇ ਅਤੇ ਉਹਦੇ ਆਧਾਰ 'ਤੇ ਫਿਰ ਲਾਭ ਕਮਾਏ ਜਾਣ। ਜਦਕਿ ਵਿਕਰੀ ਦਾ ਉਦੇਸ਼ ਹੀ ਆ ਕਿ ਵੱਧ ਤੋਂ ਵੱਧ ਲਾਭ ਕਮਾਏ ਜਾਣ, ਜ਼ਿਆਦਾ ਤੋਂ ਜ਼ਿਆਦਾ ਸਮਾਨ ਵੇਚ ਕੇ। ਸ਼ੁਰੂਆਤ ਅਤੇ ਅੰਤ। ਅਤੇ ਅਗਰ ਆਪਾਂ ਗੱਲ ਕਰੀਏ ਸ਼ੁਰੂਆਤ ਅਤੇ ਅੰਤ ਦੀ, ਅਤੇ ਜਿਹੜਾ ਬਜ਼ਾਰੀਕਰਨ ਦਾ ਪ੍ਰੋਸੈਸ ਆ ਉਹ ਪਹਿਲਾਂ ਹੀ ਸ਼ੁਰੂ ਹੋ ਜਾਂਦਾ ਹੈ, ਹਜੇ ਸਮਾਨ ਬਣਾਉਣ ਤੋਂ ਪਹਿਲਾਂ ਹੀ ਸ਼ੁਰੂ ਹੋ ਜਾਂਦਾ ਹੈ ਅਤੇ ਵਿਕਰੀ ਤੋਂ ਬਾਅਦ ਤੱਕ ਚੱਲਦਾ ਰਹਿੰਦਾ। ਮਤਲਬ ਜਦੋਂ ਤੱਕ ਵਿਕਰੀ ਨਹੀਂ ਹੁੰਦੀ ਉਸ ਤੋਂ ਬਾਅਦ ਤੱਕ ਵੀ ਚੱਲਦਾ ਰਹਿੰਦਾ ਹੈ। ਜਦਕਿ ਵਿਕਰੀ ਦਾ ਜਿਹੜਾ ਸੈਲਿੰਗ ਦਾ ਪ੍ਰੋਸੈਸ ਆ ਉਹ ਕਦੋਂ ਸ਼ੁਰੂ ਹੁੰਦਾ ਹੈ? ਜਦੋਂ ਸਮਾਨ ਬਣ ਕੇ ਤਿਆਰ ਹੋ ਜਾਂਦਾ ਉਸ ਤੋਂ ਬਾਅਦ ਉਹਨੂੰ ਵੇਚਣ ਲਈ ਯਤਨ ਕੀਤੇ ਜਾਂਦੇ ਨੇ, ਅਤੇ ਜਦੋਂ ਵਿਕ ਜਾਂਦਾ ਸਮਾਨ ਅਤੇ ਉਸੇ ਦੇ ਨਾਲ ਹੀ ਵਿਕਰੀ ਦਾ ਜਿਹੜਾ ਕੰਮ ਹੈ ਉਹ ਖ਼ਤਮ ਵੀ ਹੋ ਜਾਂਦਾ ਹੈ। ਫਿਰ ਅਗਲਾ ਸਮਾਨ ਜਦੋਂ ਵੇਚਿਆ ਜਾਂਦਾ ਅਤੇ ਫਿਰ ਉਹਦੀ ਵਿਕਰੀ ਲਈ ਯਤਨ ਕੀਤੇ ਜਾਂਦੇ ਨੇ। ਮਾਰਕੀਟਿੰਗ ਦਾ ਕੰਮ ਜਿਹੜਾ ਆ ਉਹ ਸਮਾਨ ਬਣਾਉਣ ਤੋਂ ਪਹਿਲਾਂ ਸ਼ੁਰੂ ਹੁੰਦਾ ਹੈ ਅਤੇ ਵੇਚਣ ਤੋਂ ਬਾਅਦ ਤੱਕ ਵੀ ਚੱਲਦਾ ਰਹਿੰਦਾ। ਜਦਕਿ ਸੈਲਿੰਗ ਦਾ ਕੰਮ ਜਿਹੜਾ ਆ ਉਤਪਾਦਨ ਕਰਨ ਤੋਂ ਬਾਅਦ ਤਾਂ ਸ਼ੁਰੂ ਹੁੰਦਾ ਹੈ ਅਤੇ ਜਿੱਦਾਂ ਹੀ ਸਮਾਨ ਵੇਚ ਦਿੱਤਾ ਜਾਂਦਾ ਅਤੇ ਉਹ ਖ਼ਤਮ ਹੋ ਜਾਂਦਾ ਹੈ। ਜਾਗਰੂਕਤਾ ਜਾਂ ਅਵੇਅਰਨੈਸ। ਅਤੇ ਅਗਰ ਆਪਾਂ ਮਾਰਕੀਟਿੰਗ ਦੀ ਗੱਲ ਕਰੀਏ ਉਹਦੇ ਵਿੱਚ ਸੈਲਰ ਨੂੰ ਜਿਹਨੇ ਸਮਾਨ ਵੇਚਣਾ ਜਾਂ ਤਿਆਰ ਕਰਨਾ ਉਹਨੂੰ ਜ਼ਿਆਦਾ ਜਾਗਰੂਕ ਹੋਣ ਦੀ ਲੋੜ ਆ ਕਿ ਉਹਦਾ ਕਸਟਮਰ ਕਿਸ ਤਰ੍ਹਾਂ ਦਾ ਆ, ਉਹਨੂੰ ਕੀ ਚਾਹੀਦਾ ਆ, ਕੀ ਪਸੰਦ ਹੈ ਕੀ ਨਹੀਂ ਪਸੰਦ ਆ। ਲੇਕਿਨ ਅਗਰ ਆਪਾਂ ਸੈਲਿੰਗ ਦੀ ਗੱਲ ਕਰੀਏ ਉਹਦੇ ਵਿੱਚ ਜਿਹੜਾ ਗਾਹਕ ਆ ਉਹਨੂੰ ਜ਼ਿਆਦਾ ਜਾਗਰੂਕ ਹੋਣ ਦੀ ਲੋੜ ਆ ਕਿ ਜਿਹੜਾ ਸਮਾਨ ਉਹਨੂੰ ਵੇਚਿਆ ਜਾ ਰਿਹਾ ਹੈ ਉਹ ਸਹੀ ਆ ਕਿ ਨਹੀਂ ਆ। ਖੇਤਰ ਕਿਹਦਾ ਜ਼ਿਆਦਾ ਵਿਸ਼ਾਲ ਆ? ਮਾਰਕੀਟਿੰਗ ਬਹੁਤ ਵੱਡੀ ਚੀਜ਼ ਆ ਮਾਰਕੀਟਿੰਗ ਦੇ ਵਿੱਚ, ਸੈਲਿੰਗ ਉਹਦਾ ਪਾਰਟ ਆ ਸਿਰਫ ਇੱਕ। ਇਹਦਾ ਖੇਤਰ ਸੰਕੁਚਿਤ ਆ ਜਦਕਿ ਮਾਰਕੀਟਿੰਗ ਦਾ ਖੇਤਰ ਕਾਫੀ ਵਿਸ਼ਾਲ ਜਾਂ ਵਿਸਤ੍ਰਿਤ ਆ। ਰਣਨੀਤੀ ਦੀ ਗੱਲ ਕਰੀਏ ਬਜ਼ਾਰੀਕਰਨ ਦੇ ਵਿੱਚ ਜੋ ਵੀ ਸਮਾਨ ਬਣਾਏ ਜਾਂਦੇ ਨੇ, ਤਿਆਰ ਕੀਤੇ ਜਾਂਦੇ ਨੇ ਉਤਪਾਦ, ਉਹ ਗਾਹਕ ਦੀਆਂ ਲੋੜਾਂ ਅਤੇ ਇੱਛਾਵਾਂ ਨੂੰ ਧਿਆਨ ਵਿੱਚ ਰੱਖ ਕੇ ਕੀਤੇ ਜਾਂਦੇ ਨੇ। ਜਦਕਿ ਸੈਲਿੰਗ ਜਾਂ ਵਿਕਰੀ ਦੇ ਵਿੱਚ ਗਾਹਕ ਦੀਆਂ ਲੋੜਾਂ ਅਤੇ ਇੱਛਾਵਾਂ ਨੂੰ ਜਿਹੜਾ ਆ ਸਮਾਨ ਜੋ ਅਸੀਂ ਤਿਆਰ ਕਰ ਲਿਆ ਉਹਦੇ ਮੁਤਾਬਕ ਫਿਰ ਅਸੀਂ ਗਾਹਕ ਦੀਆਂ ਲੋੜਾਂ ਜਾਂ ਇੱਛਾਵਾਂ ਦੇ ਹਿਸਾਬ ਨਾਲ ਜਿਹੜਾ ਹੈ ਉਹਨੂੰ ਬਦਲ ਕੇ ਉਹਨੂੰ ਵੇਚਿਆ ਜਾਂਦਾ ਹੈ। ਠੀਕ ਹੈ, ਮਤਲਬ ਪਹਿਲਾਂ ਸਮਾਨ ਤਿਆਰ ਕਰਕੇ ਫਿਰ ਉਹਨੂੰ ਕਸਟਮਰ ਨੂੰ ਭਰਮਾਇਆ ਜਾਂਦਾ ਆ ਕਿ ਬਈ ਇਹ ਜਿਹੜਾ ਸਮਾਨ ਹੈ ਤੁਹਾਡੇ ਵਾਸਤੇ ਹੀ ਹੈ, ਤੁਸੀਂ ਇਹਨੂੰ ਯੂਜ਼ ਕਰੋ, ਜੋ ਤੁਸੀਂ ਇਹ ਤੋਂ ਐਕਸਪੈਕਟ ਕਰ ਰਹੇ ਹੋ ਤੁਹਾਨੂੰ ਉਹੀ ਚੀਜ਼ ਮਿਲੂਗੀ। ਜਦਕਿ ਮਾਰਕੀਟਿੰਗ ਦੇ ਵਿੱਚ ਪਹਿਲਾਂ ਕਸਟਮਰ ਦੀਆਂ ਕੀ ਜ਼ਰੂਰਤਾਂ ਆ, ਕੀ ਉਹਨੂੰ ਚਾਹੀਦਾ ਕੀ ਨਹੀਂ ਚਾਹੀਦਾ, ਇਹ ਪਹਿਲਾਂ ਦੇਖਿਆ ਜਾਂਦਾ ਹੈ, ਉਹਦੇ ਮੁਤਾਬਕ ਸਮਾਨ ਤਿਆਰ ਕੀਤਾ ਜਾਂਦਾ ਹੈ। ਜਦਕਿ ਸੈਲਿੰਗ ਦੇ ਵਿੱਚ ਪਹਿਲਾਂ ਸਮਾਨ ਤਿਆਰ ਕਰ ਲਿਆ ਜਾਂਦਾ ਹੈ, ਫਿਰ ਉਸ ਤੋਂ ਬਾਅਦ ਉਸ ਸਮਾਨ ਨੂੰ ਕਸਟਮਰਸ ਨੂੰ ਕਿਸੇ ਵੀ ਤਰੀਕੇ ਨਾਲ ਵੇਚਿਆ ਜਾਂਦਾ ਹੈਗਾ ਆ, ਚਾਹੇ ਉਹ ਸਮਾਨ ਉਹਦੇ ਲਈ ਕੰਮ ਦਾ ਹੈ ਕਿ ਨਹੀਂ ਹੈ, ਲੇਕਿਨ ਉਹਨੂੰ ਉਸ ਤਰੀਕੇ ਨਾਲ ਬਣਾ ਦਿੱਤਾ ਜਾਂਦਾ ਆ ਜਾਂ ਉਹਨੂੰ ਸਮਝਾਇਆ ਜਾਂਦਾ ਕਿ ਤੂੰ ਇਹ ਜਿਹੜਾ ਸਮਾਨ ਹੈ ਤੇਰੇ ਕੰਮ ਦਾ ਹੀ ਹੈਗਾ ਆ ਤਾਂ ਇਹਨੂੰ ਖਰੀਦਣ 'ਚ ਤੇਰਾ ਫਾਇਦਾ ਹੈਗਾ ਆ। ਮਾਰਕੀਟਿੰਗ ਦੇ ਉਦੇਸ਼ ਕੀ ਆ? ਅਗਰ ਆਪਾਂ ਬਜ਼ਾਰੀਕਰਨ ਦੇ ਉਦੇਸ਼ਾਂ ਦੀ ਗੱਲ ਕਰੀਏ ਤਾਂ ਇਹਦੇ ਉਦੇਸ਼ ਹੈਗੇ ਆ ਬੜੇ ਕਾਮਨ ਜੇ, ਇੱਕ ਤੋਂ ਦੋ ਤਿੰਨ ਉਦੇਸ਼ ਤਾਂ ਆਪਾਂ ਜਾਣਦੇ ਹੀ ਹਾਂ ਕਿ ਇਹਦੇ ਰਾਹੀਂ ਅਸੀਂ ਆਪਣੇ ਸਮਾਨ ਜਿਹੜਾ ਹੈਗਾ ਆ ਜੋ ਅਸੀਂ ਆਪਣੇ ਸਮਾਨ ਤਿਆਰ ਕਰਨਾ ਚਾਹੁੰਦੇ ਹਾਂ ਉਹਦੀ ਡਿਮਾਂਡ ਕ੍ਰੀਏਟ ਕਰਨਾ, ਉਹਦੀ ਮੰਗ। ਪਹਿਲਾ ਉਦੇਸ਼ ਤਾਂ ਇਹੀ ਹੈ ਕਿ ਆਪਣੇ ਗਾਹਕਾਂ ਦੀਆਂ ਲੋੜਾਂ ਦੇ ਅਨੁਸਾਰ ਅਸੀਂ ਸਮਾਨ ਤਿਆਰ ਕਰਨਾ ਹੈ ਅਤੇ ਫਿਰ ਉਹਦੀ ਜੋ ਪਹਿਲੋਂ ਮੰਗ ਉਹਦੀ ਪੈਦਾ ਕਰਨੀ ਹੈ ਉਸ ਸਮਾਨ ਦੀ, ਤਾਂ ਜੋ ਉਹਨਾਂ ਦੇ ਕਸਟਮਰ ਜਿਹੜੇ ਹੈਗੇ ਆ
ਉਹ ਜਿਹੜੇ ਉਸ ਸਮਾਨ ਨੂੰ ਖਰੀਦਣ, ਕਿਉਂਕਿ ਜਿਹੜੇ ਸਮਾਨ ਦੀ ਮੰਗ ਹੋਊਗੀ ਉਹਦੀ ਹੀ ਵਿਕਰੀ ਹੋਊਗੀ, ਅਤੇ ਜਿਹੜੇ ਸਮਾਨ ਦੀ ਡਿਮਾਂਡ ਨਹੀਂ ਹੋਊਗੀ ਉਹਦੀ ਵਿਕਰੀ ਫਿਰ ਨਹੀਂ ਹੋ ਸਕਦੀ। ਇਸ ਕਰਕੇ ਪਹਿਲਾ ਕੰਮ ਮਾਰਕੀਟਿੰਗ ਦੇ ਵਿੱਚ ਆ ਕਿ ਮੰਗ ਕ੍ਰੀਏਟ ਕਰਨਾ। ਫਿਰ ਦੂਸਰਾ ਹੈਗਾ ਕਿ ਬਾਜ਼ਾਰ ਦੇ ਵਿੱਚ ਬਹੁਤ ਸਾਰੇ ਸਾਡੇ ਕੰਪੀਟੀਟਰਸ ਹੋ ਸਕਦੇ ਆ, ਅਤੇ ਉਹਨਾਂ ਕੋਲ ਕਾਫੀ ਮਾਰਕੀਟ ਦਾ ਹਿੱਸਾ ਹੋ ਸਕਦਾ ਹੈ, ਅਤੇ ਅਸੀਂ ਉਹ ਮਾਰਕੀਟ ਦਾ ਹਿੱਸਾ ਜਿਹੜਾ ਆ ਉਹ ਆਪਣੇ ਕਾਬੂ 'ਚ ਕਰਨਾ ਹੈਗਾ ਆ। ਮਾਰਕੀਟ ਸ਼ੇਅਰ ਆਪਣਾ ਵਧਾਉਣਾ ਹੈਗਾ ਆ। ਅਗਰ ਸਾਡੇ ਕੋਲ ਇਸ ਟਾਈਮ 1/3 ਸ਼ੇਅਰ ਆ ਅਤੇ ਉਹਨੂੰ ਹਾਫ 'ਤੇ ਲੈ ਕੇ ਆਉਣਾ ਆ। ਅਗਰ ਹਾਫ ਹੈਗਾ ਤਾਂ ਉਹਨੂੰ 2/3 'ਤੇ ਲੈ ਕੇ ਆਉਣਾ, ਮਤਲਬ ਆਪਣਾ ਮਾਰਕੀਟ ਸ਼ੇਅਰ ਇੰਕਰੀਜ਼ ਕਰਨਾ ਹੈ। ਮਾਰਕੀਟਿੰਗ ਦਾ ਇਹ ਉਦੇਸ਼ ਹੁੰਦਾ ਆ। ਫਿਰ ਅਗਰ ਇਹ ਸਾਰੀਆਂ ਚੀਜ਼ਾਂ ਤਦੇ ਹੀ ਸੰਭਵ ਹੋ ਸਕਣਗੀਆਂ ਅਗਰ ਅਸੀਂ ਗੁੱਡਵਿਲ ਆਪਣੀ ਅੱਛੀ ਕਰਾਂਗੇ, ਅਤੇ ਮਾਰਕੀਟਿੰਗ ਦੇ ਰਾਹੀਂ ਅਸੀਂ ਆਪਣੀ ਗੁੱਡਵਿਲ ਨੂੰ ਅੱਛਾ ਕਰ ਸਕਦੇ ਹਾਂ। ਗੁੱਡਵਿਲ ਜਾਂ ਸਾਖ ਜਿਹੜੀ ਆ ਉਹਦੇ ਕਾਫੀ ਲਾਭ ਹੁੰਦੇ ਆ, ਕਿ ਉਹਦੇ ਨਾਲ ਕਸਟਮਰਸ ਜਿਹੜੇ ਆ ਅਟਰੈਕਟ ਹੁੰਦੇ ਆ, ਉਹ ਬਿਜ਼ਨਸ ਦੇ ਵਿੱਚ ਜਾਂ ਸਮਾਨ ਜਿਹੜਾ ਬਿਜ਼ਨਸ ਨੇ ਤਿਆਰ ਕੀਤਾ ਹੈ, ਉਤਪਾਦ ਬਣਾਏ, ਉਹਨਾਂ ਨੂੰ ਪਰਚੇਜ਼ ਕਰਨ ਲਈ ਇੰਟਰਸਟ ਸ਼ੋਅ ਕਰਦੇ ਆ। ਅਤੇ ਮਾਰਕੀਟਿੰਗ ਦੇ ਰਾਹੀਂ ਅਸੀਂ ਆਪਣੀ ਬਿਜ਼ਨਸ ਦੀ ਅੱਛੀ ਗੁੱਡਵਿਲ ਕ੍ਰੀਏਟ ਕਰ ਸਕਦੇ ਹਾਂ। ਫਿਰ ਇਸ ਤੋਂ ਇਲਾਵਾ ਕਸਟਮਰ ਨੂੰ ਸੈਟਿਸਫਾਈ ਕਰਨਾ, ਵੱਧ ਲਾਭ ਕਮਾਉਣਾ, ਸੋਸ਼ਲ ਸਰਵਿਸ ਕਰਨਾ, ਇਹ ਸਾਰੇ ਜਿਹੜੇ ਪੁਆਇੰਟਸ ਨੇ ਇਹ ਮਾਰਕੀਟਿੰਗ ਦੇ ਉਦੇਸ਼ਾਂ ਦੇ ਵਿੱਚ ਸ਼ਾਮਲ ਹੈ, ਕਿ ਅਸੀਂ ਆਪਣੇ ਕਸਟਮਰਸ ਨੂੰ ਅੱਛਾ ਪ੍ਰੋਡਕਟ ਪ੍ਰੋਵਾਈਡ ਕਰਨਾ ਜਿਹਦੇ ਰਾਹੀਂ ਉਹਨਾਂ ਨੂੰ ਉਸ ਪ੍ਰੋਡਕਟ ਨੂੰ ਯੂਜ਼ ਕਰਕੇ ਮੈਕਸੀਮਮ ਸੰਤੁਸ਼ਟੀ ਪ੍ਰਾਪਤ ਹੋਵੇ, ਅਤੇ ਉਹਦੇ ਰਾਹੀਂ ਉਹਨਾਂ ਦੀਆਂ ਜਿਹੜੀਆਂ ਨੀਡਸ ਐਂਡ ਵਾਂਟਸ ਹੈ ਉਹ ਪੂਰੀਆਂ ਹੋ ਸਕਣ। ਇਹਦੇ ਰਾਹੀਂ ਅਗਰ ਅਸੀਂ ਆਪਣੇ ਕਸਟਮਰ ਨੂੰ ਸੈਟਿਸਫਾਈ ਕਰ ਸਕਾਂਗੇ ਪ੍ਰੋਡਕਟਸ ਦੀ ਅੱਛੀ ਸੇਲ ਕਰਕੇ, ਅੱਛੀ ਸਰਵਿਸਿਜ਼ ਪ੍ਰੋਵਾਈਡ ਕਰਕੇ, ਅਤੇ ਉਹਦੇ ਨਾਲ ਕੰਪਨੀ ਨੂੰ, ਬਿਜ਼ਨਸ ਨੂੰ ਅੱਛੇ ਪ੍ਰੋਫਿਟਸ ਹੋਣਗੇ। ਲੇਕਿਨ ਇਹ ਤਦ ਹੀ ਹੋਊਗਾ ਅਗਰ ਆਪਾਂ ਮਾਰਕੀਟਿੰਗ ਸਹੀ ਢੰਗ ਨਾਲ ਕਰ ਪਾ ਰਹੇ ਹਾਂ ਜਾਂ ਕਰ ਰਹੇ ਹਾਂ। ਫਿਰ ਮਾਰਕੀਟਿੰਗ ਦੇ ਵਿੱਚ ਸੋਸ਼ਲ ਐਲੀਮੈਂਟ, ਕਿਉਂਕਿ ਫਿਲਿਪ ਕੋਟਲਰ ਨੇ ਵੀ ਕਿਹਾ ਹੈ ਕਿ ਮਾਰਕੀਟਿੰਗ ਇਜ਼ ਅ ਸੋਸ਼ਲ ਪ੍ਰੋਸੈਸ। ਇਹਦੇ ਵਿੱਚ ਅਸੀਂ ਕਸਟਮਰਸ ਦੀ ਸੈਟਿਸਫੈਕਸ਼ਨ ਨੂੰ ਤਾਂ ਧਿਆਨ ਵਿੱਚ ਰੱਖਣਾ ਹੀ ਆ, ਲੇਕਿਨ ਇਹ ਵੀ ਦੇਖਣਾ ਹੈ ਕਿ ਕਸਟਮਰ ਨੂੰ ਅਸੀਂ ਜੋ ਪ੍ਰੋਡਕਟ ਜਾਂ ਸਰਵਿਸ ਪ੍ਰੋਵਾਈਡ ਕਰ ਰਹੇ ਹਾਂ ਉਹ ਸੋਸਾਇਟੀ ਦੀ ਕੋਸਟ 'ਤੇ ਨਾ ਹੋਵੇ, ਮਤਲਬ ਉਹਦੇ ਨਾਲ ਸਮਾਜ ਦਾ ਕੋਈ ਨੁਕਸਾਨ ਨਾ ਹੋਵੇ, ਸਗੋਂ ਸਮਾਜ ਵਾਸਤੇ ਵੀ ਅਸੀਂ ਸੇਵਾ ਕਰੀਏ। ਸਮਾਜਿਕ ਜ਼ਿੰਮੇਵਾਰੀਆਂ ਜੋ ਇੱਕ ਬਿਜ਼ਨਸ ਦੀਆਂ ਕਾਰਪੋਰੇਟ ਰਿਸਪੋਂਸੀਬਿਲਿਟੀਜ਼ ਨੇ, ਸੋਸ਼ਲ ਰਿਸਪੋਂਸੀਬਿਲਿਟੀਜ਼ ਨੇ, ਜਿਵੇਂ ਕਿ ਰੁਜ਼ਗਾਰ ਪ੍ਰੋਵਾਈਡ ਕਰਨਾ, ਆਪਣੇ ਕਸਟਮਰਸ ਨੂੰ ਅੱਛੀ ਜਿਹੜੀਆਂ ਸੇਵਾਵਾਂ ਪ੍ਰਦਾਨ ਕਰਨਾ, ਪ੍ਰੋਡਕਟਸ ਪ੍ਰਦਾਨ ਕਰਨਾ, ਵਾਤਾਵਰਨ ਨੂੰ ਸਾਫ ਸੁਥਰਾ ਰੱਖਣਾ, ਅਤੇ ਅੱਛੇ ਪ੍ਰੋਡਕਟਸ ਤਿਆਰ ਕਰਨਾ, ਅੱਛੀ ਗੁਣਵੱਤਾ ਵਾਲੇ ਪ੍ਰੋਡਕਟਸ ਤਿਆਰ ਕਰਨਾ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਮਾਰਕੀਟਿੰਗ ਦੇ ਉਦੇਸ਼ਾਂ ਦੇ ਵਿੱਚ ਸ਼ਾਮਲ ਆ। ਇਸ ਤੋਂ ਬਾਅਦ ਅੱਗੇ ਆ ਜਾਂਦਾ ਆ ਟੌਪਿਕ ਮਾਰਕੀਟਿੰਗ ਜਿਹੜਾ ਹੈ ਬਾਜ਼ਾਰੀਕਰਨ ਆ, ਉਹਦਾ ਮਹੱਤਵ ਕੀ ਆ, ਉਹਦੇ ਲਾਭ ਕੀ ਆ। ਅਤੇ ਬਾਜ਼ਾਰੀਕਰਨ ਦੇ ਵਿੱਚ ਇਹਦਾ ਜਿਹੜਾ ਮਹੱਤਵ ਦੀ ਗੱਲ ਕਰੀਏ ਤਾਂ ਇਕੱਲਾ ਸਿਰਫ ਇੱਕ ਇਹ ਜਿਨ੍ਹਾਂ ਨੇ ਇਹ ਸਮਾਨ ਤਿਆਰ ਕੀਤਾ, ਪ੍ਰੋਡਕਟ ਤਿਆਰ ਕੀਤੇ, ਉਤਪਾਦਕ, ਉਹਨਾਂ ਵਾਸਤੇ ਮਹੱਤਵਪੂਰਨ ਨਹੀਂ ਆ। ਇਹ ਕਸਟਮਰਸ, ਸਮਾਜ, ਗੌਰਮੈਂਟ ਸਾਰਿਆਂ ਵਾਸਤੇ ਇਹ ਇੰਪੋਰਟੈਂਟ ਆ। ਇਸ ਕਰਕੇ ਪੀਟਰ ਡਰਕਰ ਇੱਕ ਵਿਦਵਾਨ, ਉਹਨਾਂ ਨੇ ਕਿਹਾ ਬਾਜ਼ਾਰੀਕਰਨ ਰਾਹੀਂ ਹੀ ਅਸੀਂ ਵਿਅਕਤੀਗਤ ਅਤੇ ਸਮਾਜਿਕ ਮੁੱਲਾਂ, ਲੋੜਾਂ ਅਤੇ ਇੱਛਾਵਾਂ ਦੀ ਸੰਤੁਸ਼ਟੀ ਕਰਦੇ ਹਾਂ। ਇਹ ਚਾਹੇ ਵਸਤੂਆਂ ਦੇ ਉਤਪਾਦਨ ਰਾਹੀਂ ਹੋਵੇ ਜਾਂ ਫਿਰ ਸੇਵਾਵਾਂ ਦੀ ਪੂਰਤੀ ਰਾਹੀਂ ਜਾਂ ਫਿਰ ਸੰਤੁਸ਼ਟੀ ਪ੍ਰਦਾਨ ਕਰਨ ਲਈ ਨਵੀਆਂ ਖੋਜਾਂ ਰਾਹੀਂ। ਅਤੇ ਇਟ ਇਜ਼ ਐਨ ਮਾਰਕੀਟਿੰਗ, ਇਹ ਮਾਰਕੀਟਿੰਗ ਹੀ ਹੈ ਕਹਿੰਦਾ, ਜਿਹਦੇ ਰਾਹੀਂ ਅਸੀਂ ਕਿਸੇ ਵਿਅਕਤੀ ਦੀਆਂ ਜਾਂ ਸਮਾਜ ਦੀਆਂ ਜਿਹੜੀਆਂ ਉੱਥੇ ਦੀਆਂ ਜੋ ਕਦਰਾਂ ਕੀਮਤਾਂ ਨੇ, ਵੈਲਿਊਜ਼, ਜ਼ਰੂਰਤਾਂ ਨੇ, ਜੋ ਇੱਛਾਵਾਂ ਨੇ, ਉਹਨਾਂ ਨੂੰ ਪੂਰਾ ਕਰਦੇ ਹਾਂ। ਇਹ ਚਾਹੇ ਅਸੀਂ ਸਮਾਨ ਤਿਆਰ ਕਰਕੇ ਪੂਰਾ ਕਰੀਏ ਜਾਂ ਸੇਵਾਵਾਂ ਦੇ ਕੇ ਪੂਰਾ ਕਰੀਏ ਜਾਂ ਕੋਈ ਨਵੀਆਂ ਖੋਜਾਂ ਕਰਕੇ ਪੂਰਾ ਕਰੀਏ, ਇਹਦੇ ਰਾਹੀਂ ਅਸੀਂ ਸੰਤੁਸ਼ਟੀ ਜਿਹੜੀ ਆ ਉਹ ਪ੍ਰਦਾਨ ਕਰਦੇ ਹਾਂ ਵਿਅਕਤੀਗਤ ਅਤੇ ਸਮਾਜਿਕ ਪੱਧਰ 'ਤੇ। ਅਤੇ ਇੱਥੋਂ ਇਸ ਚੀਜ਼ ਦਾ ਪਤਾ ਲੱਗਦਾ ਹੈ ਕਿ ਮਾਰਕੀਟਿੰਗ ਇਜ਼ ਵੈਰੀ ਇੰਪੋਰਟੈਂਟ ਐਂਡ ਐਡਵਾਂਟੇਜੀਅਸ, ਇਟ ਇਜ਼ ਵੈਰੀ ਇੰਪੋਰਟੈਂਟ। ਅਤੇ ਉਹਦੇ ਕੁਛ ਪੁਆਇੰਟਸ ਦਿੱਤੇ ਹੋਏ ਨੇ ਕਿ ਮਾਰਕੀਟਿੰਗ ਕਿਉਂ ਇੰਨੀ ਇੰਪੋਰਟੈਂਟ ਜਾਂ ਲਾਭਕਾਰੀ ਹੈ। ਇਹਦੇ ਰਾਹੀਂ ਅਸੀਂ ਆਪਣੀ ਜਿਹੜਾ ਪ੍ਰੋਡਕਟ ਆ, ਆਪਣੇ ਬਿਜ਼ਨਸ ਦੀ ਮਾਰਕੀਟ ਨੂੰ ਵੱਡਾ ਕਰ ਸਕਦੇ ਹਾਂ, ਆਪਣੇ ਬਾਜ਼ਾਰ ਨੂੰ, ਆਪਣੇ ਸਮਾਨ ਨੂੰ ਨਵੀਆਂ ਮਾਰਕੀਟਸ ਦੇ ਵਿੱਚ ਲਿਜਾ ਸਕਦੇ ਹਾਂ। ਜਿਨ੍ਹਾਂ ਲੋਕਾਂ ਨੇ ਹਜੇ ਸਾਡਾ ਪ੍ਰੋਡਕਟ ਨਹੀਂ ਵਰਤਿਆ ਉਹਨਾਂ ਤੱਕ ਵੀ ਆਪਣਾ ਪ੍ਰੋਡਕਟ ਜਿਹੜਾ ਆ ਉਹ ਲੈ ਕੇ ਜਾ ਸਕਦੇ ਹਾਂ। ਮਾਰਕੀਟਿੰਗ ਦੇ ਰਾਹੀਂ ਜਿਹੜੇ ਵੀ ਸਾਡੇ ਕੋਲ ਸਾਧਨ ਆ, ਚਾਹੇ ਉਹ ਮਨੁੱਖੀ ਸਾਧਨ ਹੋਵੇ, ਭੌਤਿਕ ਸਾਧਨ ਹੋਵੇ, ਉਹਨਾਂ ਦਾ ਸਹੀ ਜਾਂ ਸਭ ਤੋਂ ਆਦਰਸ਼ਾਤਮਕ ਜਿਹੜਾ ਆ ਪ੍ਰਯੋਗ ਅਸੀਂ ਕਰ ਸਕਦੇ ਹਾਂ। ਇਹਦੇ ਰਾਹੀਂ ਅਸੀਂ ਚੀਜ਼ਾਂ ਦੇ ਮੁੱਲ ਦੇ ਵਿੱਚ ਵੀ ਵਾਧਾ ਕਰ ਸਕਦੇ ਹਾਂ, ਮਤਲਬ ਉਹਨਾਂ ਚੀਜ਼ਾਂ ਦੀ ਯੂਟਿਲਿਟੀ ਨੂੰ ਇਨਹਾਂਸ ਕਰ ਸਕਦੇ, ਉਹਨਾਂ ਦੇ ਵਿੱਚ ਵੈਲਿਊ ਐਡੀਸ਼ਨ ਕਰ ਸਕਦੇ ਹਾਂ, ਉਹਨਾਂ ਚੀਜ਼ਾਂ ਨੂੰ ਲਾਭਕਾਰੀ
ਜਾਂ ਜਿਹੜਾ ਹੈਗਾ ਆ ਵਧੀਆ ਬਣਾ ਕੇ ਪੇਸ਼ ਕਰ ਸਕਦੇ ਹਾਂ। ਅਤੇ ਜਦੋਂ ਮਾਰਕੀਟਿੰਗ ਕੀਤੀ ਜਾਂਦੀ ਹੈ ਉਹਦੇ ਨਾਲ ਲੋਕਾਂ ਦੇ ਰਹਿਣ ਸਹਿਣ ਦਾ ਪੱਧਰ ਜਿਹੜਾ ਆ ਉਹ ਵੱਧਦਾ ਹੈ, ਕਿਉਂਕਿ ਉਹਨਾਂ ਕੋਲ ਬਹੁਤ ਸਾਰੇ ਆਪਸ਼ਨਸ ਉਹਨਾਂ ਨੂੰ ਮਿਲਦੇ ਆ। ਅਲੱਗ-ਅਲੱਗ ਤਰ੍ਹਾਂ ਦੀਆਂ ਅੱਛੀ ਕੁਆਲਿਟੀ ਦੀਆਂ ਚੀਜ਼ਾਂ ਜਿਹੜੀਆਂ ਨੇ ਵਰਤਣ ਨੂੰ ਮਿਲਦੀਆਂ ਨੇ, ਅਤੇ ਅੱਛੀ ਕੁਆਲਿਟੀ ਦੀਆਂ ਚੀਜ਼ਾਂ ਵਰਤ ਕੇ ਉਹ ਜਿਹੜੇ ਆ ਸਟੈਂਡਰਡ ਆਫ ਲਿਵਿੰਗ ਜਿਹੜਾ ਉਹਨਾਂ ਦਾ ਰਹਿਣ ਸਹਿਣ ਦਾ ਪੱਧਰ ਇੰਪਰੂਵ ਹੁੰਦਾ ਹੈ। ਕਸਟਮਰ ਸੈਟਿਸਫੈਕਸ਼ਨ ਅੱਛੀ ਹੁੰਦੀ ਆ। ਮਾਰਕੀਟਿੰਗ ਦੇ ਰਾਹੀਂ ਲੋਕਾਂ ਨੂੰ ਅੱਛੇ ਕੁਆਲਿਟੀ ਦੇ ਪ੍ਰੋਡਕਟਸ ਯੂਜ਼ ਕਰਨ ਨੂੰ ਮਿਲਦੇ, ਜਿਹਦੇ ਨਾਲ ਉਹਨਾਂ ਨੂੰ ਕਾਫੀ ਸੰਤੁਸ਼ਟੀ ਮਿਲਦੀ ਆ ਉਹਨਾਂ ਪ੍ਰੋਡਕਟਸ ਨੂੰ ਯੂਜ਼ ਕਰਕੇ। ਅਤੇ ਮਾਰਕੀਟਿੰਗ ਦੇ ਧੰਦੇ ਦੇ ਵਿੱਚ ਬਹੁਤ ਸਾਰਾ ਰੁਜ਼ਗਾਰ ਜਿਹੜਾ ਹੈ ਲੋਕਾਂ ਨੂੰ ਮਿਲਦਾ ਹੈ। ਮਾਰਕੀਟਿੰਗ ਦੇ ਵਿੱਚ ਜਿਹੜੀਆਂ ਕੰਪਨੀਜ਼ ਹੈਗੀਆਂ ਨੇ ਉਹ ਅਲੱਗ-ਅਲੱਗ ਲੋਕਾਂ ਦੀ ਭਰਤੀ ਕਰਦੀਆਂ ਨੇ ਇਸ ਕੰਮ ਵਾਸਤੇ, ਜਿਹਦੇ ਨਾਲ ਬਹੁਤ ਸਾਰੇ ਲੋਕਾਂ ਨੂੰ, ਜਿਨ੍ਹਾਂ ਨੇ ਮਾਰਕੀਟਿੰਗ ਦੀ ਪੜ੍ਹਾਈ ਕੀਤੀ ਹੈ ਜਾਂ ਜਿਨ੍ਹਾਂ ਨੂੰ ਮਾਰਕੀਟਿੰਗ ਦੀ ਸਮਝ ਆ, ਉਹਨਾਂ ਨੂੰ ਨੌਕਰੀਆਂ ਮਿਲਦੀਆਂ ਹੈਗੀਆਂ ਨੇ। ਅੱਜ ਦੀ ਡੇਟ ਦੇ ਵਿੱਚ ਚੀਜ਼ ਤੁਹਾਡੀ ਕਿੰਨੀ ਵੀ ਵਧੀਆ ਕਿਉਂ ਨਾ ਹੋਵੇ, ਲੇਕਿਨ ਅਗਰ ਤੁਸੀਂ ਉਹਨੂੰ ਸਹੀ ਢੰਗ ਨਾਲ ਮਾਰਕੀਟਿੰਗ ਨਹੀਂ ਕਰ ਪਾਉਂਦੇ ਹੋ, ਅਤੇ ਫਿਰ ਉਸ ਚੀਜ਼ ਨੂੰ ਉਹਦੀ ਜਿਹੜੀ ਮੰਗ ਆ ਉਹ ਵੀ ਕ੍ਰੀਏਟ ਨਹੀਂ ਹੋਊਗੀ, ਅਤੇ ਉਹਦੀ ਸੇਲ ਵੀ ਫਿਰ ਜ਼ਿਆਦਾ ਨਹੀਂ ਹੋਊਗੀ। ਇਸ ਕਰਕੇ ਮਾਰਕੀਟਿੰਗ ਜਿਹੜੀ ਇੱਕ ਇੰਪੋਰਟੈਂਟ ਫੈਕਟਰ ਹੈਗੀ ਆ। ਬਾਕੀ ਫਿਰ ਪੁਆਇੰਟਸ ਹੈਗੇ, ਇਹਦੇ ਨਾਲ ਪ੍ਰੋਫਿਟ ਵਿੱਚ ਵਾਧਾ ਹੁੰਦਾ ਹੈ, ਦੇਸ਼ ਦੀ ਆਮਦਨ ਵਿੱਚ ਵਾਧਾ ਹੁੰਦਾ ਹੈ, ਦੇਸ਼ ਦੇ ਵਿੱਚ ਆਰਥਿਕ ਸਥਿਰਤਾ ਆਉਂਦੀ ਆ, ਆਰਥਿਕ ਗਤੀਵਿਧੀਆਂ ਸਹੀ ਹੁੰਦੀਆਂ ਨੇ, ਜਿਹਦੇ ਨਾਲ ਜੋ ਚੀਜ਼ਾਂ ਬਣਾਈਆਂ ਜਾਂਦੀਆਂ ਨੇ ਅਤੇ ਜੋ ਉਹਨਾਂ ਦਾ ਉਪਭੋਗ ਕੀਤਾ ਜਾਂਦਾ ਹੈ, ਉਹਨਾਂ ਦੀ ਕੰਜੰਪਸ਼ਨ ਕੀਤੀ ਜਾਂਦੀ, ਉਹਦੇ ਵਿੱਚ ਬੈਲੈਂਸ ਕ੍ਰੀਏਟ ਹੁੰਦਾ ਆ। ਨੈਸ਼ਨਲ ਇਨਕਮ ਵੱਧਦੀ ਹੈ, ਕਿਉਂਕਿ ਲੋਕ ਜਿਹੜੇ ਆ ਜਿਹੜੀਆਂ ਕੰਪਨੀਆਂ ਨੇ ਉਹ ਚੀਜ਼ਾਂ ਬਣਾ ਰਹੀਆਂ ਨੇ, ਅਤੇ ਜਿਹੜੇ ਲੋਕ ਉਹਨਾਂ ਨੂੰ ਪ੍ਰੋਡਿਊਸਰ ਜਿਹੜੇ ਬਣਾ ਰਹੇ, ਕੰਜ਼ਿਊਮਰ ਉਹਨਾਂ ਨੂੰ ਖਰੀਦ ਰਹੇ ਆ। ਜਿਹੜਾ ਆਮਦਨ ਦਾ ਅਤੇ ਜਿਹੜਾ ਇੱਕ ਦੂਜੇ ਦਾ ਲੈਣ ਦੇਣ ਦਾ ਚੱਕਰ ਹੈਗਾ ਉਹ ਚੱਲਦਾ ਰਹਿੰਦਾ, ਜਿਹਦੇ ਕਰਕੇ ਕਿ ਦੇਸ਼ ਦੇ ਵਿੱਚ ਰਾਸ਼ਟਰੀ ਆਏ ਜਿਹੜੀ ਹੈ, ਰਾਸ਼ਟਰੀ ਆਮਦਨ ਜਿਹੜੀ ਆ ਉਹਦੇ ਵਿੱਚ ਵਾਧਾ ਹੁੰਦਾ ਹੈ। ਕੰਪਨੀਆਂ ਦੇ ਪ੍ਰੋਫਿਟਸ ਵੱਧਦੇ ਨੇ, ਅਤੇ ਕੰਪਨੀਆਂ ਦਾ ਜੋ ਸੋਸ਼ਲ ਸਰਵਿਸ ਕਰਨ ਦਾ ਇੱਕ ਟੀਚਾ ਹੈਗਾ ਹੈ ਉਹ ਵੀ ਪੂਰਾ ਹੁੰਦਾ ਹੈ, ਉਦੇਸ਼ ਜਿਹੜਾ ਹੈ ਉਹ ਵੀ ਪੂਰਾ ਹੁੰਦਾ ਹੈ ਮਾਰਕੀਟਿੰਗ ਦੇ ਰਾਹੀਂ। ਅਤੇ ਇਸ ਕਰਕੇ ਮਾਰਕੀਟਿੰਗ ਬਹੁਤ ਹੀ ਜ਼ਰੂਰੀ ਹੈਗੀ ਆ। ਬਾਜ਼ਾਰੀਕਰਨ ਇੱਕ ਬਹੁਤ ਹੀ ਇੰਪੋਰਟੈਂਟ ਐਕਟੀਵਿਟੀ ਹੈਗੀ ਆ। ਅਤੇ ਇਹਦੇ ਨਾਲ ਇਹਨੂੰ ਐਕਸਪਲੇਨ ਕਰਨ ਦੇ ਲਈ ਐਂਡ 'ਚ ਪੌਲ ਮਜ਼ੂਰ ਜਿਹੜੇ ਆ ਉਹਨਾਂ ਨੇ ਇੱਕ ਲਾਈਨ ਕਹੀ ਆ ਕਿ ਬਾਜ਼ਾਰੀਕਰਨ ਸਮਾਜ ਲਈ ਰਹਿਣ ਸਹਿਣ ਦਾ ਇੱਕ ਪੱਧਰ ਤਿਆਰ ਕਰਨਾ ਅਤੇ ਪ੍ਰਦਾਨ ਕਰਨਾ। ਮਤਲਬ ਮਾਰਕੀਟਿੰਗ ਦਾ ਮਤਲਬ ਇਹ ਹੀ ਆ। ਉਹਨਾਂ ਨੇ ਕਿਹਾ ਕਿ ਮਾਰਕੀਟਿੰਗ ਮਤਲਬ ਲੋਕਾਂ ਵਾਸਤੇ ਜਾਂ ਸਮਾਜ ਵਾਸਤੇ ਇੱਕ ਰਹਿਣ ਸਹਿਣ ਦਾ ਲੈਵਲ ਸੈੱਟ ਕਰਨਾ, ਜਾਂ ਉਹਨਾਂ ਨੂੰ ਉਹ ਦੇਣਾ ਤਾਂ ਕਿ ਉਹਨਾਂ ਦਾ ਰਹਿਣ ਸਹਿਣ ਦਾ ਇੱਕ ਸਟੈਂਡਰਡ ਅੱਛਾ ਹੋ ਸਕੇ, ਉਹਨੂੰ ਮਾਰਕੀਟਿੰਗ ਆਪਾਂ ਕਹਿ ਸਕਦੇ ਹਾਂ। ਇਹਦੇ ਵਿੱਚ ਹਰ ਇੱਕ ਤਰ੍ਹਾਂ ਦੀ ਚੀਜ਼ ਆ ਜਾਂਦੀ, ਹਰ ਇੱਕ ਤਰ੍ਹਾਂ ਦਾ ਉਤਪਾਦ ਜਾਂ ਪ੍ਰੋਡਕਟ ਸ਼ਾਮਲ ਆ। ਹੁਣ ਇਹਦੇ ਵਿੱਚ ਮਾਰਕੀਟਿੰਗ ਦੇ ਵਿੱਚ ਅਗਲਾ ਟੌਪਿਕ ਹੈ ਕੀ ਕੰਮ ਕੀਤੇ ਜਾਂਦੇ ਨੇ, ਅਤੇ ਬਹੁਤ ਸਾਰੇ ਕੰਮ ਨੇ ਜੋ ਮਾਰਕੀਟਿੰਗ ਦੇ ਵਿੱਚ ਕੀਤੇ ਜਾਂਦੇ ਨੇ। ਨੀਅਰ ਅਬਾਊਟ 13-14 ਕੰਮ ਨੇ ਮਾਰਕੀਟਿੰਗ ਦੇ ਵਿੱਚ। ਇੱਕ ਜਿਹੜੀ ਪ੍ਰਕਿਰਿਆ ਆ, ਕਿਉਂਕਿ ਆਪਾਂ ਜਾਣਦੇ ਹਾਂ ਹੁਣ ਤੱਕ ਕਿ ਇਹਦਾ ਮਤਲਬ ਕੀ ਆ। ਮਾਰਕੀਟਿੰਗ ਦਾ ਮਤਲਬ ਆ ਕਿ ਜੋ ਸਮਾਨ ਪ੍ਰੋਡਿਊਸਰਸ ਨੇ ਬਣਾਇਆ ਹੈਗਾ ਆ, ਲੇਕਿਨ ਉਸ ਤੋਂ ਵੀ ਪਹਿਲਾਂ ਮਾਰਕੀਟਿੰਗ ਸ਼ੁਰੂ ਹੋ ਜਾਂਦੀ ਆ। ਮਾਰਕੀਟਿੰਗ ਦੇ ਵਿੱਚ ਅਸੀਂ ਜੋ ਸਮਾਨ ਅਸੀਂ ਪ੍ਰੋਡਿਊਸ ਕਰਨਾ ਹੈਗਾ ਆ ਉਹਦੇ ਬਾਰੇ ਪਹਿਲਾਂ ਹੀ ਸੂਚਨਾ ਸ਼ੁਰੂ ਕਰ ਦਿੰਦੇ ਆ ਕਿ ਅਸੀਂ ਕਿਹੜਾ ਸਮਾਨ ਬਣਾਉਣਾ ਆ, ਕਸਟਮਰਸ ਕਿਸ ਤਰ੍ਹਾਂ ਦੇ ਨੇ, ਉਹਨਾਂ ਨੂੰ ਕੀ ਪਸੰਦ ਆ ਕੀ ਨਹੀਂ ਪਸੰਦ ਆ, ਉਹਨਾਂ ਦੇ ਬਾਰੇ ਸਰਵੇ ਕਰਨਾ, ਇੰਟਰਵਿਊ ਕਰਨਾ, ਉਹਨਾਂ ਦੀਆਂ ਲੋੜਾਂ, ਉਹਨਾਂ ਦੀਆਂ ਜ਼ਰੂਰਤਾਂ, ਉਹਨਾਂ ਦੀਆਂ ਟੇਸਟ, ਉਹਨਾਂ ਦੀਆਂ ਲਾਈਕਸ ਡਿਸਲਾਈਕਸ, ਪ੍ਰੈਫਰੈਂਸਿਸ, ਸਾਰਾ ਕੁਛ ਪਹਿਲਾਂ ਤੋਂ ਹੀ ਫਾਈਂਡ ਆਊਟ ਕਰਨ ਲਈ ਐਫਰਟਸ ਕੀਤੇ ਜਾਂਦੇ ਨੇ। ਅਤੇ ਮਾਰਕੀਟਿੰਗ ਦੇ ਵਿੱਚ ਜਿਹੜਾ ਆ ਪ੍ਰੋਡਕਸ਼ਨ ਤੋਂ ਪਹਿਲਾਂ ਹੀ ਕੰਮ ਜਿਹੜਾ ਸ਼ੁਰੂ ਹੋ ਜਾਂਦਾ ਆ। ਉਸ ਤੋਂ ਬਾਅਦ ਨੰਬਰ ਆਫ ਐਕਟੀਵਿਟੀਜ਼ ਜਿਹੜੀਆਂ ਨੇ ਪਰਫੋਰਮ ਕੀਤੀਆਂ ਜਾਂਦੀਆਂ ਨੇ, ਫਿਰ ਕਸਟਮਰਸ ਤੱਕ ਉਹ ਜਿਹੜਾ ਸਮਾਨ ਹੈ ਪਹੁੰਚਾਇਆ ਜਾਂਦਾ ਹੈ ਅਲੱਗ-ਅਲੱਗ ਤਰੀਕਿਆਂ ਰਾਹੀਂ। ਉਸ ਤੋਂ ਬਾਅਦ ਵੀ ਮਾਰਕੀਟਿੰਗ ਦੇ ਵਿੱਚ ਆਫਟਰ ਸੇਲ ਸਰਵਿਸਿਸ ਜਿਹੜੀਆਂ ਨੇ ਉਹ ਮਤਲਬ ਸਮਾਨ ਵੇਚਣ ਤੱਕ ਹੀ ਮਾਰਕੀਟਿੰਗ ਨਹੀਂ ਹੁੰਦੀ, ਉਸ ਤੋਂ ਬਾਅਦ ਵੀ, ਤਾਂ ਜੋ ਕਸਟਮਰ ਪੂਰੀ ਤਰ੍ਹਾਂ ਫੁੱਲੀ ਸੈਟਿਸਫਾਈਡ ਹੋਵੇ। ਕੱਲ੍ਹ ਨੂੰ ਅਗਰ ਇੱਕ ਸੈਟਿਸਫਾਈਡ ਕਸਟਮਰ, 1 ਸੈਟਿਸਫਾਈਡ ਕਸਟਮਰ ਇਜ਼ ਇਕੁਅਲ ਟੂ 4 ਨਿਊ ਕਸਟਮਰਸ, ਮਤਲਬ ਨਵੇਂ 4 ਕਸਟਮਰਸ ਜਿਹੜੇ ਆ ਉਹਦੇ ਰਾਹੀਂ ਜਿਹੜੇ ਆ ਆਉਣਗੇ, ਕਿਉਂਕਿ ਅਗਰ ਉਹ ਵਰਡ ਆਫ ਮਾਊਥ ਜਿਹੜਾ ਆ ਸਪਰੈਡ ਹੋਊਗਾ ਕਿ ਬਈ ਇਹ ਕੰਪਨੀ ਦਾ ਮੈਂ ਪ੍ਰੋਡਕਟ ਯੂਜ਼ ਕੀਤਾ, ਇਹਦੇ ਨਾਲ ਮੈਨੂੰ ਬਹੁਤ ਜ਼ਿਆਦਾ ਸੈਟਿਸਫੈਕਸ਼ਨ ਮਿਲੀ ਹੈ, ਅਤੇ ਤੁਸੀਂ ਵੀ ਇਹ ਵਰਤ ਕੇ ਦੇਖੋ, ਤੁਹਾਨੂੰ ਵੀ ਅੱਛਾ ਰਿਸਪੌਂਸ ਇਹਦਾ ਹੋਊਗਾ। ਅਤੇ ਇਹਦੇ ਨਾਲ ਕੀ ਹੁੰਦਾ ਹੈ, ਕੰਪਨੀ ਦੀ ਸੇਲਸ ਵੱਧਦੀਆਂ ਨੇ ਅਤੇ ਪ੍ਰੋਫਿਟ ਵੱਧਦੇ ਨੇ, ਅਤੇ ਕੰਪਨੀ ਦਾ ਮਾਰਕੀਟ ਸ਼ੇਅਰ ਇੰਪਰੂਵ ਹੁੰਦਾ ਹੈ, ਮਾਰਕੀਟ ਦੀ ਗੁੱਡਵਿਲ ਇੰਪਰੂਵ ਹੁੰਦੀ ਹੈ, ਅਤੇ ਮਾਰਕੀਟ ਦਾ ਵਿਕਾਸ ਅਤੇ ਵਿਸਥਾਰ ਸੰਭਵ ਹੁੰਦਾ ਹੈ। ਇਹ ਸਾਰੀਆਂ ਗਤੀਵਿਧੀਆਂ ਮਾਰਕੀਟਿੰਗ ਦੇ ਵਿੱਚ ਕੀਤੀਆਂ ਜਾਂਦੀਆਂ ਨੇ। ਮਾਰਕੀਟਿੰਗ ਦੇ ਕੰਮਾਂ ਦੇ ਵਿੱਚ ਸ਼ਾਮਲ ਆ ਸਭ ਤੋਂ ਪਹਿਲਾਂ ਮਾਰਕੀਟ ਦੇ ਰਿਸਰਚ, ਜਿਹਦੇ ਵਿੱਚ ਮੈਂ ਦੱਸਿਆ ਪੂਰਾ ਰਿਸਰਚ ਖੋਜਬੀਨ ਕੀਤੀ ਜਾਂਦੀ ਹੈ, ਕੀ ਚਾਹੀਦਾ ਕਸਟਮਰ ਨੂੰ ਕੀ ਨਹੀਂ ਚਾਹੀਦਾ, ਉਹ
ਉਹ ਕਿਸ ਤਰ੍ਹਾਂ ਦਾ, ਕਿਸ ਉਮਰ ਦਾ ਹੈਗਾ ਆ, ਕਿਸ ਲਿੰਗ ਦਾ ਹੈਗਾ ਆ, ਉਹਦੀ ਲਾਈਕਸ ਡਿਸਲਾਈਕਸ, ਟੇਸਟ ਪ੍ਰੈਫਰੈਂਸਿਸ, ਚੀਜ਼ਾਂ ਨੂੰ ਲੈ ਕੇ ਉਹ ਕੀ ਸੋਚਦਾ ਕੀ ਨਹੀਂ ਸੋਚਦਾ, ਇਹ ਸਾਰੀ ਜਾਣਕਾਰੀ ਇਕੱਠੀ ਕੀਤੀ ਜਾਂਦੀ ਹੈ। ਉਸ ਤੋਂ ਬਾਅਦ ਫਿਰ ਪਲੈਨਿੰਗ ਕੀਤੀ ਜਾਂਦੀ ਹੈ ਇਹਦੇ ਲਈ। ਜੋ ਚੀਜ਼ਾਂ ਅਸੀਂ ਜਾਣਕਾਰੀਆਂ ਇੰਪੋਰਟੈਂਟ ਇਕੱਠੀਆਂ ਕੀਤੀਆਂ ਉਹਦੇ ਹਿਸਾਬ ਨਾਲ ਫਿਰ ਯੋਜਨਾਵਾਂ ਤਿਆਰ ਕੀਤੀਆਂ ਜਾਂਦੀਆਂ ਨੇ ਮਾਰਕੀਟਿੰਗ ਦੀਆਂ, ਅਤੇ ਉਹਨਾਂ ਯੋਜਨਾਵਾਂ ਨੂੰ ਪੂਰਾ ਕਰਨ ਵਾਸਤੇ ਫਿਰ ਪ੍ਰੋਗਰਾਮ ਉਲੀਕੇ ਜਾਂਦੇ ਨੇ, ਅਤੇ ਤਾਂ ਜੋ ਮਾਰਕੀਟਿੰਗ ਦੇ ਜਿਹੜੇ ਉਦੇਸ਼ ਹੈ ਉਹਨਾਂ ਨੂੰ ਪੂਰਾ ਕੀਤਾ ਜਾ ਸਕੇ। ਤੀਸਰਾ ਸਟੈਪ ਹੈਗਾ ਆ, ਹੁਣ ਜਦ ਆਪਾਂ ਇਹ ਸਾਰਾ ਕੁਛ ਕਰ ਲਿਆ, ਹੁਣ ਪ੍ਰੋਡਕਟ ਦੀ ਪਲੈਨਿੰਗ ਕੀਤੀ ਜਾਂਦੀ ਆ। ਪ੍ਰੋਡਕਟ ਜਿਹੜਾ ਆ ਉਹ ਕਿਹੋ ਜਿਹਾ ਹੋਵੇ ਜਿਹੜਾ ਕਸਟਮਰ ਨੂੰ ਮੈਕਸਿਮਮ ਸੈਟਿਸਫੈਕਸ਼ਨ ਦੇ ਸਕੇ, ਉਹਦੀਆਂ ਲੋੜਾਂ ਨੂੰ, ਜ਼ਰੂਰਤਾਂ ਨੂੰ ਪੂਰਾ ਕਰ ਸਕੇ। ਅਤੇ ਇਹਦੇ ਵਿੱਚ ਪ੍ਰੋਡਕਟ ਪਲੈਨਿੰਗ ਕੀਤੀ ਜਾਂਦੀ ਹੈ, ਉਹਦਾ ਡਿਜ਼ਾਈਨ, ਉਹਦੇ ਵਿੱਚ ਕੀ ਖਾਸ ਗੱਲਾਂ ਹੋਣਗੀਆਂ, ਉਹਦੀ ਕੁਆਲਿਟੀ ਕਿਹੋ ਜਿਹੀ ਹੋਊਗੀ, ਪੈਕਿੰਗ, ਸਾਰਾ ਕੁਛ ਫੈਸਲੇ ਇੱਥੇ ਲਏ ਜਾਂਦੇ ਨੇ। ਫਿਰ ਇੱਕ ਸਟੈਂਡਰਡ ਸੈੱਟ ਕੀਤੇ ਜਾਂਦੇ ਨੇ ਕਿ ਮਤਲਬ ਉਹਨਾਂ ਸਟੈਂਡਰਡਸ ਦੇ ਅਕੋਰਡਿੰਗ ਹੀ ਜਿਹੜਾ ਪ੍ਰੋਡਕਟ ਆ ਉਹ ਡਿਜ਼ਾਈਨ ਕੀਤਾ ਜਾਂਦਾ ਹੈ, ਤਿਆਰ ਕੀਤਾ ਜਾਂਦਾ ਹੈ। ਇਹਦੇ ਵਿੱਚ ਸਟੈਂਡਰਡ ਇਸ ਕਰਕੇ ਸੈੱਟ ਕੀਤੇ ਜਾਂਦੇ ਨੇ ਤਾਂ ਜੋ ਅਸੀਂ ਇੱਕੋ ਹੀ ਤਰ੍ਹਾਂ ਦੀਆਂ ਜਿਹੜੀਆਂ ਐਕਟਿਵ ਪ੍ਰੋਡਕਟਸ ਜਿਹੜੇ ਨੇ ਉਹਨਾਂ ਦਾ ਨਿਰਮਾਣ ਕਰ ਸਕੀਏ, ਉਹਨਾਂ ਦੇ ਵਿੱਚ ਇੱਕ ਅੱਛੀ ਲੈਵਲ ਦੀ ਕੁਆਲਿਟੀ ਲੈ ਕੇ ਆ ਸਕੀਏ। ਅਤੇ ਅਗਰ ਸਟੈਂਡਰਡ ਦਾ ਪ੍ਰੋਡਕਟ ਹੋਊਗਾ ਤਾਂ ਉਹਦੇ ਨਾਲ ਜਿਹੜੇ ਕਸਟਮਰਸ ਹੈਗੇ ਉਹਨਾਂ ਦਾ ਵੀ ਕੌਨਫੀਡੈਂਸ ਉਸ ਪ੍ਰੋਡਕਟ ਦੇ ਵਿੱਚ ਰਹੂਗਾ, ਅਤੇ ਉਹਨਾਂ ਨੂੰ ਉਹਦੇ ਨਾਲ ਕਾਫੀ ਜ਼ਿਆਦਾ ਜਿਹੜੀਆਂ ਕੰਪਨੀਜ਼ ਹੈਗੀਆਂ ਉਹਨਾਂ ਨੂੰ ਇਹਦਾ ਕਾਫੀ ਜ਼ਿਆਦਾ ਫਾਇਦਾ ਹੋਊਗਾ। ਅਤੇ ਇੱਕ ਇੰਪੋਰਟੈਂਟ ਪਾਰਟ ਆ ਸਟੈਂਡਰਡਾਈਜੇਸ਼ਨ ਜਾਂ ਮਾਪਦੰਡੀਕਰਨ ਕਾਹਦਾ, ਮਾਰਕੀਟਿੰਗ ਦਾ। ਫਿਰ ਉਸ ਤੋਂ ਬਾਅਦ ਗ੍ਰੇਡਿੰਗ ਕੀਤੀ ਜਾਂਦੀ ਆ, ਮਤਲਬ ਪ੍ਰੋਡਕਟਸ ਦੀ ਗ੍ਰੇਡ ਅਲੱਗ ਅਲੱਗ ਤਰ੍ਹਾਂ ਦੀ ਗ੍ਰੇਡਿੰਗ ਕੀਤੀ ਜਾਂਦੀ ਆ। ਜਿਹੜੇ ਹਾਈ ਕੁਆਲਿਟੀ ਪ੍ਰੋਡਕਟਸ ਨੇ, ਜਿਹੜੇ ਮੀਡੀਅਮ ਕੁਆਲਿਟੀ ਪ੍ਰੋਡਕਟਸ ਨੇ, ਜਿਹੜੇ ਲੋਅ ਕੁਆਲਿਟੀ ਪ੍ਰੋਡਕਟਸ ਨੇ, ਉਹਨਾਂ ਨੂੰ ਗ੍ਰੇਡ ਕਰ ਲਿਆ ਜਾਂਦਾ ਹੈ। ਅਤੇ ਉਹਦੇ ਮੁਤਾਬਕ ਉਹਨਾਂ ਦੇ ਜਿਹੜੇ ਕਸਟਮਰਸ ਹੈਗੇ ਆ, ਹਾਈ ਕੁਆਲਿਟੀ ਵਾਲਿਆਂ ਨੂੰ ਹਾਈ ਕੁਆਲਿਟੀ ਪ੍ਰੋਡਕਟਸ, ਅਤੇ ਮੀਡੀਅਮ ਵਾਲਿਆਂ ਨੂੰ ਮੀਡੀਅਮ ਅਤੇ ਲੋਅ ਕੁਆਲਿਟੀ ਪ੍ਰੋਡਕਟਸ ਜਿਹੜੇ ਆ ਮਾਸਿਸ ਨੂੰ ਦਿੱਤੇ ਜਾਂਦੇ ਨੇ। ਇਸ ਤਰੀਕੇ ਨਾਲ ਮਤਲਬ ਗ੍ਰੇਡਿੰਗ ਦੇ ਵਿੱਚ ਇਹ ਸਾਰਾ ਕੁਛ ਡਿਜ਼ਾਈਨ ਕੀਤਾ ਜਾਂਦਾ ਹੈ। ਫਿਰ ਬ੍ਰਾਂਡਿੰਗ ਕਰਨਾ, ਮਤਲਬ ਤੁਹਾਡਾ ਜਿਹੜਾ ਪ੍ਰੋਡਕਟ ਹੈ ਉਹਦੀ ਇੱਕ ਬ੍ਰਾਂਡ ਹੋਣਾ ਚਾਹੀਦਾ, ਕਿਉਂਕਿ ਆਖਰਕਾਰ ਪ੍ਰੋਡਕਟ ਦੀ ਪਛਾਣ ਉਹਦੇ ਬ੍ਰਾਂਡ ਤੋਂ ਪਤਾ ਲੱਗਦੀ ਆ। ਅਤੇ ਉਹਦੀ ਬ੍ਰਾਂਡਿੰਗ ਦਾ ਜਿਹੜਾ ਪੂਰਾ ਪ੍ਰੋਸੈਸ ਆ ਇਹ ਮਾਰਕੀਟਿੰਗ ਦੇ ਵਿੱਚ ਇੱਕ ਇੰਪੋਰਟੈਂਟ ਕੰਮ ਆ। ਅਤੇ ਜਿਹੜੇ ਵੀ ਕਸਟਮਰਸ ਹੈ, ਆਪਣੇ ਉਤਪਾਦਕ ਆ, ਪ੍ਰੋਡਿਊਸਰਸ ਆ, ਜਿਨ੍ਹਾਂ ਨੇ ਸਮਾਨ ਤਿਆਰ ਕਰਨਾ, ਉਹ ਆਪਣੇ ਪ੍ਰੋਡਕਟ ਨੂੰ ਇੱਕ ਇਸ ਤਰੀਕੇ ਦਾ ਬ੍ਰਾਂਡ ਜਿਹੜਾ ਆ ਉਹ ਬਣਾ ਕੇ ਪੇਸ਼ ਕਰਨਾ ਚਾਹੁੰਦੇ ਆ ਤਾਂ ਜੋ ਕਸਟਮਰ ਜਿਹੜਾ ਹੈ ਉਸ ਬ੍ਰਾਂਡ ਤੋਂ ਪ੍ਰਭਾਵਿਤ ਹੋਵੇ, ਅਤੇ ਉਹਦੀ ਮਾਇੰਡ 'ਚ ਉਹ ਬ੍ਰਾਂਡ ਦੀ ਛਾਪ ਜਿਹੜੀ ਹੈ ਉਹ ਛੱਡਣਾ ਚਾਹੁੰਦੇ ਆ ਉਹ ਆਪਣੇ ਇਸ ਤਰੀਕੇ ਨਾਲ, ਤਾਂ ਜੋ ਕਸਟਮਰ ਜਿਹੜੇ ਆ ਉਹਨਾਂ ਦੇ ਪ੍ਰੋਡਕਟ ਦੇ ਪ੍ਰਤੀ ਵਫਾਦਾਰ ਹੋਣ ਅਤੇ ਉਹਨਾਂ ਦੀ ਉਤਪਾਦ ਦੀ ਵਿਕਰੀ ਮੈਕਸੀਮਮ ਹੋਵੇ। ਫਿਰ ਪੈਕੇਜਿੰਗ, ਲੇਬਲਿੰਗ 'ਤੇ ਕੰਮ ਕੀਤਾ ਜਾਂਦਾ। ਪੈਕੇਜਿੰਗ ਇਸ ਤਰ੍ਹਾਂ ਦੀ ਹੁੰਦੀ ਹੈ ਕਿ ਕਸਟਮਰ ਨੂੰ ਇੱਕ ਨਿਗਾਹ ਦੇ ਵਿੱਚ ਹੀ ਉਹ ਪ੍ਰੋਡਕਟ ਪਸੰਦ ਆ ਜਾਵੇ। ਉਹਦੇ ਉੱਤੇ ਲੇਬਲ ਤਿਆਰ ਕਰਨਾ, ਉਹਦਾ ਲੇਬਲ ਵੀ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਜੋ ਅਟਰੈਕਟਿਵ ਲੱਗੇ, ਜੋ ਪੈਕੇਜਿੰਗ ਦੇ ਨਾਲ ਕੰਪਲੀਮੈਂਟ ਕਰੇ, ਤਾਂ ਜੋ ਕਸਟਮਰ ਜਿਹੜਾ ਆ ਉਸ ਪ੍ਰੋਡਕਟ ਦੇ ਬਾਰੇ ਜਿਹੜਾ ਆ ਵੱਧ ਤੋਂ ਵੱਧ ਜਾਣਕਾਰੀ ਹਾਸਿਲ ਕਰ ਸਕੇ। ਅਤੇ ਉਹ ਪ੍ਰੋਡਕਟ ਦੀ ਪੈਕੇਜਿੰਗ ਇਹੋ ਜਿਹੀ ਹੋਣੀ ਚਾਹੀਦੀ ਤਾਂ ਕਿ ਉਹ ਪ੍ਰੋਡਕਟ ਜਿਹੜਾ ਆ ਸੇਫਲੀ ਕਸਟਮਰ ਕੋਲ ਜਾ ਸਕੇ, ਉਹਦੇ ਵਿੱਚ ਉਹਨੂੰ ਪ੍ਰੋਡਕਟ ਦੀ ਕਿਸੇ ਤਰੀਕੇ ਦੀ ਡੈਮੇਜ ਹੋਣ ਦੀ ਸੰਭਾਵਨਾ ਉਹਦੇ ਰਾਹੀਂ ਨਾ ਹੋਵੇ। ਇਹ ਸਾਰਾ ਕੁਛ ਵੀ ਇਹਦੇ ਵਿੱਚ ਮਾਰਕੀਟਿੰਗ ਡਿਸੀਜਨਸ ਦੇ ਵਿੱਚ ਲਿਆ ਜਾਂਦਾ। ਫਿਰ ਪ੍ਰੋਡਕਟ ਦੀ ਬਹੁਤ ਇੰਪੋਰਟੈਂਟ ਇੱਕ ਚੀਜ਼ ਹੁੰਦੀ ਹੈ ਪ੍ਰਾਈਜ਼ਿੰਗ, ਕਿਸ ਪ੍ਰਾਈਸ 'ਤੇ ਆਪਾਂ ਉਹ ਪ੍ਰੋਡਕਟ ਜਿਹੜਾ ਹੈ ਲਾਂਚ ਕਰਨਾ ਹੈ, ਉਹਦੀ ਜਿਹੜੀ ਪ੍ਰਾਈਜ਼ਿੰਗ, ਉਹਦੀ ਕੀਮਤ ਜਿਹੜੀ ਆ ਉਹ ਉਹੋ ਜਿਹੀ ਹੋਣੀ ਚਾਹੀਦੀ ਆ ਜਿਹੜੀ ਕਿ ਕਸਟਮਰ ਦੀ ਜੇਬ 'ਤੇ ਵੀ ਬਹੁਤਾ ਅਸਰ ਨਾ ਪਵੇ, ਅਤੇ ਉਹਨੂੰ ਉਹ ਪ੍ਰੋਡਕਟ ਨੂੰ ਯੂਜ਼ ਕਰਕੇ ਉਹਦੀ ਪ੍ਰੋਡਕਟ ਦੀ ਜੋ ਪ੍ਰਾਈਜ਼ ਆ ਉਸ ਤੋਂ ਜ਼ਿਆਦਾ ਉਹਨੂੰ ਸੈਟਿਸਫੈਕਸ਼ਨ ਮਿਲੇ। ਇਸ ਤਰੀਕੇ ਨਾਲ ਪ੍ਰਾਈਜ਼ ਜਿਹੜਾ ਆ ਪ੍ਰੋਡਕਟ ਦਾ ਡਿਜ਼ਾਈਨ ਕੀਤਾ ਜਾਂਦਾ ਹੈ, ਡਿਟਰਮਿਨ ਕੀਤਾ ਜਾਂਦਾ ਹੈ, ਤਾਂ ਜੋ ਪ੍ਰੋਡਕਟ ਜਿਹੜਾ ਪ੍ਰੋਡਕਟ ਯੂਜ਼ ਕਰਕੇ ਕਸਟਮਰ ਨੂੰ ਇਹ ਨਾ ਲੱਗੇ ਕਿ ਉਹਨੇ ਉਸ ਪ੍ਰੋਡਕਟ ਨੂੰ ਜ਼ਿਆਦਾ ਪ੍ਰਾਈਜ਼ 'ਤੇ ਖਰੀਦਿਆ ਹੈਗਾ ਆ ਜਾਂ ਉਹਨੂੰ ਘੱਟ ਸੈਟਿਸਫੈਕਸ਼ਨ ਮਿਲੀ ਆ। ਅਤੇ ਇਸ ਕਰਕੇ ਪ੍ਰਾਈਜ਼ ਇਸ ਤਰੀਕੇ ਨਾਲ ਸੈੱਟ ਕੀਤਾ ਜਾਂਦਾ ਹੈ ਪ੍ਰੋਡਕਟ ਦਾ, ਤਾਂ ਜੋ ਕਸਟਮਰ ਨੂੰ ਜਿਹੜਾ ਆ ਉਹ ਪ੍ਰੋਡਕਟ ਯੂਜ਼ ਕਰਨ ਦੇ ਵਿੱਚ ਕੋਈ ਔਖਾ ਨਾ ਲੱਗੇ, ਉਹਨੂੰ ਖਰੀਦਣਾ ਕੋਈ ਔਖਾ ਨਾ ਲੱਗੇ, ਮਹਿੰਗਾ ਨਾ ਲੱਗੇ ਉਹਨੂੰ, ਕਿ ਪ੍ਰੋਡਕਟ ਉਹਨੇ ਮਹਿੰਗਾ ਖਰੀਦਿਆ ਅਤੇ ਉਹਨੂੰ ਉਹ ਤੋਂ ਜਿਹੜਾ ਰਿਟਰਨ ਆ ਜਾਂ ਸੈਟਿਸਫੈਕਸ਼ਨ ਹੈ ਘੱਟ ਮਿਲੀ ਹੈ। ਫਿਰ ਪ੍ਰਮੋਸ਼ਨ, ਕਿਉਂਕਿ ਪ੍ਰਮੋਸ਼ਨ ਤੋਂ ਬਗੈਰ, ਐਡਵਰਟਾਈਜ਼ਮੈਂਟ ਤੋਂ ਬਗੈਰ ਪ੍ਰੋਡਕਟ ਜਿਹੜਾ ਵਿਕਣਾ ਉਹਦਾ ਕਾਫੀ ਉਹਦੀ ਵਿਕਰੀ ਦੇ ਉੱਤੇ ਕਾਫੀ ਬੁਰਾ ਅਸਰ ਪੈਂਦਾ ਹੈ। ਇਸ ਕਰਕੇ ਪ੍ਰਮੋਸ਼ਨ ਲਈ ਕਾਫੀ ਐਫਰਟਸ ਕੀਤੇ ਜਾਂਦੇ ਨੇ। ਪ੍ਰਮੋਸ਼ਨ, ਪਬਲਿਸਿਟੀ, ਐਡਵਰਟਾਈਜ਼ਮੈਂਟ, ਇਹ ਸਾਰੀਆਂ ਚੀਜ਼ਾਂ ਦੇ ਉੱਤੇ ਕਾਫੀ ਪੈਸਾ ਖਰਚ ਕੀਤਾ ਜਾਂਦਾ। ਕਾਫੀ ਅੱਛੇ ਅਗਰੈਸਿਵਲੀ ਕੈਂਪੇਨ ਚਲਾਏ ਜਾਂਦੇ ਨੇ ਤਾਂ ਜੋ ਕਸਟਮਰਸ ਤੱਕ ਵੱਧ ਤੋਂ ਵੱਧ ਲੋਕਾਂ ਤੱਕ ਆਪਣੇ ਪ੍ਰੋਡਕਟ ਨੂੰ ਪਹੁੰਚਾਇਆ ਜਾ ਸਕੇ, ਉਹਨਾਂ ਤੱਕ ਉਹ ਜਾਣਕਾਰੀ ਜਿਹੜੀ ਹੈ ਐਜੂਕੇਟ ਉਹਨਾਂ ਨੂੰ ਕੀਤਾ ਜਾ ਸਕੇ। ਇਸ ਤੋਂ ਇਲਾਵਾ ਕਸਟਮਰਸ ਨੂੰ ਜਦੋਂ ਪ੍ਰੋਡਕਟ ਵੇਚ ਦਿੱਤਾ ਜਾਂਦਾ ਉਸ ਤੋਂ ਬਾਅਦ ਵੀ ਉਹਨਾਂ ਨੂੰ ਕਸਟਮਰ ਸਪੋਰਟ ਸਰਵਿਸਿਸ ਦਿੱਤੀਆਂ ਜਾਂਦੀਆਂ ਨੇ। ਵਿਕਰੀ ਤੋਂ ਬਾਅਦ ਵੀ ਸੇਵਾਵਾਂ ਦਿੱਤੀਆਂ ਜਾਂਦੀਆਂ ਨੇ। ਸ਼ਿਕਾਇਤ ਕੇਂਦਰ ਬਣਾਏ ਜਾਂਦੇ ਨੇ, ਸੇਵਾ ਕੇਂਦਰ ਜਿਹਨੂੰ ਸਰਵਿਸ ਸੈਂਟਰ ਕਹਿੰਦੇ ਆ, ਕਾਲ ਸੈਂਟਰਸ ਕਹਿੰਦੇ ਆ,
ਕ੍ਰੈਡਿਟ ਦੀਆਂ ਫੈਸਿਲਿਟੀਆਂ, ਮਤਲਬ ਜਿਹੜੇ ਕਸਟਮਰਸ ਕੋਲ ਪੈਸਾ ਨਹੀਂ ਆ ਜਾਂ ਉਹਨਾਂ ਕੋਲ ਇਕੱਠਾ ਪੈਸਾ ਨਹੀਂ ਆ, ਉਧਾਰ ਉਹਨਾਂ ਨੂੰ ਇੰਸਟਾਲਮੈਂਟ ਦੇ ਉੱਤੇ ਜਿਹੜਾ ਹੈ ਸਮਾਨ ਜਿਹੜਾ ਹੈ ਪ੍ਰੋਡਕਟ ਜਿਹੜਾ ਹੈ ਉਹ ਸੇਲ ਕਰ ਦਿੱਤਾ ਜਾਂਦਾ, ਡਿਸਕਾਊਂਟਸ ਵਗੈਰਾ ਦਿੱਤੇ ਜਾਂਦੇ ਨੇ, 100 ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੂੰ ਪ੍ਰੋਵਾਈਡ ਕੀਤੀਆਂ ਜਾਂਦੀਆਂ, ਗਰੰਟੀ ਵਾਰੰਟੀਜ਼ ਕਲੇਮਸ, ਇਸ ਤਰ੍ਹਾਂ ਦੀਆਂ ਚੀਜ਼ਾਂ ਉਹਨਾਂ ਨੂੰ ਦਿੱਤੀਆਂ ਜਾਂਦੀਆਂ ਨੇ। ਫਿਰ ਟਰਾਂਸਪੋਰਟੇਸ਼ਨ ਇੱਕ ਇੰਪੋਰਟੈਂਟ ਮਾਰਕੀਟਿੰਗ ਦਾ ਪਾਰਟ ਹੈ। ਟਰਾਂਸਪੋਰਟੇਸ਼ਨ ਮਤਲਬ ਸਮਾਨ ਨੂੰ ਕਸਟਮਰ ਤੱਕ ਪਹੁੰਚਾਉਣਾ, ਢੋਆ ਢੁਆਈ ਦਾ ਖਰਚਾ, ਇਹ ਸਾਰਾ ਕੁਛ, ਕਿਉਂਕਿ ਕਸਟਮਰਸ ਅਤੇ ਪ੍ਰੋਡਿਊਸਰ ਜਿਹੜੇ ਕਈ ਵਾਰ ਬਹੁਤ ਦੂਰ ਦੂਰ ਹੁੰਦੇ ਨੇ ਅਤੇ ਉਹਨਾਂ ਦੇ ਵਿਚਕਾਰ ਕਾਫੀ ਫਾਸਲਾ ਹੁੰਦਾ ਹੈ। ਇਸ ਕਰਕੇ ਉਹ ਸਮਾਨ ਜਿਹੜਾ ਜਿੱਥੋਂ ਉਹ ਬਣਿਆ ਹੈਗਾ ਅਤੇ ਜਿੱਥੇ ਉਹਨੂੰ ਪਹੁੰਚਾਉਣਾ ਹੈ, ਉਹਦੇ ਲਈ ਕਾਫੀ ਤਰ੍ਹਾਂ ਦੇ ਟਰਾਂਸਪੋਰਟੇਸ਼ਨ ਦੇ ਸਾਨੂੰ ਮਾਧਿਅਮ ਜਿਹੜੇ ਨੇ ਉਹ ਲੈਣੇ ਪੈਂਦੇ ਨੇ, ਲੱਭਣੇ ਪੈਂਦੇ ਨੇ, ਤਾਂ ਜੋ ਕਸਟਮਰਸ ਤੱਕ ਸਮਾਨ ਜਿਹੜਾ ਪਹੁੰਚਾਇਆ ਜਾ ਸਕੇ। ਅਤੇ ਜਦੋਂ ਤੱਕ ਸਮਾਨ ਨਹੀਂ ਪਹੁੰਚਾਇਆ ਜਾਂਦਾ ਤਦ ਤੱਕ ਉਹਨੂੰ ਸਟੋਰ ਕਰਨਾ ਹੈ ਗੋਡਾਊਨਸ ਦੇ ਵਿੱਚ, ਵੇਅਰ ਹਾਊਸਿਸ ਦੇ ਵਿੱਚ, ਠੀਕ ਹੈ ਜੀ, ਸਟੋਰ ਰੂਮਸ ਦੇ ਵਿੱਚ ਸਟੋਰ ਵੀ ਕਰਨਾ ਹੁੰਦਾ ਹੈ। ਅਤੇ ਉਹਦੇ ਵਾਸਤੇ ਵੀ ਸਾਨੂੰ ਉਹ ਸਾਰੀਆਂ ਫੈਸਿਲਿਟੀਜ਼ ਜਿਹੜੀਆਂ ਨੇ ਮਾਰਕੀਟਿੰਗ ਦੇ ਵਿੱਚ ਧਿਆਨ ਵਿੱਚ ਰੱਖਣੀਆਂ ਹੁੰਦੀਆਂ ਨੇ। ਇਹ ਸਾਰੀਆਂ ਚੀਜ਼ਾਂ ਤਦ ਹੀ ਸੰਭਵ ਹੋ ਸਕਣਗੀਆਂ ਜਦ ਸਾਡੇ ਕੋਲ ਐਡੂਕੁਏਟ ਫਾਈਨੈਂਸ, ਵਿੱਤ ਦੀ ਸੁਵਿਧਾ ਪ੍ਰਦਾਨ ਅਗਰ ਹੋਊਗੀ ਸਾਡੇ ਕੋਲ, ਵਿਥ ਸਫੀਸ਼ੀਐਂਟ ਮਨੀ ਜਾਂ ਫਾਈਨੈਂਸ ਸਾਡੇ ਕੋਲ ਜਿੰਨਾ ਸਾਨੂੰ ਚਾਹੀਦਾ ਸਫੀਸ਼ੀਐਂਟ ਮਾਤਰਾ ਦੇ ਵਿੱਚ ਉਹ ਹੋਊਗਾ। ਅਤੇ ਉਹਦੇ ਲਈ ਸਾਨੂੰ ਬੈਂਕਾਂ ਦਾ ਜਾਂ ਵਿੱਤੀ ਸੰਸਥਾਵਾਂ ਦਾ ਰੁੱਖ ਕਰਨਾ ਪੈਂਦਾ ਹੈ, ਕਿਉਂਕਿ ਮਾਰਕੀਟਿੰਗ ਦੇ ਵਿੱਚ ਬਹੁਤ ਸਾਰੀਆਂ ਫੈਸਿਲਿਟੀਜ਼ ਸ਼ਾਮਲ ਹੈ। ਤੁਸੀਂ ਦੇਖਿਆ ਹੀ ਹੈ ਹੁਣ ਤੱਕ ਕਿੰਨੇ ਫੰਕਸ਼ਨ ਮਾਰਕੀਟਿੰਗ ਦੇ ਵਿੱਚ ਕਰਨੇ ਪੈਂਦੇ ਆ, ਅਤੇ ਉਹ ਹਰ ਇੱਕ ਫੰਕਸ਼ਨ ਵਾਸਤੇ ਫਾਈਨੈਂਸ ਦੀ ਲੋੜ ਹੁੰਦੀ ਹੈ, ਪੈਸੇ ਦੀ ਲੋੜ ਹੁੰਦੀ ਹੈ। ਉਹ ਪੈਸਾ ਸਾਨੂੰ ਜਿਹੜਾ ਕਿੱਥੋਂ ਮਿਲੂਗਾ, ਕਿੱਦਾਂ ਕਰਾਂਗੇ, ਉਹ ਕਿੱਥੋਂ ਆਊਗਾ, ਅਤੇ ਉਹਦੇ ਲਈ ਕਿੰਨਾ ਪੈਸਾ ਸਾਨੂੰ ਇੰਟਰਸਟ ਜਾਂ ਕਮਿਸ਼ਨ ਦੇ ਤੌਰ 'ਤੇ ਦੇਣਾ ਪਊਗਾ, ਉਹ ਸਾਰਾ ਕੁਛ ਦੇਖਣਾ ਪੈਂਦਾ ਹੈ। ਫਿਰ ਬੀਮਾ ਵੀ, ਕਿਉਂਕਿ ਜਿਹੜਾ ਸਮਾਨ ਆ ਉਹਨੂੰ ਜਦ ਆਪਾਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੱਕ ਲੈ ਕੇ ਜਾਣਾ ਆ ਜਾਂ ਸਟੋਰ ਵੀ ਕਰਨਾ ਹੈ, ਜਾਂ ਉਹਨੂੰ ਚੋਰੀ ਕਰਨ ਹੋਣ ਦਾ ਜਾਂ ਉਹਨੂੰ ਐਕਸੀਡੈਂਟ ਹੋਣ ਦਾ ਜਾਂ ਕੋਈ ਪ੍ਰਾਕ੍ਰਿਤਿਕ ਜਿਹੜੀ ਆ ਆਫਤ ਆਉਣ ਦਾ ਖਤਰਾ ਵੀ ਉਹਦੇ ਉੱਤੇ ਹਮੇਸ਼ਾ ਮੰਡਰਾਉਂਦਾ ਰਹਿੰਦਾ, ਅਤੇ ਉਹਨੂੰ ਹਟਾਉਣ ਵਾਸਤੇ ਬੀਮਾ ਵੀ ਕਰਵਾਉਣਾ ਹੁੰਦਾ ਹੈ। ਅਤੇ ਇਹ ਸਾਰੀਆਂ ਜਿਹੜੀਆਂ ਫੰਕਸ਼ਨਸ ਆ, ਕਾਰਜ ਜਿਹੜੇ ਨੇ ਮਾਰਕੀਟਿੰਗ ਦੇ ਵਿੱਚ ਕੀਤੇ ਜਾਂਦੇ ਨੇ। ਪ੍ਰੋਡਕਟ ਦੀ ਰਿਸਰਚ ਤੋਂ ਲੈ ਕੇ ਇੰਸ਼ੋਰੈਂਸ ਤੱਕ ਸਾਰਾ ਕੰਮ ਜਿਹੜਾ ਹੈ ਮਾਰਕੀਟਿੰਗ ਦੇ ਵਿੱਚ ਆਪਾਂ ਇਹਦੇ ਬਾਰੇ ਕਰਦੇ ਹੈਗੇ ਆ। ਹੁਣ ਮਾਰਕੀਟਿੰਗ ਦਾ ਰੋਲ ਕੀ ਆ? ਅਤੇ ਕੋਈ ਵੀ ਸੰਗਠਨ ਹੋਵੇ, ਚਾਹੇ ਲਾਭਕਾਰੀ ਹੋਵੇ, ਗੈਰ ਲਾਭਕਾਰੀ ਮਤਲਬ ਪ੍ਰੋਫਿਟ ਔਰਗੇਨਾਈਜੇਸ਼ਨ ਹੋਵੇ, ਜਾਂ ਗੈਰ ਲਾਭਕਾਰੀ ਸੰਗਠਨ ਹੋਵੇ, ਉਹਨਾਂ ਵਾਸਤੇ ਮਾਰਕੀਟਿੰਗ ਬਹੁਤ ਜ਼ਰੂਰੀ ਹੈ। ਜਿਹੜੇ ਵਪਾਰਕ ਸੰਗਠਨ ਆ ਉਹਨਾਂ ਵਾਸਤੇ ਤਾਂ ਬਜ਼ਾਰੀਕਰਨ ਜਾਂ ਮਾਰਕੀਟਿੰਗ ਇਸ ਕਰਕੇ ਜ਼ਰੂਰੀ ਹੈ ਕਿ ਉਹ ਲਾਭ ਕਮਾਉਣਾ ਚਾਹੁੰਦੇ ਨੇ ਅਤੇ ਉਹ ਆਪਣੇ ਕਸਟਮਰਸ ਨੂੰ ਵੱਧ ਤੋਂ ਵੱਧ ਸੈਟਿਸਫੈਕਸ਼ਨ ਦੇਣਾ ਚਾਹੁੰਦੇ ਨੇ। ਅਤੇ ਜਿਹੜੇ ਗੈਰ ਲਾਭਕਾਰੀ ਸੰਗਠਨ ਨੇ, ਨਾਨ ਪ੍ਰੋਫਿਟ ਔਰਗੇਨਾਈਜੇਸ਼ਨ, ਉਹ ਵੀ ਆਪਣੇ ਜਿਹੜੇ ਇੰਪੋਰਟੈਂਟ ਸੰਦੇਸ਼ ਆ ਉਹ ਬਜ਼ਾਰੀਕਰਨ ਰਾਹੀਂ ਹੀ ਲੋਕਾਂ ਤੱਕ ਪਹੁੰਚਾਉਂਦੇ ਨੇ ਅਤੇ ਉਹਨਾਂ ਉਦੇਸ਼ਾਂ ਦੀ ਪ੍ਰਾਪਤੀ ਕਰਦੇ ਨੇ। ਉਦਾਹਰਨ ਲਈ ਜਿੱਦਾਂ ਵਾਤਾਵਰਨ ਸੁਰੱਖਿਆ ਦਾ ਅਗਰ ਆਪਾਂ ਕੋਈ ਗੈਰ ਲਾਭਕਾਰੀ ਸੰਗਠਨ ਹੈ ਜਿਹਦਾ ਸੰਬੰਧ ਹੈਗਾ ਆ, NGO ਦਾ ਸੰਬੰਧ ਹੈਗਾ ਆ ਪੋਲਿਊਸ਼ਨ ਰੋਕਣ ਵਾਸਤੇ ਜਾਂ ਇਨਵਾਇਰਮੈਂਟ ਨੂੰ ਸੇਫ ਕਰਨ ਵਾਸਤੇ, ਅਤੇ ਉਹ ਆਪਣਾ ਸੰਦੇਸ਼ ਜਿਹੜਾ ਆ ਮਾਰਕੀਟਿੰਗ ਦੇ ਰਾਹੀਂ ਸਹੀ ਢੰਗ ਨਾਲ ਬਹੁਤੇ ਲੋਕਾਂ ਤੱਕ ਪਹੁੰਚਾ ਸਕਦਾ ਹੈ। ਅਤੇ ਮਾਰਕੀਟਿੰਗ ਦੇ ਕਈ ਫਾਇਦੇ ਆ। ਮਾਰਕੀਟਿੰਗ ਦਾ ਇੰਪੋਰਟੈਂਟ ਰੋਲ ਪਲੇ ਕਰਦਾ ਆ ਸਾਰਿਆਂ ਵਾਸਤੇ ਹੀ। ਅਗਰ ਇੱਕ ਫਰਮ ਦੀ ਗੱਲ ਕਰੀਏ ਤਾਂ ਇੱਕ ਬਿਜ਼ਨਸ ਵਾਸਤੇ ਮਾਰਕੀਟਿੰਗ ਦੀ ਕੀ ਰੋਲ ਆ? ਬਿਜ਼ਨਸ ਮਾਰਕੀਟਿੰਗ ਦੇ ਰਾਹੀਂ ਆਪਣੇ ਉਦੇਸ਼ਾਂ ਦੀ ਪ੍ਰਾਪਤੀ ਕਰ ਸਕਦਾ ਆ, ਗਾਹਕਾਂ ਨੂੰ ਬਹੁਤ ਜ਼ਿਆਦਾ ਸੰਤੁਸ਼ਟੀ ਪ੍ਰਦਾਨ ਕਰ ਸਕਦਾ ਆ। ਲੰਬੇ ਸਮੇਂ ਤੱਕ ਮਾਰਕੀਟਿੰਗ ਦੇ ਰਾਹੀਂ ਜਿਹੜੀ ਕੰਪਨੀ ਜਾਂ ਬਿਜ਼ਨਸ ਆ ਉਹ ਸਕਸੈਸਫੁਲ ਜਾਂ ਡਿਵੈਲਪ ਹੋ ਸਕਦੀ ਆ। ਇਸ ਤੋਂ ਇਲਾਵਾ ਆਪਣੇ ਜਿਹੜੇ ਕੰਪੀਟੀਟਰਸ ਆ, ਅਸੀਂ ਉਹਨਾਂ ਦੇ ਮੁਕਾਬਲੇ ਦਾ ਸਾਹਮਣਾ ਕਰ ਸਕਦੇ ਹਾਂ ਮਾਰਕੀਟਿੰਗ ਦੇ ਰਾਹੀਂ, ਅਤੇ ਅੱਛਾ ਲਾਭ ਕਮਾ ਸਕਦੇ ਹਾਂ। ਇਕੋਨਮੀ ਦੇ ਇਹਨੂੰ ਕੀ ਫਾਇਦੇ? ਅਰਥ ਵਿਵਸਥਾ ਦੇ ਮਾਰਕੀਟਿੰਗ, ਅਰਥ ਵਿਵਸਥਾ ਨੂੰ ਕੀ ਫਾਇਦੇ ਆ ਮਾਰਕੀਟਿੰਗ ਦੇ ਨਾਲ? ਲੋਕਾਂ ਦਾ ਰਹਿਣ ਸਹਿਣ ਦਾ ਪੱਧਰ ਅੱਛਾ ਹੁੰਦਾ ਆ, ਉਹਨਾਂ ਨੂੰ ਕਾਫੀ ਅੱਛੀ ਸੰਤੁਸ਼ਟੀ ਪ੍ਰਾਪਤ ਹੁੰਦੀ ਹੈ, ਜਿਹਦੇ ਨਾਲ ਦੇਸ਼ ਦੇ ਵਿੱਚ ਇਕਨੋਮਿਕ ਵੈਲਫੇਅਰ ਜਾਂ ਆਰਥਿਕ ਖੁਸ਼ਹਾਲੀ ਆਉਂਦੀ ਆ। ਪ੍ਰਤੀ ਵਿਅਕਤੀ ਆਮਦਨ ਦੇ ਵਿੱਚ ਵਾਧਾ ਹੁੰਦਾ ਆ, ਅਰਥ ਵਿਵਸਥਾ ਦਾ ਇਕਨੋਮਿਕ ਵਿਕਾਸ ਹੁੰਦਾ ਆ। ਇਹਦੇ ਰਾਹੀਂ ਜਿਹੜੀਆਂ ਕੰਪਨੀਆਂ ਉਹਨਾਂ ਦੇ ਉਤਪਾਦਾਂ ਦੀ ਵਿਕਰੀ 'ਚ ਵਾਧਾ ਹੁੰਦਾ ਆ, ਜਿਹੜੇ ਉਦਯੋਗ ਉਹਨਾਂ ਦਾ ਵਿਕਾਸ ਹੁੰਦਾ ਹੈ, ਅਤੇ ਨਵੇਂ ਉਦਯੋਗ ਸਥਾਪਿਤ ਕਰਨ ਦੇ ਵਿੱਚ ਮਦਦ ਮਿਲਦੀ ਆ, ਅਤੇ ਦੇਸ਼ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਵਪਾਰ ਜਿਹੜੇ ਉਹਦੇ ਨਾਲ ਵੱਧਦੇ ਹੈਗੇ ਆ ਮਾਰਕੀਟਿੰਗ ਦੇ ਨਾਲ। ਅਤੇ ਕਾਫੀ ਫਾਇਦੇ ਆ, ਇੰਪੋਰਟੈਂਟ ਰੋਲ ਪਲੇ ਕਰਦੀ ਹੈ ਮਾਰਕੀਟਿੰਗ ਕਿਸੇ ਬਿਜ਼ਨਸ ਵਾਸਤੇ ਵੀ ਅਤੇ ਇਕੋਨਮੀ ਵਾਸਤੇ ਵੀ। ਹੁਣ ਮਾਰਕੀਟਿੰਗ ਮੈਨੇਜਮੈਂਟ ਇੱਕ ਕੌਨਸੈਪਟ ਆ। ਮਾਰਕੀਟਿੰਗ ਮੈਨੇਜਮੈਂਟ ਕੀ ਹੁੰਦਾ ਆ ਜਾਂ ਬਜ਼ਾਰੀਕਰਨ ਪ੍ਰਬੰਧਨ ਕੀ ਹੁੰਦਾ ਆ? ਅਗਰ ਸਾਨੂੰ ਮਾਰਕੀਟਿੰਗ ਦਾ ਪਤਾ ਲੱਗ ਗਿਆ ਕਿ ਮਾਰਕੀਟ ਕੀ ਆ, ਅਤੇ ਮੈਨੇਜਮੈਂਟ ਤਾਂ ਸਾਨੂੰ ਪਹਿਲਾਂ ਤੋਂ ਹੀ ਪਤਾ ਹੈ। ਮੈਨੇਜਮੈਂਟ ਦੇ ਵਿੱਚ ਅਸੀਂ ਪਲੈਨਿੰਗ ਤੋਂ ਲੈ ਕੇ ਕੰਟਰੋਲਿੰਗ ਤੱਕ ਸਾਰੇ ਫੰਕਸ਼ਨਸ ਕਰਦੇ ਹਾਂ, ਅਤੇ ਮੈਨੇਜਮੈਂਟ ਦੇ ਜਦ ਫੰਕਸ਼ਨਸ ਨੂੰ ਆਪਾਂ ਮਾਰਕੀਟਿੰਗ ਦੇ ਉੱਤੇ ਲਾਗੂ ਕਰਦੇ ਹਾਂ ਤਾਂ ਉਹ ਮਾਰਕੀਟਿੰਗ ਮੈਨੇਜਮੈਂਟ ਬਣ ਜਾਂਦਾ।
ਮਾਰਕੀਟਿੰਗ ਮੈਨੇਜਮੈਂਟ ਦਾ ਮਤਲਬ ਹੈ ਜੋ ਮਾਰਕੀਟਿੰਗ ਦੀਆਂ ਗਤੀਵਿਧੀਆਂ ਨੇ ਉਹਨਾਂ ਦਾ ਪਲੈਨਿੰਗ ਕਰਨਾ, ਉਹਨਾਂ ਦਾ ਔਰਗਨਾਈਜ਼ਿੰਗ ਕਰਨਾ, ਉਹਨਾਂ ਦੇ ਵਾਸਤੇ ਉਹਨਾਂ ਨੂੰ ਨਿਰਦੇਸ਼ਨ ਕਰਨਾ, ਫਿਰ ਉਹਨਾਂ ਦੇ ਵਿੱਚ ਤਾਲਮੇਲ ਸਥਾਪਿਤ ਕਰਨਾ ਅਤੇ ਉਹਨਾਂ ਦਾ ਕੰਟਰੋਲ ਕਰਨਾ। ਇਹਦੇ ਵਿੱਚ ਸਾਰੀਆਂ ਗਤੀਵਿਧੀਆਂ ਦਾ ਪ੍ਰਬੰਧਨ ਕੀਤਾ ਜਾਂਦਾ ਹੈ ਜਿਹਦੇ ਰਾਹੀਂ ਵਸਤੂਆਂ ਅਤੇ ਸੇਵਾਵਾਂ ਨੂੰ ਉਤਪਾਦਕਾਂ ਤੋਂ ਗ੍ਰਾਹਕਾਂ ਵੱਲ ਨੂੰ ਭੇਜਿਆ ਜਾ ਸਕੇ। ਇਹਦੀ ਡੈਫੀਨੇਸ਼ਨ ਵੀ ਇੰਪੋਰਟੈਂਟ ਆ, ਅਮੈਰੀਕਨ ਮਾਰਕੀਟਿੰਗ ਇੰਸਟੀਟਿਊਸ਼ਨ ਨੇ ਦਿੱਤੀ ਇਹਦੀ ਡੈਫੀਨੇਸ਼ਨ ਅਤੇ ਫਿਲਿਪ ਕੋਟਲਰ ਨੇ ਦਿੱਤੀ ਹੈ। ਦੋਨੋਂ ਡੈਫੀਨੇਸ਼ਨਾਂ ਪੜ੍ਹਨ ਵਾਸਤੇ ਤੁਹਾਨੂੰ ਇਹ ਪੜ੍ਹ ਕੇ ਤੁਸੀਂ ਨੂੰ ਯਾਦ ਕਰ ਲੈਣਾ। ਮਾਰਕੀਟਿੰਗ ਮੈਨੇਜਮੈਂਟ ਕੀ ਹੈਗਾ? ਵਿਚਾਰਾਂ, ਵਸਤੂਆਂ, ਸੇਵਾਵਾਂ ਦੇ ਅਜਿਹੇ ਵਟਾਂਦਰੇ ਨੂੰ ਕਿਹਾ ਜਾਂਦਾ ਹੈ ਜੋ ਕਿ ਗਾਹਕਾਂ, ਵਪਾਰ ਅਤੇ ਸਮਾਜ ਦੀਆਂ ਲੋੜਾਂ ਦੀ ਸੰਤੁਸ਼ਟੀ ਵਿੱਚ ਮਦਦ ਕਰਦੇ ਹਨ। ਮਤਲਬ ਪਹਿਲੀ ਗੱਲ ਤਾਂ ਇਹਨਾਂ ਨੇ ਮਾਰਕੀਟਿੰਗ ਐਕਸਪਲੇਨ ਕੀਤੀ ਆ। ਮਾਰਕੀਟਿੰਗ ਦਾ ਮਤਲਬ ਕੀ ਆ? ਵਸਤੂਆਂ, ਸੇਵਾਵਾਂ ਜਾਂ ਵਿਚਾਰਾਂ ਦਾ ਵਟਾਂਦਰਾ ਕਿਹਨਾਂ ਦੇ ਵਿਚਕਾਰ? ਗਾਹਕਾਂ, ਵਪਾਰ ਅਤੇ ਸਮਾਜ ਦੀਆਂ ਲੋੜਾਂ ਦੀ ਸੰਤੁਸ਼ਟੀ ਵਾਸਤੇ। ਅਤੇ ਇਹਨਾਂ ਸਾਰੀਆਂ ਚੀਜ਼ਾਂ ਦਾ ਨਿਯੋਜਨ ਕਰਨਾ, ਪਲੈਨਿੰਗ ਕਰਨਾ, ਉਹਨਾਂ ਸੰਬੰਧੀ ਸੋਚ, ਕੀਮਤ, ਪ੍ਰੋਤਸਾਹਨ ਅਤੇ ਵੰਡ ਦੇ ਅਮਲੀ ਰੂਪ ਦੇਣ ਦੀ ਪ੍ਰਕਿਰਿਆ ਨੂੰ ਬਜ਼ਾਰੀਕਰਨ ਪ੍ਰਬੰਧਨ ਕਿਹਾ ਜਾਂਦਾ ਹੈ। ਮਤਲਬ ਜੋ ਵੀ ਮਾਰਕੀਟਿੰਗ ਦੀਆਂ ਗਤੀਵਿਧੀਆਂ ਜਿਹੜੀਆਂ ਤੁਸੀਂ ਇੱਥੇ ਦੇਖੀਆਂ ਉਹਨਾਂ ਨੂੰ ਸਹੀ ਤਰੀਕੇ ਨਾਲ ਕੀਤਾ ਜਾ ਸਕੇ ਉਹਦੇ ਵਾਸਤੇ ਉਹਦੀ ਪਲੈਨਿੰਗ ਕਰਨਾ, ਉਹਦੇ ਵਾਸਤੇ ਉਹਦੇ ਬਾਰੇ ਸਾਰੀਆਂ ਚੀਜ਼ਾਂ ਨਿਰਧਾਰਿਤ ਕਰਨੀਆਂ, ਇਹ ਸਾਰੀ ਮਾਰਕੀਟਿੰਗ ਮੈਨੇਜਮੈਂਟ ਦਾ ਸਬਜੈਕਟ ਮੈਟਰ ਆ ਜਾਂ ਉਹਦਾ ਕਾਰਜ ਖੇਤਰ ਆ। ਮਾਰਕੀਟਿੰਗ ਮੈਨੇਜਮੈਂਟ ਮਤਲਬ ਇੱਕ ਪ੍ਰੋਸੈਸ ਆ ਕਾਹਦਾ? ਪਲੈਨਿੰਗ ਦਾ ਅਤੇ ਐਗਜ਼ੀਕਿਊਟਿੰਗ ਦਾ। ਕਿਸ ਚੀਜ਼ ਦਾ ਪਲੈਨਿੰਗ ਅਤੇ ਐਗਜ਼ੀਕਿਊਟਿੰਗ? ਕੰਸੈਪਸ਼ਨ, ਪ੍ਰਾਈਜ਼ਿੰਗ, ਪ੍ਰਮੋਸ਼ਨ ਐਂਡ ਡਿਸਟਰੀਬਿਊਸ਼ਨ ਆਫ ਆਈਡੀਆਜ਼, ਗੁਡਸ ਐਂਡ ਸਰਵਿਸਿਸ ਟੂ ਕ੍ਰੀਏਟ ਐਕਸਚੇਂਜਿਸ। ਮਤਲਬ ਇਹਦੇ ਵਿੱਚ ਅਸੀਂ ਪਲੈਨਿੰਗ ਕਰਦੇ ਹਾਂ ਕਿਸ ਕਿਸ ਚੀਜ਼ ਦੀ? ਸੋਚ ਦੀ, ਪ੍ਰਾਈਜ਼ਿੰਗ ਦੀ, ਪ੍ਰਮੋਸ਼ਨ ਦੀ ਅਤੇ ਡਿਸਟਰੀਬਿਊਸ਼ਨ ਦੀ। ਕਿਹਨਾਂ ਚੀਜ਼ਾਂ ਦੀ? ਪ੍ਰਾਈਜ਼ਿੰਗ, ਕੰਸੈਪਸ਼ਨ, ਪ੍ਰਮੋਸ਼ਨ ਅਤੇ ਡਿਸਟਰੀਬਿਊਸ਼ਨ ਆਈਡੀਆਜ਼, ਗੁਡਸ ਐਂਡ ਸਰਵਿਸਿਸ ਦੀ। ਅਤੇ ਇਹਨਾਂ ਨੂੰ ਐਕਸਚੇਂਜ ਤਾਂ ਕਿ ਇਹਨਾਂ ਨੂੰ ਐਕਸਚੇਂਜ ਕੀਤਾ ਜਾ ਸਕੇ ਪ੍ਰੋਡਿਊਸਰਸ ਅਤੇ ਕੰਜ਼ਿਊਮਰ ਦੇ ਵਿਚਕਾਰ, ਅਤੇ ਕੰਜ਼ਿਊਮਰਸ ਦੀਆਂ, ਬਿਜ਼ਨਸ ਦੀਆਂ, ਸੁਸਾਇਟੀ ਦੀਆਂ ਸਾਰਿਆਂ ਦੀਆਂ ਨੀਡਸ ਨੂੰ ਸੈਟਿਸਫਾਈ ਕੀਤਾ ਜਾ ਸਕੇ। ਇਸ ਤੋਂ ਇਲਾਵਾ ਫਿਲਿਪ ਕੋਟਲਰ ਨੇ ਵੀ ਮਾਰਕੀਟਿੰਗ ਮੈਨੇਜਮੈਂਟ ਦੀ ਡੈਫੀਨੇਸ਼ਨ ਦਿੱਤੀ ਹੈ। ਉਹ ਕਹਿੰਦੇ ਆ ਮਾਰਕੀਟਿੰਗ ਮੈਨੇਜਮੈਂਟ ਦਾ ਕਾਰਜ ਮੰਗ ਦੇ ਪੱਧਰ, ਸਮੇਂ ਅਤੇ ਬਣਤਰ ਨੂੰ ਇਸ ਪ੍ਰਕਾਰ ਪ੍ਰਭਾਵਿਤ ਕਰਨਾ ਹੁੰਦਾ ਹੈ ਜਿਸ ਨਾਲ ਸੰਗਠਨ ਨੂੰ ਉਸਦੇ ਉਦੇਸ਼ਾਂ ਦੀ ਪ੍ਰਾਪਤੀ ਵਿੱਚ ਮਦਦ ਮਿਲ ਸਕੇ। ਮਤਲਬ ਮਾਰਕੀਟਿੰਗ ਮੈਨੇਜਮੈਂਟ ਦਾ ਜਿਹੜਾ ਕੰਮ ਹੈ ਉਹਦੇ ਵਿੱਚ ਅਸੀਂ ਕੀ ਕਰਦੇ ਹਾਂ? ਮੰਗ ਦਾ ਪੱਧਰ ਅਤੇ ਸਮਾਂ ਅਤੇ ਬਣਤਰ, ਮਤਲਬ ਮਾਰਕੀਟਿੰਗ ਮੈਨੇਜਮੈਂਟ ਇਹ ਸਾਰੀਆਂ ਚੀਜ਼ਾਂ ਨੂੰ ਪ੍ਰਭਾਵਿਤ ਇਸ ਤਰੀਕੇ ਨਾਲ ਕਰਦਾ ਆ ਕਿ ਜਿਹਦੇ ਨਾਲ ਜੋ ਵੀ ਕੋਈ ਕੰਪਨੀ, ਬਿਜ਼ਨਸ ਆ, ਉਹਦੇ ਜੋ ਵੀ ਉਦੇਸ਼ ਆ ਉਹ ਪੂਰੇ ਹੋ ਸਕਣ। ਇਸ ਤਰੀਕੇ ਨਾਲ ਮਾਰਕੀਟਿੰਗ ਮੈਨੇਜਮੈਂਟ ਦੇ ਵਿੱਚ ਇੱਕ ਤਾਂ ਡਿਮਾਂਡ ਨੂੰ, ਉਹਦਾ ਲੈਵਲ ਕੀ ਹੋਊਗਾ, ਉਹ ਕਦੋਂ ਉਹਦੀ ਲੈਵਲ ਤੋਂ ਬਾਅਦ ਉਹਦੀ ਟਾਈਮਿੰਗ ਕੀ ਹੋਊਗੀ ਅਤੇ ਉਹਦੇ ਵਿੱਚ ਕੀ ਕੀ ਸ਼ਾਮਲ ਹੋਊਗਾ ਉਸ ਡਿਮਾਂਡ ਦੇ ਵਿੱਚ, ਇਹ ਸਾਰੀਆਂ ਚੀਜ਼ਾਂ ਦਾ ਕੰਮ ਕੀਤਾ ਜਾਂਦਾ ਹੈ ਮਾਰਕੀਟਿੰਗ ਮੈਨੇਜਮੈਂਟ ਦੇ ਵਿੱਚ। ਅਤੇ ਇਹਦੇ ਰਾਹੀਂ ਔਰਗਨਾਈਜੇਸ਼ਨ ਆਪਣੇ ਓਬਜੈਕਟਿਵਸ ਨੂੰ, ਟਾਰਗੇਟਸ ਨੂੰ ਅਚੀਵ ਕਰਦੀ ਹੈ। ਇਸ ਤੋਂ ਇਲਾਵਾ ਹੁਣ ਇੱਕ ਇੰਪੋਰਟੈਂਟ ਟੋਪਿਕ ਆ ਮਾਰਕੀਟਿੰਗ ਮੈਨੇਜਮੈਂਟ ਦਾ ਫਿਲੋਸਫੀ ਜਾਂ ਇਹਦਾ ਦਰਸ਼ਨ ਸ਼ਾਸਤਰ ਜਿਹੜਾ ਆ ਉਹ ਕੀ ਹੈਗਾ ਆ, ਉਹਦੇ ਵਿੱਚ ਕੀ ਕੀ ਚੀਜ਼ਾਂ ਆਉਂਦੀਆਂ ਨੇ, ਇਹਦੀ ਫਿਲੋਸਫੀ ਦੇ ਵਿੱਚ ਕੀ ਕੀ ਚੀਜ਼ਾਂ ਸ਼ਾਮਲ ਆ, ਅਤੇ ਉਹਨਾਂ ਦੇ ਬਾਰੇ ਆਪਾਂ ਪੜ੍ਹਾਂਗੇ। ਇਹਦੇ ਵਿੱਚ 5 ਕੰਸੈਪਟ ਆ ਮਾਰਕੀਟਿੰਗ ਮੈਨੇਜਮੈਂਟ ਦਾ ਜਿਹੜਾ ਦਰਸ਼ਨ ਸ਼ਾਸਤਰ ਜਾਂ ਫਿਲੋਸਫੀ ਆ ਉਹਦੇ ਵਿੱਚ। ਅਤੇ ਬਜ਼ਾਰੀਕਰਨ ਦੇ ਅਗਰ ਆਪਾਂ ਗੱਲ ਕਰੀਏ ਉਹਦੇ ਵਿੱਚ ਬਜ਼ਾਰੀਕਰਨ ਦੇ ਜੋ ਵੀ ਟਾਰਗੇਟਸ ਹੈਗੇ ਆ, ਮਾਰਕੀਟਿੰਗ ਦੇ ਜੋ ਵੀ ਉਦੇਸ਼ ਹੈ, ਉਹਨਾਂ ਦੀ ਪ੍ਰਾਪਤੀ ਲਈ ਸਭ ਤੋਂ ਵੱਡਾ ਇੰਪੋਰਟੈਂਟ ਚੀਜ਼ ਇਹ ਹੁੰਦੀ ਹੈ ਕਿ ਅਸੀਂ ਉਹਦੇ ਲਈ ਕਿਹੜਾ ਦ੍ਰਿਸ਼ਟੀਕੋਣ ਅਪਣਾ ਰਹੇ ਹਾਂ, ਮਤਲਬ ਉਹਦੇ ਲਈ ਕਿਹੜਾ ਪੁਆਇੰਟ ਆਫ ਵਿਊ ਅਡੋਪਟ ਕਰ ਰਹੇ ਹਾਂ। ਅਤੇ ਦ੍ਰਿਸ਼ਟੀਕੋਣ ਦੇ ਆਧਾਰ 'ਤੇ ਇਹ ਫੈਸਲਾ ਲਿਆ ਜਾਂਦਾ ਹੈ ਕਿ ਮਾਰਕੀਟਿੰਗ ਦੇ ਅੰਤਰਗਤ ਆਪਾਂ ਕਿਹੜੇ ਤੱਤਾਂ ਨੂੰ ਜ਼ਿਆਦਾ ਮਹੱਤਵ ਦੇਣਾ ਆ ਤਾਂ ਜੋ ਸੰਗਠਨ ਦੇ ਉਦੇਸ਼ਾਂ ਦੀ ਪ੍ਰਾਪਤੀ ਕਰ ਸਕੀਏ ਅਸੀਂ। ਇਹਦੇ ਵਿੱਚ ਕੁਛ ਵਿਸ਼ੇਸ਼ ਦ੍ਰਿਸ਼ਟੀਕੋਣ ਜਿਹੜੇ ਆ, ਕੁਛ ਵਿਸ਼ੇਸ਼ ਜਾਂ ਸਪੈਸ਼ਲ ਪੁਆਇੰਟ ਆਫ ਵਿਊ ਜਿਹੜੇ ਆ ਉਹ ਬਜ਼ਾਰੀਕਰਨ ਪ੍ਰਬੰਧਨ ਦਾ ਦਰਸ਼ਨ ਸ਼ਾਸਤਰ ਜਾਂ ਬਜ਼ਾਰੀਕਰਨ ਧਾਰਨਾ ਉਹਨਾਂ ਨੂੰ ਕਿਹਾ ਜਾਂਦਾ। ਮਤਲਬ ਜੋ ਅਸੀਂ ਮਾਰਕੀਟਿੰਗ ਮੈਨੇਜਮੈਂਟ ਕਰਨ ਵਾਸਤੇ ਜਾਂ ਮਾਰਕੀਟਿੰਗ ਨੂੰ ਕਰਨ ਵਾਸਤੇ ਜੋ ਵੀ ਅਸੀਂ ਪੁਆਇੰਟ ਆਫ ਵਿਊ ਅਡੋਪਟ ਕਰਦੇ ਹਾਂ ਉਹੀ ਉਹਦੀ ਮਾਰਕੀਟਿੰਗ ਦੀ ਫਿਲੋਸਫੀ ਜਾਂ ਉਹਦੀ ਦਰਸ਼ਨ ਸ਼ਾਸਤਰ ਜਾਂ ਧਾਰਨਾ ਬਣ ਜਾਂਦੀ ਹੈ। ਸਮੇਂ ਦੇ ਨਾਲ ਅਲੱਗ-ਅਲੱਗ ਅਵਸਥਾਵਾਂ ਦੇ ਵਿੱਚ ਜਿਹੜਾ ਮਾਰਕੀਟਿੰਗ ਫਿਲੋਸਫੀ ਜਿਹੜੀ ਡਿਵੈਲਪ ਹੋਈ ਆ, ਅਤੇ ਉਹਨਾਂ ਵਿੱਚੋਂ ਕੁਛ ਜਿਹੜੀਆਂ ਫਿਲੋਸਫੀਜ਼ ਹੈਗੀਆਂ ਨੇ ਮਾਰਕੀਟਿੰਗ ਨੂੰ ਲੈ ਕੇ ਉਹ ਥੱਲੇ ਡਿਸਕਸ ਕੀਤੀਆਂ ਹੋਈਆਂ ਨੇ। ਜਿਵੇਂ ਸਭ ਤੋਂ ਪਹਿਲਾਂ ਆਉਂਦਾ ਆ ਪ੍ਰੋਡਕਸ਼ਨ ਕਨਸੈਪਟ ਜਾਂ ਉਤਪਾਦਨ ਦੀ ਧਾਰਨਾ।
ਇਹਦੇ ਵਿੱਚ ਅਗਰ ਆਪਾਂ ਉਤਪਾਦਨ ਦੀ ਧਾਰਨਾ ਨੂੰ ਲੈ ਕੇ ਬਜ਼ਾਰੀਕਰਨ ਕਰਨਾ ਹੈ ਜਾਂ ਮਾਰਕੀਟਿੰਗ ਕਰਨੀ ਹੈ, ਅਤੇ ਇਹਦੇ ਵਿੱਚ ਸਾਡੀ ਜਿਹੜੀ ਮਾਰਕੀਟਿੰਗ ਦਾ ਕੇਂਦਰ ਬਿੰਦੂ ਰਹੂਗਾ ਉਹ ਰਹੂਗਾ ਉਤਪਾਦਨ ਜਾਂ ਉਤਪਾਦਨ ਦੀ ਮਾਤਰਾ। ਇਹ ਧਾਰਨਾ ਇਸ ਵਿਚਾਰ 'ਚ ਆਧਾਰਿਤ ਆ ਕਿ ਵੱਡੇ ਪੈਮਾਨੇ 'ਤੇ ਬਹੁਤ ਜ਼ਿਆਦਾ ਉਤਪਾਦਨ ਕਰਕੇ ਅਸੀਂ ਉਤਪਾਦਨ ਦੀ ਲਾਗਤ ਅਤੇ ਕੀਮਤ ਨੂੰ ਘੱਟ ਕਰ ਸਕਦੇ ਹਾਂ ਅਤੇ ਉਪਭੋਗਤਾਵਾਂ ਦੁਆਰਾ ਅਜਿਹੇ ਉਤਪਾਦਾਂ ਦਾ ਵਧੇਰੇ ਉਪਯੋਗ ਕੀਤਾ ਜਾਂਦਾ ਹੈ। ਠੀਕ ਹੈ, ਮਤਲਬ ਇਹਦੇ ਨਾਲ ਕੀ ਆ ਕਿ ਉਹ ਕਹਿੰਦੇ ਅਸੀਂ ਜਿੰਨਾ ਜ਼ਿਆਦਾ ਉਤਪਾਦਨ ਕਰਾਂਗੇ ਉਨਾ ਹੀ ਉਸ ਪ੍ਰੋਡਕਟ ਦੀ ਜਿਹੜੀ ਆ ਕੋਸਟ ਘਟਾਈ ਬਲਕ ਦੇ ਵਿੱਚ ਜਾਂ ਵੱਡੀ ਮਾਤਰਾ 'ਚ ਜਦੋਂ ਉਤਪਾਦਨ ਕੀਤਾ ਜਾਊਗਾ ਤਾਂ ਉਹਦੀ ਕੋਸਟ ਅਤੇ ਲਾਗਤ ਜਿਹੜੀ ਆ ਉਹਨੂੰ ਘਟਾਇਆ ਜਾ ਸਕਦਾ ਹੈ ਅਤੇ ਉਹਦੀ ਕੀਮਤ ਵੀ ਘੱਟ ਹੋ ਜਾਂਦੀ ਹੈ, ਜਿਹਦੇ ਕਰਕੇ ਪ੍ਰੋਡਕਟਸ ਦੀ ਜਿਹੜੀ ਯੂਸੇਜ ਆ ਜਾਂ ਕੰਜ਼ੰਪਸ਼ਨ ਆ ਜਾਂ ਉਪਭੋਗ ਆ ਉਹ ਕਸਟਮਰਸ ਦੇ ਦੁਆਰਾ ਜ਼ਿਆਦਾ ਕੀਤਾ ਜਾਂਦਾ ਹੈ। ਇਹ ਧਾਰਨਾ ਪੁਰਾਣੇ ਸਮੇਂ ਦੇ ਵਿੱਚ ਜ਼ਿਆਦਾ ਵਿਕਸਿਤ ਹੋਈ ਸੀਗੀ, ਮਤਲਬ ਜਦੋਂ ਇੰਡਸਟਰੀਅਲ ਰੈਵੋਲਿਊਸ਼ਨ ਜਾਂ ਇੰਡਸਟਰੀਅਲ ਰੈਵੋਲਿਊਸ਼ਨ ਦਾ ਟਾਈਮ ਸੀਗਾ, ਉਦਯੋਗਿਕ ਕ੍ਰਾਂਤੀ ਹੋਈ ਸੀਗੀ, ਉਸ ਟਾਈਮ 'ਤੇ ਇਹ ਜ਼ਿਆਦਾ ਧਾਰਨਾ ਪ੍ਰਬਲ ਸੀਗੀ। ਉਸ ਸਮੇਂ ਕਿਉਂਕਿ ਵਸਤੂਆਂ ਦੀ ਮੰਗ ਜਿਹੜੀ ਸੀਗੀ ਉਹ ਵਸਤੂਆਂ ਦੀ ਪੂਰਤੀ ਤੋਂ ਵੱਧ ਹੁੰਦੀ ਸੀ, ਇਸ ਕਰਕੇ ਵਸਤੂਆਂ ਦੀ ਵਿਕਰੀ ਕਰਨ 'ਤੇ ਕੋਈ ਪ੍ਰੋਬਲਮ ਨਹੀਂ ਆਉਂਦੀ ਸੀ। ਇਸ ਲਈ ਕੋਈ ਵੀ ਉਤਪਾਦਕ ਉਤਪਾਦਨ ਕਰਕੇ ਵਸਤੂਆਂ ਦੀ ਵਿਕਰੀ ਕਰ ਸਕਦਾ ਸੀਗਾ। ਮਤਲਬ ਉਸ ਟਾਈਮ 'ਤੇ ਇਹ ਸੀਗਾ ਕਿ ਲੋਕਾਂ ਦੀ ਡਿਮਾਂਡ ਬਹੁਤ ਜ਼ਿਆਦਾ ਸੀਗੀ, ਚੀਜ਼ਾਂ ਉਹਨਾਂ ਨੂੰ ਉਨੀਆਂ ਮਿਲਦੀਆਂ ਨਹੀਂ ਸੀਗੀਆਂ ਅਤੇ ਉਹ ਜੋ ਵੀ ਚੀਜ਼ਾਂ ਲੋਕ ਕੰਪਨੀਆਂ ਬਣਾਉਂਦੀਆਂ ਸੀਗੀਆਂ ਉਹਨਾਂ ਨੂੰ ਲੋਕ ਜਿਹੜੇ ਸੀਗੇ ਉਹ ਖਰੀਦ ਲੈਂਦੇ ਸੀਗੇ ਅਤੇ ਜਿੰਨਾ ਜ਼ਿਆਦਾ ਬਣਾਉਂਦੀਆਂ ਸੀ ਉਨਾ ਹੀ ਲੋਕ ਹੋਰ ਜ਼ਿਆਦਾ ਉਹਨੂੰ ਖਰੀਦ ਲੈਂਦੇ ਸੀ। ਮਤਲਬ ਉਸ ਟਾਈਮ ਕੋਈ ਇਹੋ ਜਿਹੀ ਸਿਚੁਏਸ਼ਨ ਨਹੀਂ ਸੀਗੀ ਕਿ ਤੁਸੀਂ ਸਮਾਨ ਬਣਾ ਲਿਆ ਅਤੇ ਉਹ ਵਿਕੂਗਾ ਨਹੀਂ। ਜਦ ਤੁਸੀਂ ਸਮਾਨ ਬਣਾ ਲਿਆ ਅਤੇ ਉਹ ਵਿਕਰੀ ਉਹਦੀ ਹੋ ਹੀ ਜਾਂਦੀ ਸੀ, ਕਿਉਂਕਿ ਲੋਕਾਂ ਦੀ ਮੰਗ ਜ਼ਿਆਦਾ ਸੀ, ਡਿਮਾਂਡ ਜ਼ਿਆਦਾ ਸੀ, ਸਪਲਾਈ ਘੱਟ ਸੀਗੀ। ਉਦਯੋਗਿਕ ਕ੍ਰਾਂਤੀ ਦੇ ਟਾਈਮ 'ਤੇ ਕਾਫੀ ਪੁਰਾਣੀਆਂ ਗੱਲਾਂ ਨੇ, 200 ਸਾਲ ਪੁਰਾਣੀਆਂ, 100 200 150 ਸਾਲ ਪੁਰਾਣੀਆਂ ਗੱਲਾਂ। ਦੂਸਰਾ ਕੰਸੈਪਟ ਆ ਪ੍ਰੋਡਕਟ ਕੰਸੈਪਟ। ਇਹ ਮਾਰਕੀਟਿੰਗ ਦੀ ਉਹ ਧਾਰਨਾ ਆ ਜਿਹਦੇ ਵਿੱਚ ਜਦੋਂ ਜਿੱਦਾਂ ਉਦਯੋਗਿਕ ਵਿਕਾਸ ਹੋਣਾ ਸ਼ੁਰੂ ਹੋ ਗਿਆ, ਨਵੀਆਂ ਨਵੀਆਂ ਫੈਕਟਰੀਆਂ ਉਦਯੋਗ ਧੰਦੇ ਲੱਗਣੇ ਸ਼ੁਰੂ ਹੋ ਗਏ, ਉਹਦੇ ਨਾਲ ਫਿਰ ਵਸਤੂਆਂ ਦਾ ਉਤਪਾਦਨ ਤਾਂ ਬਹੁਤ ਵੱਧ ਗਿਆ ਅਤੇ ਘੱਟ ਕੀਮਤ 'ਤੇ ਵਸਤੂਆਂ ਉਪਲਬਧ ਹੋਣ ਦੇ ਬਾਵਜੂਦ ਵੀ, ਕਿਉਂਕਿ ਹੁਣ ਵਸਤੂਆਂ ਦਾ ਉਤਪਾਦਨ ਬਹੁਤ ਵੱਧ ਗਿਆ ਅਤੇ ਅਲੱਗ ਅਲੱਗ ਤਰ੍ਹਾਂ ਦੀਆਂ ਵਸਤੂਆਂ ਜਿਹੜੀਆਂ ਘੱਟ ਕੀਮਤ 'ਤੇ ਉਪਲਬਧ ਸੀਗੀਆਂ ਆਸਾਨੀ ਦੇ ਨਾਲ, ਉਹਦੇ ਬਾਵਜੂਦ ਵੀ ਹੁਣ ਉਹਦੀ ਵਿਕਰੀ ਨਹੀਂ ਹੋ ਪਾ ਰਹੀ ਸੀ। ਉਹ ਕਿਉਂ ਨਹੀਂ ਹੋ ਪਾ ਰਹੀ ਸੀਗੀ? ਕਿਉਂਕਿ ਜਿਹੜੇ ਉਪਭੋਗਤਾ ਸੀਗੇ ਜਾਂ ਕਸਟਮਰ ਸੀਗੇ ਉਹ ਚੰਗੀ ਕੁਆਲਿਟੀ ਦੀ ਵਸਤੂ ਲੱਭ ਰਹੇ ਸੀਗੇ। ਉਹਨਾਂ ਨੂੰ ਉਹ ਵਸਤੂਆਂ ਦੀ ਕੁਆਲਿਟੀ ਨੂੰ ਮਹੱਤਵ ਦੇਣ ਲੱਗ ਪਏ। ਪਹਿਲਾਂ ਕੀ ਸੀਗਾ, ਪ੍ਰੋਡਕਸ਼ਨ ਕਨਸੈਪਟ ਦੇ ਵਿੱਚ ਜਿੱਦਾਂ ਦੀ ਚੀਜ਼ ਬਣਾਈ ਉਹ ਹੀ ਵਿਕ ਜਾਂਦੀ ਸੀ, ਕੋਈ ਇਹ ਨਹੀਂ ਦੇਖਦਾ ਸੀ ਕੁਆਲਿਟੀ ਹੈ ਕਿ ਨਹੀਂ, ਕਿਉਂਕਿ ਉਸ ਟਾਈਮ ਮੰਗ ਬਹੁਤ ਜ਼ਿਆਦਾ ਸੀ, ਸਪਲਾਈ ਘੱਟ ਸੀਗੀ। ਲੇਕਿਨ ਜਿੱਦਾਂ ਜਿੱਦਾਂ ਪ੍ਰੋਡਕਟ ਕਨਸੈਪਟ ਦੇ ਵਿੱਚ ਕੀ ਹੋਇਆ ਕਿ ਜਿੱਦਾਂ ਜਿੱਦਾਂ ਉਦਯੋਗਿਕ ਵਿਕਾਸ ਹੋਇਆ, ਇੰਡਸਟਰੀਆਂ, ਫੈਕਟਰੀਆਂ, ਕਾਰਖਾਨੇ ਲੱਗਣੇ ਸ਼ੁਰੂ ਹੋ ਗਏ, ਉਹਦੇ ਨਾਲ ਵਸਤੂਆਂ ਦੀ ਜਿਹੜੀ ਸਪਲਾਈ ਸੀਗੀ ਉਹ ਜ਼ਿਆਦਾ ਵੱਧ ਗਈ। ਹੁਣ ਬਹੁਤ ਜ਼ਿਆਦਾ ਸਮਾਨ ਤਿਆਰ ਵੀ ਕਰ ਦਿੱਤਾ ਜਾਂਦਾ ਸੀ, ਕੀਮਤ ਵੀ ਘੱਟ ਹੁੰਦੀ ਸੀ, ਬਟ ਲੋਕ ਉਸ ਚੀਜ਼ ਨੂੰ ਕੰਸੀਡਰ ਨਹੀਂ ਕਰਦੇ ਸੀ। ਲੋਕ ਦੇਖਦੇ ਸੀ ਕਿ ਕੁਆਲਿਟੀ ਗੁਡਸ ਉਹਨਾਂ ਨੂੰ ਮਿਲਣ ਕਿਸੇ ਤਰੀਕੇ ਨਾਲ, ਕੁਆਲਿਟੀ ਨੂੰ ਜ਼ਿਆਦਾ ਇੰਪੋਰਟੈਂਸ ਦੇਣ ਲੱਗ ਪਏ, ਨਾ ਕਿ ਮਾਤਰਾ ਨੂੰ। ਅਤੇ ਇਸ ਵੇਲੇ ਫਿਰ ਬਜ਼ਾਰੀਕਰਨ ਦੇ ਅੰਤਰਗਤ ਉਤਪਾਦਨ ਦੀ ਮਾਤਰਾ ਦੀ ਬਜਾਏ ਉਤਪਾਦ ਦੀ ਕੁਆਲਿਟੀ ਨੂੰ ਜ਼ਿਆਦਾ ਮਹੱਤਵ ਦਿੱਤਾ ਜਾਣ ਲੱਗ ਪਿਆ। ਨਵੀਆਂ ਜਿਨ੍ਹਾਂ ਪ੍ਰੋਡਕਟਸ ਦੇ ਵਿੱਚ ਕੋਈ ਨਵੀਆਂ ਗੱਲਬਾਤ ਸੀਗੀ, ਨਵੀਂ ਉਹਨਾਂ ਦੇ ਵਿੱਚ ਕੁਆਲਿਟੀ ਸੀਗੀ ਜਾਂ ਕੋਈ ਵਿਸ਼ੇਸ਼ਤਾ ਸੀਗੀ, ਉਹਨਾਂ ਦਾ ਉਤਪਾਦਨ ਜ਼ਿਆਦਾ ਹੋਣ ਲੱਗਾ। ਅਤੇ ਹਰੇਕ ਇਹਦੇ ਵਿੱਚ ਹਰੇਕ ਬਿਜ਼ਨਸ ਜਿਹੜਾ ਸੀ ਬਜ਼ਾਰੀਕਰਨ ਦੀ ਉਹ ਰਣਨੀਤੀ ਜਾਂ ਸਟ੍ਰੈਟਜੀ ਅਪਣਾਉਣ ਲੱਗਾ, ਜਿਹਦੇ ਅੰਤਰਗਤ ਉਪਭੋਗਤਾਵਾਂ ਨੂੰ ਵਧੀਆ ਕੁਆਲਿਟੀ ਦੇ ਪ੍ਰੋਡਕਟਸ ਜਿਹੜੇ ਸੀ ਉਹ ਪੂਰਤੀ ਕਰਕੇ ਵਧੀਆ ਲਾਭ ਕਮਾਇਆ ਜਾ ਸਕੇ। ਅਤੇ ਇਹ ਪ੍ਰੋਡਕਟ ਕੰਸੈਪਟ ਦੇ ਵਿੱਚ ਇਹ ਧਾਰਨਾ ਜਿਹੜੀ ਸੀ ਜ਼ਿਆਦਾ ਮਹੱਤਵਪੂਰਨ ਰਹੀ। ਫਿਰ ਆ ਗਿਆ ਸੈਲਿੰਗ ਕੌਨਸੈਪਟ। ਜਿੱਦਾਂ ਜਿੱਦਾਂ ਸਮਾਂ ਬੀਤਦਾ ਗਿਆ, ਉਦਯੋਗਿਕ ਵਿਕਾਸ ਹੁੰਦਾ ਗਿਆ, ਉਤਪਾਦਨ ਦੀ ਮਾਤਰਾ ਵਧੀ ਗਈ, ਅੱਛੀ ਕੁਆਲਿਟੀ ਦੇ ਪ੍ਰੋਡਕਟਸ ਵੀ ਆ ਗਏ, ਜਿਹਦੇ ਨਾਲ ਬਹੁਤ ਸੁਧਾਰ ਹੋ ਗਿਆ। ਹਰ ਉਤਪਾਦ ਦੇ ਵਿੱਚ ਵਧੀਆ ਕੁਆਲਿਟੀ ਵਾਲੇ ਪ੍ਰੋਡਕਟਸ ਆ ਗਏ। ਹੁਣ ਕੁਆਲਿਟੀ ਵਾਲੇ ਪ੍ਰੋਡਕਟਸ ਆ ਗਏ ਤਾਂ ਉਹਨਾਂ ਦੇ ਸਬਸਟੀਟਿਊਟਸ ਵੀ ਮਾਰਕੀਟ 'ਚ ਈਜ਼ਲੀ ਅਵੇਲੇਬਲ ਹੋਣ ਲੱਗ ਪਏ। ਸਬਸਟੀਟਿਊਟ ਮਤਲਬ ਉਹਨਾਂ ਦੇ ਨਕਲੀ ਪ੍ਰੋਡਕਟਸ ਜਾਂ ਉਹਨਾਂ ਦੇ ਵਿਰੋਧੀ ਜਿਹੜੇ ਸੀਗੇ, ਉਹਨਾਂ ਨੇ ਵੀ ਉਸ ਤਰੀਕੇ ਦੇ ਪ੍ਰੋਡਕਟ ਜਿਹੜੇ ਸੀ ਡਿਵੈਲਪ ਕਰਨੇ ਸ਼ੁਰੂ ਕਰਤੇ। ਮੁਕਾਬਲਾ ਕਾਫੀ ਜ਼ਿਆਦਾ ਵੱਧ ਗਿਆ। ਅਜਿਹੀ ਸਥਿਤੀ ਦੇ ਵਿੱਚ ਹੁਣ ਬਜ਼ਾਰੀਕਰਨ ਦੇ ਅੰਤਰਗਤ ਜਿਹੜੇ ਵਿਕਰੇਤਾ ਸੀਗੇ ਉਹ ਆਪਣੇ ਗ੍ਰਾਹਕਾਂ ਨੂੰ ਆਕਰਸ਼ਿਤ ਕਰਨ ਲੱਗੇ ਅਤੇ ਉਹਨਾਂ ਨੂੰ ਉਤਪਾਦ ਖਰੀਦਣ ਲਈ ਉਤਸ਼ਾਹਿਤ ਕਰਨ ਲਈ ਯਤਨ ਕਰਨ ਲੱਗੇ। ਅਤੇ ਬਜ਼ਾਰੀਕਰਨ ਦਾ ਜਿਹੜਾ ਇਹ ਦ੍ਰਿਸ਼ਟੀਕੋਣ ਆ, ਇਹ ਵਿਕਰੀ ਧਾਰਨਾ ਕਿਹਾ ਜਾਂਦਾ, ਜਿਹਦੇ ਵਿੱਚ ਇਸ ਵਿਚਾਰ 'ਤੇ ਆਧਾਰਿਤ ਆ ਕਿ ਉਤਪਾਦਨ ਨੂੰ ਖਰੀਦਣ ਲਈ ਗਾਹਕ ਨੂੰ ਆਕਰਸ਼ਿਤ ਅਤੇ ਪ੍ਰੇਰਿਤ ਕਰਨਾ ਪੈਂਦਾ ਹੈ। ਮਤਲਬ ਕਿਉਂਕਿ ਗਾਹਕ ਜਿਹੜੇ ਆ ਉਹਨਾਂ ਕੋਲ ਬਹੁਤ ਆਪਸ਼ਨਸ ਹੈਗੇ ਆ। ਇੱਕ ਗਾਹਕ ਜਿਹੜਾ ਆ ਉਹ A ਤੋਂ B ਤੋਂ C ਤੋਂ ਕਿਸੇ ਤੋਂ ਵੀ ਖਰੀਦ ਸਕਦਾ ਹੈ। ਹੁਣ ਜਿਹੜੀ ਵੀ ਵਿਕਰੇਤਾ ਜਾਂ ਸੈਲਰ
ਆਪਣੇ ਗ੍ਰਾਹਕ ਨੂੰ ਅੱਛੇ ਤਰੀਕੇ ਨਾਲ ਭਰਮਾ ਸਕੂਗਾ, ਆਕਰਸ਼ਿਤ ਕਰ ਸਕੂਗਾ, ਉਹ ਆਪਣਾ ਸਮਾਨ ਵੇਚ ਲੂਗਾ, ਨਹੀਂ ਤਾਂ ਫਿਰ ਬਾਕੀ ਰਹਿ ਜਾਊਗੇ। ਅਤੇ ਇਹਦੇ ਵਿੱਚ ਉਤਪਾਦ ਨੂੰ ਵੇਚਣ ਲਈ ਵਿਸ਼ੇਸ਼ ਯਤਨ ਕਰਨੇ ਪਏ, ਜਿੱਦਾਂ ਮਸ਼ਹੂਰੀਆਂ ਦੇਣੀਆਂ, ਵਿਅਕਤੀਗਤ ਵਿਕਰੀ ਮਤਲਬ ਖੁਦ ਜਾ ਕੇ ਉਸ ਗ੍ਰਾਹਕ ਨੂੰ ਸਮਾਨ ਵੇਚਣਾ, ਵਿਕਰੀ ਦੇ ਵਿੱਚ ਪ੍ਰਮੋਸ਼ਨ ਕਰਨੇ, ਕੋਈ ਡਿਸਕਾਊਂਟ ਦੇ ਦਿੱਤਾ, ਕੋਈ ਫੈਸਟੀਵਲ ਆਫਰ ਦੇ ਦਿੱਤਾ, ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਨੇ ਹੋਣ ਲੱਗ ਪਈਆਂ। ਅਤੇ ਉਸ ਤੋਂ ਬਾਅਦ ਆਉਂਦਾ ਆ ਬਾਜ਼ਾਰੀਕਰਨ ਕਨਸੈਪਟ ਜਾਂ ਮਾਰਕੀਟਿੰਗ ਕਨਸੈਪਟ। ਮਾਰਕੀਟਿੰਗ ਕਨਸੈਪਟ ਦੇ ਵਿੱਚ ਗਾਹਕ ਦੀਆਂ ਲੋੜਾਂ ਸੰਤੁਸ਼ਟੀ ਬਾਜ਼ਾਰੀਕਰਨ ਦੀ ਧਾਰਨਾ ਦਾ ਕੇਂਦਰ ਬਿੰਦੂ ਆ। ਮਤਲਬ ਜਿੰਨੇ ਵੀ ਤੁਸੀਂ ਹੁਣ ਤੱਕ ਕਨਸੈਪਟ ਮਾਰਕੀਟਿੰਗ ਦੇ ਫਿਲੋਸਫੀ ਦੇ ਵਿੱਚ ਜਾਂ ਉਹਦੇ ਦਰਸ਼ਨ ਸ਼ਾਸਤਰ ਦੇ ਵਿੱਚ ਪੜ੍ਹੇ ਆ, ਪਹਿਲੋਂ ਪ੍ਰੋਡਕਸ਼ਨ ਕਨਸੈਪਟ ਹੋ ਗਿਆ, ਇਹਦੇ ਵਿੱਚ ਪ੍ਰੋਡਕਸ਼ਨ ਕਰਨ ਨੂੰ ਮੇਨ ਇੰਪੋਰਟੈਂਸ ਦਿੱਤੀ ਗਈ। ਜਿੰਨਾ ਪ੍ਰੋਡਕਸ਼ਨ ਕਰ ਸਕੀ ਉਨਾ ਸਮਾਨ ਸਾਰਾ ਨਾਲੋਂ ਨਾਲ ਵਿਕ ਜਾਂਦਾ ਸੀ, ਕਿਉਂਕਿ ਡਿਮਾਂਡ ਜ਼ਿਆਦਾ ਸੀਗੀ, ਸਪਲਾਈ ਘੱਟ ਸੀ। ਉਸ ਤੋਂ ਬਾਅਦ ਪ੍ਰੋਡਕਟ ਕਨਸੈਪਟ ਆ ਗਿਆ, ਜਿਹਦੇ ਵਿੱਚ ਸਪਲਾਈ ਜਿਹੜੀ ਸੀਗੀ ਉਹ ਜ਼ਿਆਦਾ ਹੋ ਗਈ ਸੀਗੀ, ਲੇਕਿਨ ਜਿਹੜੇ ਕਸਟਮਰ ਸੀਗੇ ਉਹ ਹੁਣ ਅੱਛੀ ਕੁਆਲਿਟੀ ਦੇ ਪ੍ਰੋਡਕਟਸ ਖਰੀਦਣ ਦੇ ਲਈ ਜ਼ਿਆਦਾਤਰ ਉਹ ਆਪਣੀ ਸੋਚ ਵਿਕਸਿਤ ਕਰ ਚੁੱਕੇ ਸੀਗੇ, ਅਤੇ ਉਹ ਵਿਦਆਊਟ ਅੱਛੀ ਕੁਆਲਿਟੀ ਦੇ ਪ੍ਰੋਡਕਟਸ ਨੂੰ ਖਰੀਦਣਾ ਪਸੰਦ ਨਹੀਂ ਕਰਦੇ ਸੀ। ਇਸ ਕਰਕੇ ਇਹਦੇ ਵਿੱਚ ਮਾਰਕੀਟਿੰਗ ਇਸ ਤਰੀਕੇ ਨਾਲ ਕੀਤੀ ਜਾਂਦੀ ਸੀ ਕਿ ਪ੍ਰੋਡਕਟ ਦੇ ਵਿੱਚ ਕੋਈ ਅੱਛੀ ਕੁਆਲਿਟੀਜ਼ ਜਿਹੜੀਆਂ ਨੇ ਸ਼ਾਮਲ ਕੀਤੀਆਂ ਜਾ ਸਕਣ, ਤਾਂ ਜੋ ਪ੍ਰੋਡਕਟ ਜਿਹੜਾ ਆ ਉਹ ਜ਼ਿਆਦਾ ਵੇਚ ਕੇ ਲਾਭ ਕਮਾਇਆ ਜਾ ਸਕੇ। ਫਿਰ ਸੈਲਿੰਗ ਕਨਸੈਪਟ ਆਇਆ, ਜਿਹਦੇ ਵਿੱਚ ਕਸਟਮਰਸ ਜਿਹੜੇ ਕੋਲ ਉਹਨਾਂ ਕੋਲ ਆਪਸ਼ਨ ਬਹੁਤ ਹੋ ਗਏ, ਕਿਉਂਕਿ ਸਬਸਟੀਟਿਊਟਸ ਕਿਸੇ ਵੀ ਪ੍ਰੋਡਕਟ ਦੇ ਸਬਸਟੀਟਿਊਟਸ ਬੜੇ ਅਵੇਲੇਬਲ ਹੋ ਗਏ ਸੀਗੇ। ਅਤੇ ਉਹਦੇ ਨਾਲ ਕੀ ਹੋਇਆ ਕਿ ਕਸਟਮਰਸ ਨੂੰ ਆਕਰਸ਼ਿਤ ਜਿਹੜਾ ਕਸਟਮਰ ਨੂੰ ਆਪਣਾ ਸੈਲਰ ਆਕਰਸ਼ਿਤ ਕਰ ਪਾਉਂਦਾ ਸੀਗਾ, ਉਹ ਆਪਣਾ ਪ੍ਰੋਡਕਟ ਉਹਨਾਂ ਨੂੰ ਸੇਲ ਕਰ ਸਕਦਾ ਸੀ, ਅਦਰਵਾਈਜ਼ ਬਾਕੀ ਬਹੁਤ ਮੁਸ਼ਕਿਲਾਂ ਆਉਂਦੀਆਂ ਸੀਗੀਆਂ। ਇਸ ਕਰਕੇ ਇੱਥੇ ਯਤਨ ਇਹ ਕੀਤੇ ਜਾਂਦੇ ਸੀ ਕਿ ਵੱਧ ਤੋਂ ਵੱਧ ਅਸੀਂ ਕਸਟਮਰਸ ਨੂੰ ਆਪਣੇ ਅਟਰੈਕਟ ਕਰ ਸਕੀਏ। ਉਹਦੇ ਲਈ ਐਡਵਰਟਾਈਜ਼ਮੈਂਟ ਕਰਨਾ, ਪ੍ਰਮੋਸ਼ਨ ਕਰਨਾ, ਪਬਲਿਸਿਟੀ ਕਰਨਾ, ਠੀਕ ਹੈ ਜੀ। ਪ੍ਰੋਡਕਟ ਲਈ ਕਈ ਤਰ੍ਹਾਂ ਦੇ ਜਿਹੜੇ ਐਫਰਟਸ ਕਰਨੇ ਸ਼ੁਰੂ ਕੀਤੇ ਜਾਣ ਲੱਗ ਪਏ। ਫਿਰ ਆਉਂਦਾ ਹੈ ਮਾਰਕੀਟਿੰਗ ਦਾ ਕੰਸੈਪਟ, ਜਿਹਦੇ ਵਿੱਚ ਮੇਨ ਕਸਟਮਰ ਨੂੰ ਧਿਆਨ ਵਿੱਚ ਰੱਖ ਕੇ ਹੀ ਸਾਰੀ ਜਿਹੜੀ ਗੱਲਬਾਤ ਸ਼ੁਰੂ ਕੀਤੀ ਜਾਂਦੀ ਆ। ਕਸਟਮਰ ਕੀ ਚਾਹੁੰਦਾ ਆ, ਉਹਦੀਆਂ ਲੋੜਾਂ ਕੀ ਆ, ਉਹਨੂੰ ਸੈਟਿਸਫੈਕਸ਼ਨ ਕਿੱਦਾਂ, ਕਿਸ ਲੈਵਲ ਤੱਕ ਚਾਹੀਦੀ ਆ, ਉਹਦੇ ਲਈ ਕਿਸ ਤਰ੍ਹਾਂ ਦਾ ਪ੍ਰੋਡਕਟ ਬਣਾਇਆ ਜਾਊਗਾ, ਉਹਦੀ ਡਿਜ਼ਾਈਨਿੰਗ, ਪੈਕੇਜਿੰਗ, ਲੇਬਲਿੰਗ, ਬ੍ਰਾਂਡਿੰਗ, ਸਾਰਾ ਕੁਝ ਕਿੱਦਾਂ ਹੋਊਗਾ, ਅਤੇ ਸਾਰੀਆਂ ਚੀਜ਼ਾਂ ਇਹਦੇ ਵਿੱਚ ਕੀਤੀਆਂ ਜਾਂਦੀਆਂ ਨੇ। ਮਤਲਬ ਜੋ ਵੀ ਧਿਆਨ ਮੇਨ ਕਸਟਮਰ ਇਜ਼ ਦਾ ਸੈਂਟਰ ਪੁਆਇੰਟ ਆਫ ਮਾਰਕੀਟਿੰਗ। ਉਹ ਕੀ ਚਾਹੁੰਦਾ ਆ, ਉਹਨੂੰ ਕੀ ਪਸੰਦ ਆ, ਕੀ ਨਹੀਂ ਪਸੰਦ ਆ, ਉਹਦੇ ਆਧਾਰਿਤ ਹੀ ਸਾਰੀਆਂ ਗਤੀਵਿਧੀਆਂ ਜੋ ਹੈ ਮਾਰਕੀਟਿੰਗ ਦੀਆਂ ਉਹਨੂੰ ਅੰਜਾਮ ਦਿੱਤਾ ਜਾਂਦਾ ਆ। ਅਤੇ ਮਾਰਕੀਟਿੰਗ ਕੰਸੈਪਟ ਤੋਂ ਬਾਅਦ ਆ ਸੋਸ਼ਲ ਮਾਰਕੀਟਿੰਗ ਕੰਸੈਪਟ। ਇਹ ਉਸ ਤੋਂ ਵੀ ਇੱਕ ਲੈਵਲ ਗਾਂਹ ਆ। ਇਹਦੇ ਵਿੱਚ ਕਸਟਮਰਸ ਦੀ ਸੈਟਿਸਫੈਕਸ਼ਨ ਦਾ ਧਿਆਨ ਰੱਖਿਆ ਜਾਂਦਾ, ਨਾਲ ਦੀ ਨਾਲ ਸੁਸਾਇਟੀ ਦਾ ਮਤਲਬ ਜੋ ਸੁਸਾਇਟੀ ਦੇ ਰੂਲਸ ਆ, ਜੋ ਵੈਲਿਊਜ਼ ਹੈਗੀ, ਜੋ ਕਸਟਮਸ ਟਰਡੀਸ਼ਨਸ ਆ, ਉਹਨੂੰ ਵੀ ਕਿਸੇ ਤਰੀਕੇ ਨਾਲ ਭੰਗ ਨਾ ਕੀਤਾ ਜਾਵੇ। ਜੋ ਸਮਾਜ ਦੀਆਂ ਲੋੜਾਂ ਆ, ਜੋ ਸਮਾਜ ਦੀਆਂ ਜ਼ਰੂਰਤਾਂ ਆ, ਉਹਨਾਂ ਨੂੰ ਵੀ ਧਿਆਨ ਵਿੱਚ ਰੱਖ ਕੇ ਮਾਰਕੀਟਿੰਗ ਕੀਤੀ ਜਾਂਦੀ ਹੈ। ਜਿਵੇਂ ਕਿ ਇਨਵਾਇਰਮੈਂਟ ਪੋਲਿਊਸ਼ਨ ਨਾ ਹੋਵੇ, ਲੋਕਾਂ ਨੂੰ ਰੁਜ਼ਗਾਰ ਮਿਲਣ, ਅੱਛੀ ਕੁਆਲਿਟੀ ਦੇ ਪ੍ਰੋਡਕਟਸ ਮਿਲਣ, ਉਹਨਾਂ ਦੇ ਕਿਸੇ ਤਰੀਕੇ ਨਾਲ ਉਹਨਾਂ ਨੂੰ ਕਿਸੇ ਤਰੀਕੇ ਨਾਲ ਕੋਈ ਹਾਰਮ ਨਾ ਹੋਵੇ। ਇਹ ਸਾਰੀਆਂ ਚੀਜ਼ਾਂ ਇਹਦੇ ਵਿੱਚ ਧਿਆਨ ਵਿੱਚ ਰੱਖ ਕੇ ਮਾਰਕੀਟਿੰਗ ਨੂੰ ਜਿਹੜਾ ਆ ਉਹ ਲੀਕਿਆ ਜਾਂਦਾ ਆ, ਉਹਦੇ ਉੱਤੇ ਕੰਮ ਕੀਤਾ ਜਾਂਦਾ ਆ। ਸੋਸਾਈਟਲ ਮਾਰਕੀਟਿੰਗ ਜਿਹੜਾ ਕਨਸੈਪਟ ਹੈਗਾ ਹੈ, ਦੈਟ ਇਜ਼ ਦਾ 1 ਸਟੈਪ ਅਹੈਡ ਆਫ ਮਾਰਕੀਟਿੰਗ ਕਨਸੈਪਟ। ਇਹ ਸਾਰਾ ਕੁਛ ਦਰਸ਼ਨ ਸ਼ਾਸਤਰ ਆ ਮਾਰਕੀਟਿੰਗ ਦੇ ਵਿੱਚ, ਕਿਵੇਂ ਕਿਸੇ ਟਾਈਮ ਦੇ ਵਿੱਚ ਕਦੋਂ ਕਿਹੜੀਆਂ ਚੇਂਜਿਸ ਹੋਈਆਂ। ਅਤੇ ਅੱਜ ਕੱਲ੍ਹ ਜਿਹੜਾ ਲੇਟੈਸਟ ਕਨਸੈਪਟ ਆਪਾਂ ਦੇਖਦੇ ਹਾਂ ਮਾਰਕੀਟਿੰਗ ਨੂੰ ਲੈ ਕੇ, ਦੈਟ ਇਜ਼ ਸੋਸਾਈਟਲ ਮਾਰਕੀਟਿੰਗ ਕਨਸੈਪਟ, ਸਮਾਜਿਕ ਬਾਜ਼ਾਰੀਕਰਨ ਧਾਰਨਾ। ਅਤੇ ਇਸ ਤਰੀਕੇ ਨਾਲ ਤੁਸੀਂ ਦੇਖਦੇ ਹੋ ਕਿ ਸਮੇਂ ਦੇ ਨਾਲ ਮਾਰਕੀਟਿੰਗ ਦੀਆਂ ਜਿਹੜੀਆਂ ਦਰਸ਼ਨ ਸ਼ਾਸਤਰ ਆ ਜਾਂ ਫਿਲੋਸਫੀ ਆ, ਉਹਦੇ ਵਿੱਚ ਕਿਸ ਤਰੀਕੇ ਨਾਲ ਡਿਵੈਲਪਮੈਂਟ ਹੋਈ ਆ। ਹੁਣ ਲਾਸਟ ਦੇ ਵਿੱਚ ਆਪਣੇ ਕੋਲ ਮਾਰਕੀਟਿੰਗ ਮਿਕਸ ਇੱਕ ਕੰਸੈਪਟ ਆ। ਮਾਰਕੀਟਿੰਗ ਮਿਕਸ ਜਾਂ ਬਾਜ਼ਾਰੀਕਰਨ ਮਿਸ਼ਰਣ ਇਸ ਲੈਸਨ ਦਾ ਲਾਸਟ ਟੌਪਿਕ ਆ। ਬਾਜ਼ਾਰੀਕਰਨ ਮਿਸ਼ਰਣ ਜਾਂ ਮਾਰਕੀਟਿੰਗ ਮਿਕਸ ਤੋਂ ਕੀ ਭਾਵ ਆ, ਅਤੇ ਇਹਦੇ ਵਿੱਚ ਕਾਫੀ ਸਾਰਾ ਬਾਜ਼ਾਰੀਕਰਨ ਕਰਨ ਵਾਸਤੇ ਜੋ ਵੀ ਸਾਨੂੰ ਟੂਲਸ ਚਾਹੀਦੇ ਨੇ, ਜੋ ਸਾਧਨ ਚਾਹੀਦੇ ਨੇ, ਜਾਂ ਜੋ ਚੀਜ਼ਾਂ ਸਾਨੂੰ ਚਾਹੀਦੀਆਂ ਨੇ, ਉਹਨਾਂ ਦਾ ਗਰੁੱਪ ਹੁੰਦਾ ਹੈ ਮਾਰਕੀਟਿੰਗ ਮਿਕਸ, ਜਿਹਦੇ ਨਾਲ ਫਰਮ ਜਿਹੜੀ ਆ ਜਾਂ ਬਿਜ਼ਨਸ ਆ ਉਹ ਇੱਕ ਕਿਸੇ ਖਾਸ ਬਾਜ਼ਾਰ ਦੇ ਵਿੱਚ ਆਪਣੇ ਜੋ ਉਹਦੇ ਮਾਰਕੀਟਿੰਗ ਨੂੰ ਲੈ ਕੇ ਉਦੇਸ਼ ਆ ਉਹਨਾਂ ਨੂੰ ਪ੍ਰਾਪਤ ਕਰਨ ਵਾਸਤੇ ਇਹਨਾਂ ਟੂਲਸ ਦਾ, ਇਹਨਾਂ ਸਾਧਨਾਂ ਦਾ, ਇਹਨਾਂ ਉਪਕਰਨਾਂ ਦਾ ਯੂਜ਼ ਕਰਦਾ ਹੈਗਾ ਆ। ਕਿਸੇ ਵੀ ਉਦਮ ਦੇ ਸਮੁੱਚੇ ਬਾਜ਼ਾਰੀਕਰਨ ਪ੍ਰੋਗਰਾਮ ਨੂੰ ਵਿਕਸਿਤ ਕੀਤਾ ਜਾਂਦਾ ਹੈ ਇਹਨਾਂ ਟੂਲਸ ਦੀ ਮਦਦ ਨਾਲ। ਮਾਰਕੀਟਿੰਗ ਮਿਕਸ ਦਾ ਫਿਲਿਪ ਕੋਟਲਰ ਨੇ ਕੀ ਕਿਹਾ ਹੈਗਾ, ਮਾਰਕੀਟਿੰਗ ਮਿਕਸ ਅਜਿਹੇ ਨਿਯੰਤਰਣ ਕਰਨ ਯੋਗ ਚਰਾਂ ਜਾਂ ਦਾ ਸਮੂਹ ਹੁੰਦਾ ਹੈ ਜਿਨ੍ਹਾਂ ਨੂੰ ਫਰਮ ਦੁਆਰਾ ਖਰੀਦਦਾਰਾਂ ਦੇ ਵਿਵਹਾਰ ਨੂੰ ਪ੍ਰਭਾਵਿਤ ਕਰਨ ਲਈ
ਪ੍ਰਯੋਗ ਕੀਤਾ ਜਾਂਦਾ। ਮਤਲਬ ਇਹਦੇ ਵਿੱਚ ਗਰੁੱਪ ਆਫ ਟੂਲਸ ਨੇ, ਉਪਕਰਨ ਨੇ ਜਾਂ ਸਾਧਨ ਨੇ, ਜਿਨ੍ਹਾਂ ਦੇ ਰਾਹੀਂ ਫਰਮ ਕੀ ਕਰਦੀ ਹੈ, ਯਤਨ ਕਰਦੀ ਆ ਕਿ ਜੋ ਸਾਡੇ ਕਸਟਮਰਸ ਹੈਗੇ ਆ, ਖਰੀਦਦਾਰ ਆ, ਉਹਨਾਂ ਦਾ ਵਿਵਹਾਰ ਅਸੀਂ ਪ੍ਰਭਾਵਿਤ ਕਰ ਸਕੀਏ, ਉਹਨਾਂ ਨੂੰ ਆਪਣੇ ਵੱਲ ਨੂੰ ਖਿੱਚ ਸਕੀਏ, ਉਹਨਾਂ ਨੂੰ ਆਪਣੇ ਵੱਲ ਨੂੰ ਲੈ ਕੇ ਆ ਸਕੀਏ। ਅਤੇ ਉਹਨਾਂ ਟੂਲਸ ਨੂੰ ਆਪਾਂ ਵਰਤਦੇ ਹਾਂ। ਉਹ ਟੂਲਸ ਜਿਹੜੇ ਨੇ ਉਹ ਇਹਦੇ ਵਿੱਚ ਹੁੰਦੇ ਨੇ। ਕਿਹੜੇ ਕਿਹੜੇ ਟੂਲਸ ਹੋਣਗੇ ਅੱਗੇ ਚੱਲ ਕੇ ਤੁਸੀਂ ਦੇਖੋਗੇ। ਅਤੇ ਉਹਨਾਂ ਸਾਰੇ ਟੂਲਸ ਨੂੰ ਕਿੱਦਾਂ ਕਿੱਦਾਂ ਵਰਤਣਾ ਆ, ਉਹਨਾਂ ਨੂੰ ਕਿੱਦਾਂ ਇਸਤੇਮਾਲ ਕਰਨਾ ਹੈ, ਤਾਂ ਜੋ ਜਿਹੜਾ ਸਾਡਾ ਟਾਰਗੇਟ ਕਸਟਮਰ ਆ ਉਹ ਸਾਡੇ ਬਿਜ਼ਨਸ ਦਾ ਜੋ ਸਮਾਨ ਆ, ਜੋ ਅਸੀਂ ਬਣਾਇਆ, ਤਿਆਰ ਕੀਤਾ, ਉਹਨਾਂ ਨੂੰ ਖਰੀਦੇ ਅਤੇ ਉਹ ਤੋਂ ਉਹ ਸੈਟਿਸਫੈਕਸ਼ਨ ਪ੍ਰਾਪਤ ਕਰ ਸਕੇ। ਇਸੇ ਤਰੀਕੇ ਨਾਲ ਵਿਲੀਅਮ ਜੇ ਸਟੈਥਨ ਨੇ ਵੀ ਡੈਫੀਨੇਸ਼ਨ ਦਿੱਤੀ ਹੈ ਮਾਰਕੀਟਿੰਗ ਮਿਕਸ ਦੀ, ਉਹ ਵੀ ਤੁਸੀਂ ਯਾਦ ਕਰ ਸਕਦੇ ਹੋ। ਉਹ ਕਹਿੰਦੇ ਆ, ਵਿਲੀਅਮ ਜੇ ਸਟੈਂਟਨ ਕਹਿੰਦੇ ਆ, ਮਾਰਕੀਟਿੰਗ ਮਿਕਸ ਅਜਿਹੇ ਚਾਰ ਆਗਤਾਂ ਦੇ ਸੁਮੇਲ ਦਾ ਵਰਣਨ ਕਰਨ ਲਈ ਪ੍ਰਯੋਗ ਕੀਤੀ ਜਾਣ ਵਾਲੀ ਧਾਰਨਾ ਹੈ ਜੋ ਕਿਸੇ ਵੀ ਕੰਪਨੀ ਦੇ ਬਜ਼ਾਰੀਕਰਨ ਪ੍ਰਣਾਲੀ ਦਾ ਆਧਾਰ ਹੁੰਦੇ ਹਨ। ਇਹਦੇ ਵਿੱਚ ਉਹਨੇ ਦੱਸਿਆ ਹੈਗਾ, ਕਹਿੰਦੇ ਕਿ ਕਿਸੇ ਵੀ ਅਗਰ ਆਪਾਂ ਕਹੀਏ ਕਿ ਕਿਸੇ ਵੀ ਕੰਪਨੀ ਦੀ ਬਜ਼ਾਰੀਕਰਨ ਦੀ ਜੋ ਸਿਸਟਮ ਹੋਊਗਾ, ਮਾਰਕੀਟਿੰਗ ਦਾ ਸਿਸਟਮ ਹੋਊਗਾ, ਉਹਦਾ ਇਹ ਆਧਾਰ ਆ ਮਾਰਕੀਟਿੰਗ ਮਿਕਸ। ਇਹਦੇ ਵਿੱਚ ਉਹ ਚਾਰ ਚੀਜ਼ਾਂ ਸ਼ਾਮਲ ਆ, ਉਹਨਾਂ ਦਾ ਸੁਮੇਲ ਕੀਤਾ ਜਾਂਦਾ, ਉਹਨਾਂ ਦਾ ਮਿਕਸ ਕੀਤਾ ਜਾਂਦਾ ਉਹਨਾਂ ਚਾਰ ਚੀਜ਼ਾਂ ਦਾ। ਉਹਦੇ ਆਧਾਰ 'ਤੇ ਮਾਰਕੀਟਿੰਗ ਦੀ ਪੂਰੀ ਪ੍ਰਣਾਲੀ ਡਿਵੈਲਪ ਕੀਤੀ ਜਾਂਦੀ ਆ ਅਤੇ ਉਹਦੇ ਆਧਾਰ 'ਤੇ ਫਿਰ ਮਾਰਕੀਟਿੰਗ ਦੇ ਜਿਹੜੇ ਟੀਚੇ ਆ ਉਹ ਪੂਰੇ ਕੀਤੇ ਜਾਂਦੇ ਨੇ। ਅਤੇ ਉਹ ਚੀਜ਼ਾਂ ਹੈਗੀਆਂ ਨੇ ਪ੍ਰੋਡਕਟ, ਪ੍ਰਾਈਸ ਅਤੇ ਸਿਸਟਮ ਜਾਂ ਸਟਰਕਚਰ, ਅਤੇ ਪ੍ਰਮੋਸ਼ਨਲ ਐਕਟੀਵਿਟੀਜ਼, ਅਤੇ ਡਿਸਟਰੀਬਿਊਸ਼ਨ ਸਿਸਟਮ, ਵੰਡ ਪ੍ਰਣਾਲੀ। ਅਤੇ ਇਹ ਸਾਰੀਆਂ ਚੀਜ਼ਾਂ ਨੂੰ ਉਹਨੇ ਇਹਦੇ ਵਿੱਚ ਸ਼ਾਮਲ ਕੀਤਾ ਆ। ਕਿਹੜੇ ਕਿਹੜੇ ਕਹਿੰਦਾ ਅਗਲੇ ਟੌਪਿਕ ਆਉਂਦਾ ਹੈ ਕਿ ਮਾਰਕੀਟਿੰਗ ਦੇ ਡਿਸੀਜ਼ਨ ਨੂੰ ਜਾਂ ਮਾਰਕੀਟਿੰਗ ਦੇ ਮਿਕਸ ਨੂੰ ਕਿਹੜੇ ਫੈਕਟਰ ਪ੍ਰਭਾਵਿਤ ਕਰਦੇ ਨੇ। ਅਤੇ ਇਹਦੇ ਵਿੱਚ ਉਹ ਕਹਿੰਦੇ ਆ ਕਿ ਕਿਸੇ ਵੀ ਫਰਮ ਦੇ ਵਿੱਚ ਜੋ ਮਾਰਕੀਟਿੰਗ ਦਾ ਮਿਕਸ ਦਾ ਡਿਸੀਜ਼ਨ ਆ ਜਾਂ ਫੈਸਲਾ ਆ, ਉਹਨੂੰ ਕਈ ਪ੍ਰਭਾਵਿਤ ਕਰਦੇ ਨੇ ਤੱਤ, ਜਿਨ੍ਹਾਂ ਦੇ ਵਿੱਚ ਕੁਛ ਕੰਟਰੋਲੇਬਲ ਫੈਕਟਰਸ ਹੁੰਦੇ ਨੇ ਜਿਨ੍ਹਾਂ ਦੇ ਉੱਤੇ ਨਿਯੰਤਰਣ ਕੀਤਾ ਜਾ ਸਕਦਾ ਹੈ। ਅਤੇ ਉਦਾਹਰਨ ਦੇ ਤੌਰ 'ਤੇ ਮਾਰਕਾ ਲਗਾਉਣਾ, ਲੇਬਲਿੰਗ, ਪੈਕੇਜਿੰਗ, ਕੀਮਤ ਨਿਰਧਾਰਨ, ਇਹ ਸਾਰੀਆਂ ਚੀਜ਼ਾਂ ਕੰਪਨੀ ਦੇ ਹੱਥ ਦੇ ਵਿੱਚ ਹੁੰਦੀਆਂ ਨੇ ਕਿ ਕੰਪਨੀ ਆਪਣੇ ਪ੍ਰੋਡਕਟ ਦੀ ਪੈਕੇਜ ਕਿੱਦਾਂ ਕਰਨਾ ਚਾਹੁੰਦੀ, ਉਹਦੀ ਲੈਬਲਿੰਗ ਕਿੱਦਾਂ ਕਰਨਾ ਚਾਹੁੰਦੀ, ਉਹਦੇ ਉੱਤੇ ਕਿਸ ਤਰ੍ਹਾਂ ਦੀ ਮਾਰਕਿੰਗ, ਬ੍ਰੈਂਡਿੰਗ ਕਰਨਾ ਚਾਹੁੰਦੀ ਹੈ, ਉਹਦਾ ਪ੍ਰਾਈਸ ਕੀ ਰੱਖਣਾ ਚਾਹੁੰਦੀ ਹੈ। ਇਹ ਸਾਰੀਆਂ ਚੀਜ਼ਾਂ ਕੰਪਨੀ ਦੇ ਹੱਥ ਦੇ ਵਿੱਚ ਹੈਗੀਆਂ ਨੇ ਜਿਨ੍ਹਾਂ ਨੂੰ ਕੰਪਨੀ ਕੰਟਰੋਲ ਕਰ ਸਕਦੀ ਹੈ। ਕੁਛ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਕੰਪਨੀ ਦੇ ਹੱਥ ਦੇ ਵਿੱਚ ਨਹੀਂ ਹੁੰਦੀਆਂ, ਜਿਵੇਂ ਗੌਰਮੈਂਟ ਨੇ ਕੀ ਡਿਸੀਜ਼ਨ ਲਿਆ ਹੋਇਆ ਆ, ਟੈਕਸ ਪੋਲਿਸੀ ਕੀ ਆ, ਮੋਨੀਟਰੀ ਪੋਲਿਸੀ ਕੀ ਆ, ਦੇਸ਼ ਦੇ ਵਿੱਚ ਜੋ ਰਾਜਨੀਤਿਕ ਪਾਰਟੀਆਂ ਕੰਮ ਕਰ ਰਹੀਆਂ ਉਹਨਾਂ ਦੀਆਂ ਪੋਲਿਸੀ ਕੀ ਹੈ, ਇਹ ਕੰਪਨੀ ਦੇ ਹੱਥ ਦੇ ਵਿੱਚ ਨਹੀਂ ਹੈਗੀਆਂ ਨੇ। ਕੰਪਨੀ ਨੂੰ ਇਹਨਾਂ ਪੋਲਿਸੀਆਂ ਨੂੰ ਫੋਲੋ ਕਰਨਾ ਹੁੰਦਾ ਹੈ, ਕੰਪਨੀ ਇਹਨਾਂ ਨੂੰ ਖੁਦ ਨਹੀਂ ਬਣਾ ਸਕਦੀ। ਅਤੇ ਬਜ਼ਾਰੀਕਰਨ ਦਾ ਜਦੋਂ ਵੀ ਫੈਸਲਾ ਲਿਆ ਜਾਂਦਾ ਹੈ, ਇਹਨਾਂ ਸਾਰੇ ਤੱਤਾਂ ਨੂੰ ਧਿਆਨ ਵਿੱਚ ਰੱਖ ਕੇ ਲਿਆ ਜਾਂਦਾ ਹੈ ਅਤੇ ਇਸ ਤਰ੍ਹਾਂ ਦੇ ਬਜ਼ਾਰੀਕਰਨ ਉਪਕਰਨਾਂ ਦੀ ਚੋਣ ਕੀਤੀ ਜਾਂਦੀ ਹੈ ਜੋ ਉੱਦਮ ਵਾਸਤੇ ਸਭ ਤੋਂ ਜ਼ਿਆਦਾ ਉਪਯੁਕਤ ਹੋਣ। ਬਜ਼ਾਰੀਕਰਨ ਦੇ ਜਿਹੜਾ ਮਿਕਸ ਆ, ਮਾਰਕੀਟਿੰਗ ਮਿਕਸ ਆ, ਉਹਦੇ ਵਿੱਚ ਕੁਛ ਤੱਤ ਸ਼ਾਮਲ ਨੇ। ਜੀਰੋਮ ਮੈਕਾਰਥੀ ਇੱਕ ਮਾਹਰ ਹੋਏ ਨੇ, ਅਮਰੀਕਨ ਮਾਹਰ ਹੋਏ ਨੇ ਬਜ਼ਾਰੀਕਰਨ ਦੇ ਵਿੱਚ, ਉਹਨਾਂ ਦੀ ਕਾਫੀ ਅੱਛੀ ਪਕੜ ਦੱਸੀ ਜਾਂਦੀ ਹੈ। ਅਤੇ ਉਹਨਾਂ ਨੇ ਬਜ਼ਾਰੀਕਰਨ ਮਿਸ਼ਰਣ ਦੇ ਤੱਤਾਂ ਦੀ, ਉਪਕਰਨਾਂ ਦੀ, ਉਹਨਾਂ ਨੂੰ ਚਾਰ ਭਾਗਾਂ 'ਚ ਵੰਡਿਆ ਹੈਗਾ। ਉਹ ਕਹਿੰਦੇ ਇਹ ਬਜ਼ਾਰੀਕਰਨ ਮਿਸ਼ਰਣ ਦੇ ਵਿੱਚ ਜਿਹੜੇ ਆ, ਮਾਰਕੀਟਿੰਗ ਮਿਕਸ ਦੇ ਵਿੱਚ ਚਾਰ ਤੱਤ ਹੁੰਦੇ ਆ, ਚਾਰ ਉਹਦੇ ਐਲੀਮੈਂਟਸ ਹੁੰਦੇ ਆ। ਇੱਕ ਹੁੰਦਾ ਪ੍ਰੋਡਕਟ, ਫਿਰ ਹੁੰਦਾ ਆ ਪ੍ਰਾਈਸ, ਪਲੇਸ, ਸਥਾਨ, ਪ੍ਰੋਤਸਾਹਨ ਮਤਲਬ ਪ੍ਰਮੋਸ਼ਨ। ਅਤੇ ਮਾਰਕੀਟਿੰਗ ਮਿਕਸ ਦੇ ਵਿੱਚ ਉਹਨਾਂ ਨੇ ਚਾਰ ਤੱਤਾਂ ਦੀ ਗੱਲ ਕੀਤੀ ਆ। ਇਹਨਾਂ ਵਿੱਚੋਂ ਆਪਾਂ ਦੇਖਦੇ ਹਾਂ ਅਗਲੇ ਡਾਇਗਰਾਮ ਦੇ ਰਾਹੀਂ। ਬਜ਼ਾਰੀਕਰਨ ਮਿਸ਼ਰਣ ਦੇ ਤੱਤ ਦੇ ਵਿੱਚ ਉਤਪਾਦ ਦੀ ਗੱਲ ਕਰੀਏ ਤਾਂ ਉਹ ਉਤਪਾਦ ਦੇ ਵਿੱਚ ਜਾਂ ਪ੍ਰੋਡਕਟ ਦੇ ਵਿੱਚ ਉਹ ਕਿਸ ਤਰ੍ਹਾਂ ਦਾ ਹੋਊਗਾ, ਅਲੱਗ-ਅਲੱਗ ਤਰ੍ਹਾਂ ਦਾ, ਉਹਦੀ ਕੁਆਲਿਟੀ, ਡਿਜ਼ਾਈਨ, ਉਹਦੇ ਵਿੱਚ ਕੀ ਵਿਸ਼ੇਸ਼ਤਾਵਾਂ, ਉਹਦਾ ਬ੍ਰਾਂਡ ਕੀ ਹੋਊਗਾ, ਪੈਕੇਜਿੰਗ ਕਿੱਦਾਂ ਕੀਤੀ ਜਾਊਗੀ, ਲੇਬਲਿੰਗ, ਉਹਦਾ ਆਕਾਰ, ਸਾਈਜ਼ ਵਗੈਰਾ, ਉਹਦੇ 'ਤੇ ਵਾਰੰਟੀ ਵਗੈਰਾ, ਉਹਦੀ ਵਾਪਸੀ ਕਿੱਦਾਂ ਕੀਤੀ ਜਾਊਗੀ ਅਗਰ ਉਹਨੂੰ ਵਾਪਸ ਕਰਨਾ ਹੋਵੇ ਤਾਂ। ਕੀਮਤ ਦੇ ਵਿੱਚ ਉਹਦਾ ਕੀਮਤ ਨਿਰਧਾਰਨ ਕਿੱਦਾਂ ਕੀਤਾ ਜਾਊਗਾ, ਉਹਦੇ ਉੱਤੇ ਡਿਸਕਾਊਂਟ, ਕਟੌਤੀ, ਰਿਬੇਟ ਵਗੈਰਾ, ਉਹਨੂੰ ਪੇਮੈਂਟ ਕਰਨ ਦਾ ਸਮਾਂ ਕਿੰਨਾ ਹੋਊਗਾ, ਕ੍ਰੈਡਿਟ ਪੋਲਿਸੀ ਜਾਂ ਸਾਖ ਨੀਤੀ ਕਿਹੋ ਜਿਹੀ ਰਹੂਗੀ। ਸਥਾਨ ਦੇ ਵਿੱਚ ਕਿਸ ਤਰ੍ਹਾਂ ਉਹਨੂੰ ਆਪਾਂ ਕਿਹੜੇ ਚੈਨਲ ਦੇ ਰਾਹੀਂ ਉਹਨੂੰ ਵੇਚਿਆ ਜਾਊਗਾ, ਉਹਦੀ ਖੇਤਰ ਕਿਹੋ ਜਿਹਾ ਹੋਊਗਾ, ਛਾਂਟੀ ਕਿੱਦਾਂ ਕੀਤੀ ਜਾਊਗੀ, ਭੂਗੋਲਿਕ ਸਥਿਤੀ, ਸਟਾਕ ਉਹਨੂੰ ਕਿੱਦਾਂ ਕੀਤਾ ਜਾਊਗਾ, ਉਹਨੂੰ ਕਿੱਦਾਂ ਉਹਨੂੰ ਟਰਾਂਸਪੋਰਟ ਕੀਤਾ ਜਾਊਗਾ। ਅਤੇ ਪ੍ਰੋਤਸਾਹਨ ਜਾਂ ਪ੍ਰਮੋਸ਼ਨ ਦੇ ਵਿੱਚ ਉਹਨੂੰ ਆਪਾਂ ਕਿੱਦਾਂ ਵਿਕਰੀ ਨੂੰ ਵਧਾਵਾਂਗੇ, ਮਸ਼ਹੂਰੀ ਵਗੈਰਾ, ਐਡਵਰਟਾਈਜ਼ਮੈਂਟ, ਪਬਲਿਸਿਟੀ, ਅਗਰ ਪਰਸਨਲ ਸੇਲ ਕਰਕੇ ਮਤਲਬ ਖੁਦ ਜਾ ਕੇ ਘਰੀ ਜਾ ਕੇ ਸੇਲ ਕਰਨੀ ਹੋਊਗੀ ਤਾਂ ਕਿੱਦਾਂ, ਪਬਲਿਕ ਰਿਲੇਸ਼ਨ ਜਾਂ ਡਾਇਰੈਕਟ ਮਾਰਕੀਟਿੰਗ ਕਿੱਦਾਂ ਕੀਤੀ ਜਾਊਗੀ ਉਹਦੀ। ਇਹ ਸਾਰੀਆਂ ਚੀਜ਼ਾਂ
ਮਾਰਕੀਟਿੰਗ ਮਿਕਸ ਦੇ ਤੱਤ 4 ਤੱਤ ਹੈਗੇ ਆ। ਪ੍ਰੋਡਕਟ, ਪ੍ਰਾਈਜ਼, ਪਲੇਸ ਅਤੇ ਪ੍ਰਮੋਸ਼ਨ। ਇਹਨਾਂ ਨੂੰ 4 P's ਆਫ ਮਾਰਕੀਟਿੰਗ ਵੀ ਕਿਹਾ ਜਾਂਦਾ ਹੈ। ਅਤੇ ਜਿੱਦਾਂ 4 P's ਆਫ ਮਾਰਕੀਟਿੰਗ ਜਿਹੜੇ ਆਪਸ ਦੇ ਵਿੱਚ ਸੰਬੰਧਿਤ ਆ, ਨਿਰਭਰ ਆ ਇੱਕ ਦੂਜੇ ਦੇ ਉੱਤੇ, ਅਤੇ ਇਹਨਾਂ ਦੇ ਉੱਤੇ ਗਾਹਕ ਦੀ ਜਿਹੜੀ ਸੰਤੁਸ਼ਟੀ ਹੈ ਨਿਰਭਰ ਕਰਦੀ ਹੈ। ਇਸ ਧਾਰਨਾ ਨੂੰ ਅਮਰੀਕਾ ਦੇ ਹਾਰਵਰਡ ਬਿਜ਼ਨਸ ਸਕੂਲ ਦੇ ਇੱਕ ਪ੍ਰੋਫੈਸਰ, ਜਿਹਨੂੰ ਨੀਲ ਐਚ ਬੋਰਡਨ ਦੇ ਨਾਮ ਤੋਂ ਜਾਣਿਆ, ਉਹਨਾਂ ਨੇ ਮਸ਼ਹੂਰ ਕੀਤਾ ਸੀਗਾ। ਅਤੇ ਬਜ਼ਾਰੀਕਰਨ ਦੇ ਜਿਵੇਂ 4 P ਜਿਹੜੇ ਆ, ਇਹ ਉਤਪਾਦਕ ਜਾਂ ਵਿਕਰੇਤਾ ਵਾਸਤੇ ਉਹਨਾਂ ਦੇ ਪੱਖ ਤੋਂ ਆਪਾਂ ਦੇਖਦੇ ਹਾਂ। ਅਤੇ ਅਗਰ ਆਪਾਂ ਕਸਟਮਰ ਦੇ ਪੱਖ ਤੋਂ ਦੇਖੀਏ ਤਾਂ ਜਿੱਦਾਂ ਇਹ 4 P's ਫਰੋਮ ਦਾ ਪੁਆਇੰਟ ਆਫ ਵਿਊ ਆਫ ਪ੍ਰੋਡਿਊਸਰਸ ਆ ਜਾਂ ਸੈਲਰਸ ਆ, ਇਹ ਜਿਹੜੇ 4 C's ਆ, ਦੀਜ਼ ਆਰ ਫਰੋਮ ਦਾ ਪੁਆਇੰਟ ਆਫ ਵਿਊ ਆਫ ਕਸਟਮਰਸ ਨੂੰ 4 C's ਦੇ ਵਿੱਚ ਕੀ ਚਾਹੀਦਾ ਹੁੰਦਾ ਹੈ। ਗਾਹਕ ਨੂੰ ਸੰਤੁਸ਼ਟੀ ਚਾਹੀਦੀ ਹੁੰਦੀ ਆ, ਪ੍ਰੋਡਕਟ ਉਹਨੂੰ ਸੁਵਿਧਾ ਦੇ ਅਨੁਸਾਰ ਮਿਲ ਜਾਵੇ, ਉਹਨੂੰ ਕੋਸਟ ਦੇਖਣੀ ਹੁੰਦੀ ਹੈ ਕਿ ਉਹਨੂੰ ਸਹੀ ਕੀਮਤ 'ਤੇ ਉਹ ਪ੍ਰੋਡਕਟ ਮਿਲ ਜਾਵੇ, ਅਤੇ ਉਹਨੂੰ ਹਰ ਇੱਕ ਤਰ੍ਹਾਂ ਦੀ ਜਾਣਕਾਰੀ ਚਾਹੀਦੀ ਹੁੰਦੀ, ਕਮਿਊਨੀਕੇਸ਼ਨ ਉਹਦੇ ਨਾਲ ਸਹੀ ਤਰੀਕੇ ਨਾਲ ਹੋ ਜਾਵੇ। ਅਤੇ ਇਹ 4 C's ਕਸਟਮਰ ਦੇ ਪੁਆਇੰਟ ਆਫ ਵਿਊ ਤੋਂ ਇੰਪੋਰਟੈਂਟ ਹੈਗੀਆਂ ਨੇ। 4 P's ਮਾਰਕੀਟਿੰਗ ਮਿਕਸ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਇਹਦੇ ਪੁਆਇੰਟ ਆਫ ਵਿਊ ਤੋਂ, ਪ੍ਰੋਡਿਊਸਰ ਜਾਂ ਸੈਲਰ ਦੇ ਪੁਆਇੰਟ ਆਫ ਵਿਊ ਤੋਂ। ਫਿਰ ਇਹਨਾਂ ਦੇ ਬਾਰੇ ਥੋੜ੍ਹਾ ਐਕਸਪਲੇਨ ਕੀਤਾ। ਅੱਗੇ ਇਹਨਾਂ ਦੇ ਬਾਰੇ ਪੂਰੇ ਪਾਰਟ ਹੈਗੇ ਆ। ਜਿਵੇਂ ਪ੍ਰੋਡਕਟ ਦੀ ਗੱਲ ਕਰੀਏ, ਪ੍ਰੋਡਕਟ ਉਹ ਕੋਈ ਵੀ ਵਸਤੂ ਜਿਹਨੂੰ ਮਨੁੱਖ ਆਪਣੀ ਲੋੜ ਵਾਸਤੇ, ਸੰਤੁਸ਼ਟੀ ਵਾਸਤੇ ਬਾਜ਼ਾਰ ਵਿੱਚੋਂ ਖਰੀਦਣ ਲਈ ਤਿਆਰ ਆ, ਅਤੇ ਉਹ ਬਾਜ਼ਾਰ ਵਿੱਚ ਵਿਕਰੀ ਲਈ ਆਈ ਹੋਈ ਹੈ। ਕੋਈ ਵੀ ਇਹੋ ਜਿਹੀ ਚੀਜ਼ ਜੋ ਮਨੁੱਖੀ ਲੋੜਾਂ ਨੂੰ ਸੰਤੁਸ਼ਟ ਕਰਨ ਦਾ ਗੁਣ ਹੈ, ਉਹਦੇ ਵਿੱਚ ਤੁਸ਼ਟੀ ਗੁਣ ਹੈਗਾ ਆ। ਅਤੇ ਇਹਦੇ ਵਿੱਚ ਇਹ ਧਿਆਨ ਰੱਖਣ ਯੋਗ ਹੈ ਕਿ ਉਤਪਾਦ ਦੇ ਵਿੱਚ ਵਸਤੂਆਂ, ਸੇਵਾਵਾਂ ਦੋਨੋਂ ਚੀਜ਼ਾਂ ਨੂੰ ਰੱਖਿਆ ਜਾਂਦਾ ਹੈ। ਹੁਣ ਜਿਹੜਾ ਪ੍ਰੋਡਕਟ ਮਿਕਸ ਆ, ਉਹਦੇ ਵਿੱਚ ਕੀ ਹੋਊਗਾ, ਬਜ਼ਾਰੀਕਰਨ ਦੀ ਪ੍ਰਕਿਰਿਆ ਦੇ ਵਿੱਚ ਉਤਪਾਦ ਦੇ ਸੰਬੰਧੀ ਕਈ ਫੈਸਲੇ ਲਏ ਜਾਂਦੇ ਨੇ ਕਿ ਉਤਪਾਦ ਦਾ ਵਿਕਾਸ ਕਿੱਦਾਂ ਕੀਤਾ ਜਾਊਗਾ, ਪਲੈਨਿੰਗ ਕਿੱਦਾਂ ਕੀਤੀ ਜਾਊਗੀ, ਪ੍ਰੋਡਕਟ ਪਲੈਨਿੰਗ, ਉਹਦਾ ਉਤਪਾਦਨ ਕੀਤਾ ਕਿੱਦਾਂ ਜਾਊਗਾ, ਉਹਦੀ ਪ੍ਰੋਡਕਸ਼ਨ ਪਲੈਨਿੰਗ, ਉਹਦੇ ਵਿੱਚ ਕਿਹੜੀਆਂ ਚੀਜ਼ਾਂ, ਕੁਆਲਿਟੀਜ਼ ਵਗੈਰਾ, ਉਹਦੇ ਵਿੱਚ ਹੰਢਣ ਮਾਰਤਾ ਮਤਲਬ ਡਿਊਰੇਬਿਲਟੀ ਕਿੰਨੀ ਹੋਊਗੀ, ਉਹਦਾ ਮਾਰਕਾ ਬ੍ਰੈਂਡਿੰਗ ਕਿੱਦਾਂ ਦੀ ਹੋਊਗੀ, ਕਲਰ ਕੀ ਹੋਊਗਾ, ਪੈਕੇਜਿੰਗ, ਉਹਦੇ ਸੰਬੰਧੀ ਸਾਰੇ ਤਰ੍ਹਾਂ ਦੇ ਫੈਸਲੇ ਲਏ ਜਾਂਦੇ ਨੇ ਤਾਂ ਜੋ ਉਪਭੋਗਤਾ ਨੂੰ ਵੱਧ ਤੋਂ ਵੱਧ ਜਿਹੜੀ ਆ ਸੈਟਿਸਫੈਕਸ਼ਨ ਮਿਲ ਸਕੇ। ਅਤੇ ਇਹਦੇ ਵਿੱਚ ਕਿਹੜੀਆਂ ਚੀਜ਼ਾਂ ਨੂੰ ਸ਼ਾਮਲ ਕੀਤਾ ਜਾਂਦਾ ਹੈ, ਉਹ ਸਾਰੀਆਂ ਇੱਥੇ ਲਿਖੀਆਂ ਹੋਈਆਂ ਨੇ। ਪ੍ਰੋਡਕਟ ਦਾ ਡਿਜ਼ਾਈਨ ਕੀ ਹੋਊਗਾ, ਉਹਦੀ ਕੁਆਲਿਟੀ, ਉਹਦੀਆਂ ਵਿਸ਼ੇਸ਼ਤਾਵਾਂ, ਉਹਦਾ ਮਾਡਲ ਕੀ ਹੋਊਗਾ, ਸਟਾਈਲ ਕੀ ਹੋਊਗਾ, ਉਹਦੀ ਦਿੱਖ ਮਤਲਬ ਕਿਸ ਤਰ੍ਹਾਂ ਦਾ ਅਪੀਅਰੈਂਸ ਹੋਊਗਾ, ਉਹਦਾ ਸਾਈਜ਼ ਅਤੇ ਵਾਰੰਟੀ, ਪੈਕੇਜਿੰਗ, ਲੇਬਲਿੰਗ, ਮਾਰਕਾ ਮਤਲਬ ਉਹਦੀ ਬ੍ਰੈਂਡਿੰਗ, ਟ੍ਰੇਡਮਾਰਕ ਉੱਤੇ ਕਿਹੜਾ ਲੱਗਾ ਹੋਊਗਾ, ਵਿਕਰੀ ਤੋਂ ਪਹਿਲਾਂ ਤਾਂ ਵਿਕਰੀ ਤੋਂ ਬਾਅਦ ਉਹਦੀ ਸੇਵਾਵਾਂ ਕਿਹੜੀਆਂ ਦਿੱਤੀਆਂ ਜਾਣਗੀਆਂ, ਨਵੇਂ ਪ੍ਰੋਡਕਟ ਦੀ ਬਣਾਵਟ ਵਗੈਰਾ ਬਣਤਰ ਕਿਹੋ ਜਿਹੀ ਹੋਊਗੀ, ਇਸ ਸੰਬੰਧੀ ਸਾਰੇ ਫੈਸਲੇ ਪ੍ਰੋਡਕਟ ਮਿਕਸ ਦੇ ਵਿੱਚ ਲਏ ਜਾਂਦੇ ਨੇ। ਫਿਰ ਆ ਜਾਂਦਾ ਪ੍ਰਾਈਸ ਮਤਲਬ ਜਿਹੜਾ ਮੁੱਲ ਹੈਗਾ ਉਸ ਚੀਜ਼ ਦਾ, ਜਿਹਦੇ ਬਦਲੇ ਉਹ ਚੀਜ਼ ਨੂੰ ਵੇਚਿਆ ਜਾਣਾ ਹੈ, ਉਹ ਕੀਮਤ ਨੂੰ ਪ੍ਰਾਈਸ ਕਿਹਾ ਜਾਂਦਾ ਹੈ। ਜੋ ਖਰੀਦਦਾਰ ਜਿਹੜਾ ਹੈ ਉਹ ਵਿਕਰੇਤਾ ਨੂੰ ਉਹ ਪੈਸੇ ਦੇ ਕੇ ਉਹ ਚੀਜ਼ ਨੂੰ ਖਰੀਦਦਾ ਹੈ, ਅਤੇ ਉਹ ਕੀਮਤ ਦਾ ਭੁਗਤਾਨ ਕੀਤਾ ਜਾਂਦਾ ਹੈ ਵਿਕਰੇਤਾ ਨੂੰ, ਖਰੀਦਦਾਰ ਦੇ ਦੁਆਰਾ, ਬਾਇਰ ਦੁਆਰਾ ਸੈਲਰ ਨੂੰ ਉਹ ਪੇਮੈਂਟ ਕਰ ਦਿੱਤੀ ਜਾਂਦੀ ਹੈ। ਇਸ ਕਰਕੇ ਉਦਮ ਨੂੰ ਇਹਦੇ ਨਾਲ ਫਾਇਦਾ ਹੁੰਦਾ, ਆਮਦਨ ਪ੍ਰਾਪਤ ਹੁੰਦੀ ਆ। ਉਤਪਾਦ ਦੀ ਜਦੋਂ ਵੀ ਕੀਮਤ ਨਿਰਧਾਰਿਤ ਕਰਨੀ ਆ, ਉਸ ਸਮੇਂ ਬਜ਼ਾਰੀਕਰਨ ਦੇ ਕਈ ਤੱਤਾਂ ਨੂੰ ਧਿਆਨ ਵਿੱਚ ਰੱਖਣਾ ਹੁੰਦਾ ਹੈ। ਅਤੇ ਜਿਹੜਾ ਪ੍ਰਾਈਸ ਮਿਕਸ ਆ, ਉਹਦੇ ਵਿੱਚ ਬਜ਼ਾਰੀਕਰਨ ਦੀ ਪ੍ਰਕਿਰਿਆ ਦੇ ਵਿੱਚ ਕੀਮਤ ਸੰਬੰਧੀ ਕਈ ਤਰ੍ਹਾਂ ਦੇ ਫੈਸਲੇ ਲਏ ਜਾਂਦੇ ਨੇ। ਕੀਮਤ ਮਿਸ਼ਰਨ ਦਾ ਹਿੱਸਾ ਆ ਉਹ ਸਾਰੇ ਪ੍ਰਾਈਸ ਮਿਕਸ ਦਾ। ਇਹਦੇ ਵਿੱਚ ਇਹ ਹੋ ਸਕਦਾ ਹੈ ਕੀਮਤ ਦੀਆਂ ਸੰਬੰਧੀ ਪਾਲਿਸੀਆਂ, ਪ੍ਰਾਈਜ਼ਿੰਗ ਪਾਲਿਸੀਜ਼ ਤਿਆਰ ਕਰਨਾ, ਕੀਮਤ ਦਾ ਲੈਵਲ ਸੈੱਟ ਕਰਨਾ, ਸਾਨੂੰ ਉਸ ਕੀਮਤ ਦੇ ਰਾਹੀਂ ਕਿੰਨਾ ਪ੍ਰੋਫਿਟ ਚਾਹੀਦਾ ਇਹ ਪਤਾ ਕਰਨਾ, ਫਿਰ ਕਿੰਨੀ ਛੂਟ ਆਪਾਂ ਦੇ ਸਕਦੇ ਹਾਂ, ਡਿਸਕਾਊਂਟ, ਰਿਬੇਟ ਵਗੈਰਾ, ਪਹੁੰਚ ਪ੍ਰਦਾਨ ਕਰਨ ਵਾਲੀਆਂ ਸ਼ਰਤਾਂ, ਟਰਮਸ ਕੰਡੀਸ਼ਨਸ ਡਿਸਾਈਡ ਕਰਨਾ, ਕਿਸ਼ਤਾਂ 'ਤੇ ਅਗਰ ਖਰੀਦਣਾ ਹੈ ਚੀਜ਼ਾਂ ਨੂੰ ਤਾਂ ਉਹਦੇ ਲਈ ਕੀ ਫੈਸਿਲਿਟੀਜ਼ ਪ੍ਰੋਵਾਈਡ ਕਰ ਸਕਦੇ ਹਾਂ, ਉਹਦੇ ਉੱਤੇ ਫਾਈਨੈਂਸ ਜਾਂ ਲੋਨ ਜਾਂ ਕ੍ਰੈਡਿਟ ਕਿਸ ਤਰੀਕੇ ਨਾਲ ਦੇ ਸਕਦੇ ਹਾਂ। ਇਹ ਸਾਰੀਆਂ ਚੀਜ਼ਾਂ ਕੀਮਤ ਮਿਕਸ ਦੇ ਵਿੱਚ ਜਾਂ ਕੀਮਤ ਮਿਸ਼ਰਨ ਦਾ ਹਿੱਸਾ ਹੁੰਦੀਆਂ ਨੇ। ਫਿਰ ਆ ਜਾਂਦਾ ਪਲੇਸ, ਕਿਉਂਕਿ ਤੁਹਾਨੂੰ ਪਤਾ ਹੈ ਸਮਾਨ ਬਣਦਾ ਕਿਤੇ ਆ ਅਤੇ ਉਹਨੂੰ ਵੇਚਿਆ ਕਿਤੇ ਜਾਂਦਾ ਹੈ, ਪ੍ਰੋਡਿਊਸਰ ਤੋਂ ਲੈ ਕੇ ਕੰਜ਼ਿਊਮਰ ਤੱਕ ਉਹਨੂੰ ਪਹੁੰਚਾਉਣਾ ਹੁੰਦਾ ਹੈ, ਅਤੇ ਉਹਦੇ ਲਈ ਸਾਡੇ ਕੋਲ ਕਈ ਚੈਨਲਸ ਹੈਗੇ ਆ, ਉੱਥੇ ਤੱਕ ਉਹਨੂੰ ਪਹੁੰਚਾਉਣ ਵਾਸਤੇ ਸਾਡੇ ਮਾਧਿਅਮ ਕਈ ਹੁੰਦੇ ਆ। ਅਤੇ ਬਜ਼ਾਰੀਕਰਨ ਦੇ ਵਿੱਚ ਜੋ ਫੈਸਲੇ ਲਏ ਜਾਂਦੇ ਨੇ, ਉਹਦੇ ਵਿੱਚ ਥਾਂ ਦਾ ਜਿਹੜਾ ਫੈਸਲਾ ਆ, ਸਥਾਨ ਦਾ ਫੈਸਲਾ ਆ, ਉਪਭੋਗ ਵਾਲੀ ਥਾਂ ਮਤਲਬ ਉਤਪਾਦਨ ਵਾਲੀ ਥਾਂ ਤੋਂ ਲੈ ਕੇ ਉਪਭੋਗ ਵਾਲੀ ਥਾਂ ਤੱਕ ਉਹਨੂੰ ਪਹੁੰਚਾਉਣ ਲਈ, ਹਸਤਾਂਤਰਨ ਕਰਨ ਲਈ ਫੈਸਲੇ ਲਏ ਜਾਂਦੇ ਨੇ। ਅਤੇ ਇਹਦੇ ਵਿੱਚ ਇਹ ਦੇਖਿਆ ਜਾਂਦਾ ਕਿ ਉਪਭੋਗਤਾ ਨੂੰ ਸਹੀ ਉਤਪਾਦ ਸਹੀ ਸਮੇਂ 'ਤੇ, ਸਹੀ ਮਾਤਰਾ 'ਤੇ, ਸਹੀ ਥਾਂ 'ਤੇ ਮਿਲ ਜਾਵੇ। ਇਹਦੇ ਲਈ 2 ਤਰ੍ਹਾਂ ਦੀ ਚੀਜ਼ਾਂ ਹੁੰਦੀਆਂ ਨੇ, ਇੱਕ ਤਾਂ ਭੌਤਿਕ ਵੰਡ, ਫਿਜ਼ੀਕਲ ਡਿਸਟਰੀਬਿਊਸ਼ਨ, ਅਤੇ ਵੰਡ ਦੇ ਚੈਨਲਸ ਆਫ ਡਿਸਟਰੀਬਿਊਸ਼ਨ। ਇਹ 2 ਚੀਜ਼ਾਂ ਨੇ, ਇਹਨਾਂ ਦੇ ਬਾਰੇ ਅੱਗੇ ਪਾਠ ਦੇ ਵਿੱਚ ਵੀ ਤੁਸੀਂ ਪੜ੍ਹੋਗੇ।
ਪਲੇਸ ਮਿਕਸ ਦੇ ਵਿੱਚ ਕਿਹੜੇ ਚੀਜ਼ਾਂ ਦਾ ਧਿਆਨ ਰੱਖਿਆ ਜਾਂਦਾ ਆ ਬਜ਼ਾਰੀਕਰਨ ਜਾਂ ਮਾਰਕੀਟਿੰਗ ਦੀਆਂ ਜਿਹੜੀਆਂ ਪ੍ਰਕਿਰਿਆ ਉਹਦੇ ਵਿੱਚ ਪਲੇਸ ਜਾਂ ਸਥਾਨ ਸੰਬੰਧੀ ਅਲੱਗ-ਅਲੱਗ ਜਿਹੜੇ ਫੈਸਲੇ ਲਏ ਜਾਂਦੇ ਨੇ ਉਹ ਕਿਹੜੇ ਨੇ ਕਿ ਵੰਡ ਦਾ ਚੈਨਲ ਕਿਹੜਾ ਹੋਊਗਾ। ਜਿੱਦਾਂ ਕਈ ਚੈਨਲ ਇੱਕ ਉਦਾਹਰਨ ਦੇਵਾਂ, ਜਿਹੜਾ ਪ੍ਰੋਡਿਊਸਰ ਆ ਉਹਨੇ ਉਹ ਹੋਲਸੇਲਰ ਤੋਂ ਰਿਟੇਲਰ ਤੋਂ ਫਿਰ ਕਸਟਮਰ, ਇਸ ਤਰ੍ਹਾਂ ਚੈਨਲਸ ਆਫ ਡਿਸਟਰੀਬਿਊਸ਼ਨ ਹੋ ਸਕਦੇ ਆ। ਅਤੇ ਵੰਡ ਦਾ ਚੈਨਲ ਕਿਹੋ ਜਿਹਾ ਹੋਊਗਾ, ਵਿਕਰੀ ਦੇ ਸਥਾਨਾਂ ਦੀ ਕਿਸਮ ਦੀ ਚੋਣ ਕਿੱਦਾਂ ਕੀਤੀ ਜਾਊਗੀ, ਵੰਡ ਦੇ ਚੈਨਲ ਦੇ ਵਿੱਚ ਜਿਹੜੇ ਵਿਚੋਲੀਏ ਸ਼ਾਮਲ ਹੋਣਗੇ ਉਹਨਾਂ ਨੂੰ ਕਿੰਨਾ ਮਿਹਨਤਾਨਾ ਦੇਣਾ ਆ, ਅਤੇ ਟਰਾਂਸਪੋਰਟੇਸ਼ਨ ਦੀ ਢੋਆ ਢੁਆਈ ਦਾ ਕੀ ਹਿਸਾਬ ਕਿਤਾਬ ਰਹੂਗਾ, ਸਟੋਰ ਕਿੱਦਾਂ ਕੀਤਾ, ਵੇਅਰ ਹਾਊਸਿੰਗ ਮਤਲਬ ਸਮਾਨ ਨੂੰ ਕਿੱਥੇ ਉਹਨੂੰ ਸਟੋਰ ਕੀਤਾ ਜਾਊਗਾ, ਕਿਉਂਕਿ ਤੁਹਾਨੂੰ ਪਤਾ ਹੈ ਕਿ ਇੱਕੋ ਹੀ ਦਮ ਤਾਂ ਸਮਾਨ ਸਾਰਾ ਵਿਕ ਨਹੀਂ ਜਾਊਗਾ, ਉਹਦੀ ਮੰਗ ਜਿੱਦਾਂ ਹੋਊਗੀ ਉਸ ਤਰੀਕੇ ਨਾਲ ਉਹਨੂੰ ਸਟੋਰ ਰੂਮ ਤੋਂ ਜਾਂ ਗੋਦਾਮ 'ਚੋਂ ਜਾਂ ਫੈਕਟਰੀ ਦੇ ਜਿਹੜੇ ਵੇਅਰ ਹਾਊਸਿਸ ਆ ਉੱਥੋਂ ਕੱਢ ਕੇ ਉਹਨੂੰ ਵੇਚਿਆ ਜਾਊਗਾ। ਅਤੇ ਇਨਵੈਂਟਰੀ ਦਾ ਹਰ ਵੇਲੇ ਸਾਡੇ ਕੋਲ ਕਿੰਨਾ ਸਟਾਕ ਜਿਹੜਾ ਆ ਉਹਦਾ ਪੱਧਰ ਕਿੰਨਾ ਕੁ ਹੋਣਾ ਚਾਹੀਦਾ ਆ, ਅਤੇ ਕਦੋਂ ਸਾਨੂੰ ਦੁਬਾਰਾ ਤੋਂ ਹੋਰ ਸਟਾਕ ਮੰਗਵਾ ਲੈਣਾ ਚਾਹੀਦਾ ਆ ਤਾਂ ਜੋ ਸਾਡੇ ਕਸਟਮਰਸ ਨੂੰ ਟਾਈਮ 'ਤੇ ਉਹਨਾਂ ਦੀ ਡਿਮਾਂਡ ਪੂਰੀ ਕੀਤੀ ਜਾ ਸਕੇ। ਫਿਰ ਔਡਰ ਜਿਹੜਾ ਕਸਟਮਰਸ ਵੱਲੋਂ ਔਡਰ ਦਿੱਤਾ ਜਾਊਗਾ ਉਹਦੀ ਪ੍ਰੋਸੈਸਿੰਗ ਕਿੱਦਾਂ ਕੀਤੀ ਜਾਊਗੀ, ਇਹ ਸਾਰਾ ਕੁਛ ਪਲੇਸ ਮਿਕਸ ਦੇ ਵਿੱਚ ਬਜ਼ਾਰੀਕਰਨ ਦੀ ਪੋਲਿਸੀਜ਼ ਦੇ ਵਿੱਚ ਇਹਦੇ ਬਾਰੇ ਫੈਸਲੇ ਲਏ ਜਾਂਦੇ। ਅਤੇ ਲਾਸਟ ਆਉਂਦਾ ਪ੍ਰਮੋਸ਼ਨ, ਅਤੇ ਪ੍ਰਮੋਸ਼ਨ ਦਾ ਪਤਾ ਹੀ ਹੈ ਤੁਹਾਨੂੰ ਕਿ ਇਹਦੇ ਵਿੱਚ ਬਾਜ਼ਾਰ ਦੇ ਵਿੱਚ ਸਾਨੂੰ ਅੱਛੇ ਕਮਿਊਨੀਕੇਸ਼ਨ ਦੇ ਰਾਹੀਂ ਆਪਣੇ ਪ੍ਰੋਡਕਟ ਦੀ ਵਿਕਰੀ ਕਰਨੀ ਹੈ ਅਤੇ ਲੋਕਾਂ ਨੂੰ ਉਤਸ਼ਾਹਿਤ ਕਰਨਾ ਹੈ ਤਾਂ ਕਿ ਉਹ ਸਮਾਨ ਨੂੰ ਖਰੀਦਣ। ਇਹਦੇ ਲਈ ਸਾਨੂੰ ਬਹੁਤ ਸਾਰੀਆਂ ਗਤੀਵਿਧੀਆਂ ਧਿਆਨ ਵਿੱਚ ਰੱਖਣੀਆਂ ਪੈਂਦੀਆਂ ਨੇ। ਗਾਹਕਾਂ ਨੂੰ ਸਹੀ ਜਾਣਕਾਰੀ ਪ੍ਰਦਾਨ ਕਰਨਾ, ਉਹਨਾਂ ਨੂੰ ਉਤਸ਼ਾਹਿਤ ਕਰਨਾ, ਪ੍ਰਭਾਵਿਤ ਕਰਨਾ ਅਤੇ ਉਹਨਾਂ ਨੂੰ ਪ੍ਰੇਰਿਤ ਕਰਨਾ ਕਿ ਉਹ ਸਾਡੇ ਪ੍ਰੋਡਕਟ ਨੂੰ ਖਰੀਦਣ। ਅਤੇ ਇਹਦੇ ਵਿੱਚ ਉਹਨਾਂ ਨੂੰ ਅਸੀਂ ਪ੍ਰਮੋਸ਼ਨ ਮਿਕਸ ਜਿਹੜਾ ਹੈ ਬਜ਼ਾਰੀਕਰਨ ਦੀ ਪ੍ਰਕਿਰਿਆ ਦੇ ਵਿੱਚ ਜਿਹੜਾ ਪ੍ਰਮੋਸ਼ਨ ਸੰਬੰਧੀ ਅਲੱਗ-ਅਲੱਗ ਤਰ੍ਹਾਂ ਦੇ ਫੈਸਲੇ ਲਏ ਜਾਂਦੇ ਉਹਨਾਂ ਨੂੰ ਪ੍ਰਮੋਸ਼ਨ ਮਿਕਸ ਦੇ ਅੰਤਰਗਤ ਲਏ ਜਾਂਦੇ ਨੇ। ਵਿਗਿਆਪਨ ਮਤਲਬ ਐਡਵਰਟਾਈਜ਼ਮੈਂਟ, ਪਰਸਨਲ ਸੈਲਿੰਗ, ਫਿਰ ਸੇਲਸ ਪ੍ਰਮੋਸ਼ਨ, ਪਬਲਿਸਿਟੀ, ਪਬਲਿਕ ਰਿਲੇਸ਼ਨ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹਦੇ ਵਿੱਚ ਕੀਤੀਆਂ ਜਾਂਦੀਆਂ ਨੇ। ਅਤੇ ਇਹਦਾ ਮਤਲਬ ਬਜ਼ਾਰੀਕਰਨ ਮਿਕਸ ਜਿਹੜਾ ਮਾਰਕੀਟਿੰਗ ਮਿਕਸ ਆ ਉਹਦੇ ਵਿੱਚ ਇਹਨਾਂ 4 ਤੱਤਾਂ ਨੂੰ ਜਿਹੜੀਆਂ ਹੈਗੀਆਂ ਉਹਨਾਂ ਦੇ ਸੰਬੰਧਿਤ ਉਪਯੁਕਤ ਫੈਸਲੇ ਲਏ ਜਾਂਦੇ ਨੇ ਤਾਂ ਜੋ ਸਾਡੀ ਜਿਹੜੀ ਮਾਰਕੀਟਿੰਗ ਦੀ ਪੂਰੀ ਪ੍ਰੋਸੈਸ ਆ ਉਹਨੂੰ ਸਫਲ ਆਪਾਂ ਬਣਾ ਸਕੀਏ ਜਾਂ ਬਣਾਉਣ ਦੇ ਲਈ ਯਤਨ ਕਰ ਸਕੀਏ। ਅਤੇ ਬੱਚਿਓ ਇਹ ਸੀਗਾ ਤੁਹਾਡਾ ਮਾਰਕੀਟਿੰਗ ਜਾਂ ਮਾਰਕੀਟਿੰਗ ਮੈਨੇਜਮੈਂਟ। ਇਹਦੇ ਵਿੱਚ ਆਪਾਂ ਮਾਰਕੀਟਿੰਗ ਦੇ ਬਾਰੇ ਪੜ੍ਹਿਆ, ਬਜ਼ਾਰੀਕਰਨ ਕੀ ਹੁੰਦਾ ਆ, ਮਾਰਕੀਟਿੰਗ ਮੈਨੇਜਮੈਂਟ ਕੀ ਹੁੰਦੀ ਆ, ਬਜ਼ਾਰੀਕਰਨ ਪ੍ਰਬੰਧਨ ਅਤੇ ਮਾਰਕੀਟਿੰਗ ਮਿਸ਼ਰਣ ਜਾਂ ਜਿਹਨੂੰ ਮਾਰਕੀਟਿੰਗ ਮਿਕਸ ਕਹਿੰਦੇ ਆ। ਇਹ 3 ਇੰਪੋਰਟੈਂਟ ਟੋਪਿਕ ਆਪਾਂ ਇਹਦੇ ਵਿੱਚ ਕਵਰ ਕਰੇ। ਪਹਿਲਾ ਲੈਸਨ ਸੀਗਾ ਇਹ ਬੇਸਿਕ ਸੀਗਾ ਬਜ਼ਾਰੀਕਰਨ ਦੇ ਬਾਰੇ, ਮਾਰਕੀਟਿੰਗ ਬਾਰੇ ਤੁਹਾਨੂੰ ਰੂਬਰੂ ਹੋਣ ਵਾਸਤੇ ਇਸ ਪਾਠ ਨੂੰ ਪੜ੍ਹਨਾ ਬਹੁਤ ਜ਼ਰੂਰੀ ਹੈ। ਇਸ ਤੋਂ ਬਾਅਦ ਜਿਹੜੇ ਅਗਲੇ ਪਾਠ ਆ ਉਹਨਾਂ ਦੇ ਵਿੱਚ ਜਿਹੜੇ ਮਾਰਕੀਟਿੰਗ ਦੇ ਆਪਾਂ 4 P's ਆਫ ਮਾਰਕੀਟਿੰਗ ਦੀ ਗੱਲ ਕੀਤੀ ਹੈ, ਜਿਹਦੇ ਵਿੱਚ ਪ੍ਰਾਈਜ਼ ਆ, ਫਿਰ ਪ੍ਰੋਡਕਟ ਆ, ਉਸ ਤੋਂ ਬਾਅਦ ਫਿਰ ਪਲੇਸ ਆ, ਫਿਰ ਪ੍ਰਮੋਸ਼ਨ ਆ। ਇਹਨਾਂ ਸਾਰੀਆਂ ਚੀਜ਼ਾਂ ਦੇ ਬਾਰੇ ਅਗਲੇ ਪਾਠਾਂ ਦੇ ਵਿੱਚ ਤੁਸੀਂ ਵਿਸਤਾਰਪੂਰਵਕ ਜਾਣਕਾਰੀ ਹਾਸਲ ਕਰੋਗੇ। ਅਤੇ ਇਸ ਪਾਠ ਦੇ ਰਾਹੀਂ ਜੋ ਮੈਂ ਤੁਹਾਨੂੰ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਹੈ, ਤੁਸੀਂ ਇਹ ਜਾਣਕਾਰੀ ਇਸ ਪਾਠ ਨੂੰ ਪੂਰੀ ਤਰੀਕੇ ਨਾਲ ਵੀਡੀਓ ਪੂਰਾ ਸੁਣਨਾ ਆ, ਸਮਝਣ ਦੀ ਕੋਸ਼ਿਸ਼ ਕਰਨੀ ਆਪਣੇ ਬੁੱਕ ਦੇ ਵਿੱਚ ਜਿੱਥੇ ਪਾਠ ਦਿੱਤਾ ਹੋਇਆ ਉਹਨੂੰ ਚੰਗੇ ਤਰੀਕੇ ਨਾਲ ਰੀਡ ਕਰੋ। ਇਹ ਮੈਂ ਤੁਹਾਡਾ ਪੂਰਾ ਕੋਸ਼ਿਸ਼ ਕੀਤੀ ਹੈ ਮੈਂ ਤੁਹਾਨੂੰ ਸਮਝਾਉਣ ਵਾਸਤੇ। ਇਨ ਕੇਸ ਅਗਰ ਤੁਹਾਨੂੰ ਫਿਰ ਵੀ ਕੋਈ ਚੀਜ਼ ਡਾਊਟਫੁਲ ਲੱਗਦੀ ਹੈ ਤੁਸੀਂ ਮੈਨੂੰ ਪੁੱਛ ਸਕਦੇ ਹੋ ਅਤੇ ਫਿਰ ਆਪਾਂ ਉਹਦੇ ਉੱਤੇ ਡਿਸਕਸ ਦੁਬਾਰਾ ਕਰ ਸਕਦੇ ਹਾਂ। ਅਤੇ ਇਸ ਨੂੰ ਪੂਰੇ ਤਰੀਕੇ ਨਾਲ ਵਾਚ ਕਰੋ, ਇਸ ਵੀਡੀਓ ਨੂੰ ਪੂਰਾ ਧਿਆਨ ਨਾਲ ਸੁਣੋ, ਪੜ੍ਹੋ, ਸਮਝੋ ਅਤੇ ਫਿਰ ਅਗਰ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਮੈਨੂੰ ਪੁੱਛ ਸਕਦੇ ਹੋ। ਥੈਂਕ ਯੂ ਵੈਰੀ ਮੱਚ।